ਪੰਜਾਬ ਦੇ ਕਾਂਸਟੇਬਲ, ਸਬ ਇੰਸਪੈਕਟਰ, ਨਾਇਬ ਤਹਿਸੀਲਦਾਰ, ਪਟਵਾਰੀ ਅਤੇ ਹੋਰ ਵੇਰੀਅਸ ਐਗਜ਼ਾਮਸ ਦੀ ਕੰਪਲੀਟ ਅਤੇ ਵਧੀਆ ਤਿਆਰੀ ਲਈ ਅੱਜ ਹੀ CBL ਨੂੰ ਸੰਪਰਕ ਕਰੋ ਤੇ ਇਹਨਾਂ ਕੋਰਸਿਸ ਦੇ ਫ੍ਰੀ ਡੈਮੋ ਲਈ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਚੇਤਨ ਭਾਰਤ ਲਰਨਿੰਗ। ਮਾਡਰਨ ਇੰਡੀਅਨ ਹਿਸਟਰੀ ਦੀ ਲੈਕਚਰ ਸੀਰੀਜ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਵੇਂ ਭਾਰਤ ਨੂੰ ਅਖੀਰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੇਗੀ ਤੇ ਕਿੰਨਾ ਹਾਲਾਤਾਂ ਦੇ ਵਿੱਚ ਸਾਨੂੰ ਇੱਕ ਆਜ਼ਾਦ ਮੁਲਕ ਛੱਡ ਕੇ ਅੰਗਰੇਜ਼ ਜਾਣਗੇ। ਜੇ ਲਾਸਟ ਲੈਕਚਰ ਦੀ ਆਪਾਂ ਗੱਲ ਕਰੀਏ ਤਾਂ ਲਾਸਟ ਲੈਕਚਰ ਦੇ ਵਿੱਚ ਆਪਾਂ ਪੜ੍ਹ ਚੁੱਕੇ ਹਾਂ ਕਿ ਵਰਲਡ ਵਾਰ ਸੈਕੰਡ ਸ਼ੁਰੂ ਹੋਣ ਤੋਂ ਬਾਅਦ ਵਰਲਡ ਵਾਰ ਸੈਕੰਡ ਕਿਹੜੇ ਸਾਲ 'ਚ ਸ਼ੁਰੂ ਹੋਏਗਾ ਤਾਂ ਆਪਾਂ ਦੇਖਿਆ ਸੀ 1939 ਦੇ ਵਿੱਚ ਵਰਲਡ ਵਾਰ ਸੈਕੰਡ ਜਿਹੜਾ ਹੈ ਸ਼ੁਰੂ ਹੋਏਗਾ ਤੇ ਜਿਹਦੇ ਵਿੱਚ ਆਪਾਂ ਦੇਖਿਆ ਸੀ ਕਿ ਅੰਗਰੇਜ਼ਾਂ ਨੇ ਬਿਨਾਂ ਪੁੱਛੇ ਹੀ ਭਾਰਤੀਆਂ ਨੂੰ ਵਰਲਡ ਵਾਰ ਸੈਕੰਡ ਦਾ ਪਾਰਟ ਬਣਾ ਦਿੱਤਾ ਗਿਆ ਸੀ। ਤਾਂ ਜਿਸ ਦੇ ਮੱਦੇ ਨਜ਼ਰ ਰੱਖਦੇ ਹੋਏ ਕਾਂਗਰਸ ਨੇ ਰਿਜ਼ਾਈਨ ਕਰਤਾ ਸੀ। ਤਾਂ ਜਦੋਂ ਆਪਾਂ ਗੱਲ ਕਰੀਏ ਕਿ ਅੰਗਰੇਜ਼ਾਂ ਨੂੰ ਸੈਕੰਡ ਵਰਲਡ ਵਾਰ ਦੇ ਵਿੱਚ ਭਾਰਤੀਆਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਸੀ ਤਾਂ ਉਹ ਕਾਂਗਰਸ ਨੂੰ ਮਨਾਉਣ ਲਈ, ਭਾਰਤੀਆਂ ਨੂੰ ਮਨਾਉਣ ਲਈ ਅਲੱਗ-ਅਲੱਗ ਆਫਰ ਲੈ ਕੇ ਆਣਗੇ। ਇਹ ਸਾਰਾ ਕੁਝ ਆਪਾਂ ਲਾਸਟ ਲੈਕਚਰ 'ਚ ਪੜਿਆ ਸੀ ਕਿ ਕਿਵੇਂ ਅਗਸਤ ਆਫਰ ਆਏਗਾ। ਅਗਸਤ ਆਫਰ ਨੂੰ ਠੁਕਰਾਉਣ ਤੋਂ ਬਾਅਦ ਗਾਂਧੀ ਜੀ ਇੱਕ ਛੋਟੇ ਲੈਵਲ ਦੇ ਉੱਪਰ ਆਰਗੇਨਾਈਜ਼ ਕਰਨਗੇ ਮੂਵਮੈਂਟ ਜਿਹਨੂੰ ਆਪਾਂ ਕਹਾਂਗੇ ਇੰਡੀਵਿਜੂਅਲ ਸੱਤਿਆਗ੍ਰਹਿ। ਇੰਡੀਵਿਜੂਅਲ ਸੱਤਿਆਗ੍ਰਹਿ ਤੋਂ ਬਾਅਦ ਬ੍ਰਿਟਿਸ਼ਰ ਜਿਹੜੇ ਨੇ ਫਿਰ ਤੋਂ ਸਾਡੇ ਲਈ ਇੱਕ ਆਫਰ ਲੈ ਕੇ ਆਣਗੇ ਜਿਹਨੂੰ ਆਪਾਂ ਕਹਿੰਦੇ ਆ ਕ੍ਰਿਪਸ ਮਿਸ਼ਨ। ਤੇ ਕ੍ਰਿਪਸ ਮਿਸ਼ਨ ਨੂੰ ਠੁਕਰਾਉਣ ਤੋਂ ਬਾਅਦ ਗਾਂਧੀ ਜੀ ਸ਼ੁਰੂ ਕਰਨਗੇ ਇੱਕ ਬਹੁਤ ਵੱਡੀ ਮੂਵਮੈਂਟ ਜਿਹਨੂੰ ਆਪਾਂ ਕਹਿੰਦੇ ਆ ਭਾਰਤ ਛੱਡੋ ਅੰਦੋਲਨ ਜਾਂ ਫਿਰ ਕੁਇਟ ਇੰਡੀਆ ਮੂਵਮੈਂਟ, ਜਿਹਦੇ ਵਿੱਚ ਆਪਾਂ ਲਾਸਟ ਲੈਕਚਰ 'ਚ ਪੜਿਆ ਹੋਇਆ ਸੀ ਕਿ ਸਾਰੀ ਟੌਪ ਦੀ ਲੀਡਰਸ਼ਿਪ ਜਿਹੜੀ ਹੈ ਉਹ ਕੀ ਕਰੇਗੀ, ਅਰੈਸਟ ਹੋ ਜਾਏਗੀ ਤੇ ਆਪਾਂ ਦੇਖਿਆ ਸੀ ਕਿ ਜਿਹੜੀ ਸੈਕੰਡਰੀ ਲੀਡਰਸ਼ਿਪ ਹੈ ਉਹ ਅੱਗੇ ਆਏਗੀ। ਉਸ ਦੇ ਨਾਲ ਹੀ ਆਪਾਂ ਲਾਸਟ ਲੈਕਚਰ ਦੇ ਵਿੱਚ ਸੁਭਾਸ਼ ਚੰਦਰ ਬੋਸ ਤੇ ਉਹਨਾਂ ਦੀ ਇੰਡੀਅਨ ਨੈਸ਼ਨਲ ਆਰਮੀ ਦੀ ਵੀ ਜ਼ਿਕਰ ਕੀਤਾ ਸੀ। ਹੁਣ ਅੱਜ ਦੇ ਲੈਕਚਰ ਦੀ ਜੇ ਗੱਲ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਰੈੱਡ ਫੋਰਟ ਟ੍ਰਾਇਲਸ ਦੀ। ਤਾਂ ਦੇਖੋ ਜੀ, ਜੇ ਆਪਾਂ ਗੱਲ ਕਰੀਏ ਇੰਡੀਅਨ ਨੈਸ਼ਨਲ ਆਰਮੀ ਦੇ ਵਿੱਚ ਕੌਣ ਬੰਦੇ ਸੀ ਜਿਹੜੇ ਲੜ ਰਹੇ ਸੀ ਤਾਂ ਕਿਤੇ ਨਾ ਕਿਤੇ ਉਹ ਅੰਗਰੇਜ਼ਾਂ ਦੀ ਹੀ ਆਰਮੀ ਦੇ ਵਿੱਚ ਉਹ ਆਪਾਂ ਕਹਿ ਸਕਦੇ ਹਾਂ ਕਿ ਫੌਜੀ ਜਿਹੜੇ ਜੇ ਆਪਾਂ ਗੱਲ ਕਰੀਏ ਕਿ ਅੰਗਰੇਜ਼ਾਂ ਦੀ ਸਾਈਡ ਤੋਂ ਆਪਾਂ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਉਹ ਅੰਗਰੇਜ਼ਾਂ ਨੂੰ ਉਹ ਬਾਗੀ ਲੱਗਣਗੇ, ਪਰ ਜੇ ਭਾਰਤੀ ਵੱਲੋਂ ਦੇਖੀਏ ਤਾਂ ਸਾਡੀ ਆਜ਼ਾਦੀ ਲਈ ਲੜ ਰਹੇ ਸੀ ਤਾਂ ਸਾਡੇ ਤਾਂ ਉਹ ਹੀਰੋ ਹੋ ਗਏ। ਪਰ ਜੇ ਗੱਲ ਕਰਾਂਗੇ ਅੰਗਰੇਜ਼ਾਂ ਦੀ ਤਾਂ ਅੰਗਰੇਜ਼ਾਂ ਨੇ ਦੇਖਿਆ ਕਿ ਸਾਡੀ ਹੀ ਆਰਮੀ ਦੇ ਬੰਦੇ ਸਾਡੇ ਅਗੇਂਸਟ ਹੀ ਲੜ ਰਹੇ ਨੇ ਤਾਂ ਉਹਨਾਂ ਲਈ ਉਹ ਕੀ ਹੋ ਗਏ, ਬਾਗੀ ਸੀਗੇ। ਤਾਂ ਆਪਾਂ ਦੇਖਾਂਗੇ ਕਿ ਉਹਨਾਂ ਦੇ ਉੱਪਰ ਮੁਕੱਦਮੇ ਚੱਲਣਗੇ ਜਿਹਨੂੰ ਆਪਾਂ ਕਹਿੰਦੇ ਆ ਰੈੱਡ ਫੋਰਟ ਟ੍ਰਾਇਲਸ। ਤਾਂ ਵਰਲਡ ਵਾਰ ਸੈਕੰਡ ਖਤਮ ਹੋਣ ਤੋਂ ਬਾਅਦ ਹੀ ਸ਼ੁਰੂ ਹੋ ਜਾਣਗੇ ਤੁਹਾਡੇ ਰੈੱਡ ਫੋਰਟ ਟ੍ਰਾਇਲਸ। ਹੁਣ ਜੇ ਗੱਲ ਕਰੀਏ ਰੈੱਡ ਫੋਰਟ ਟ੍ਰਾਇਲਸ ਦੇ ਵਿੱਚ ਨਾਮ ਸੀ ਤਾਂ ਨਾਮ ਯਾਦ ਰੱਖਿਓ ਜੀ ਕਿੰਨਾ ਦੇ ਉੱਪਰ ਟ੍ਰਾਇਲਸ ਚੱਲਣਗੇ। ਸਟਾਰਟਿੰਗ ਵਿੱਚ ਆਪਾਂ ਦੇਖਾਂਗੇ ਸ਼ਾਹ ਨਵਾਜ਼ ਖਾਨ, ਇਸ ਤੋਂ ਬਾਅਦ ਸੈਕਿੰਡ ਨਾਮ ਯਾਦ ਰੱਖਣਾ ਆਪਣਾ ਪ੍ਰੇਮ ਸਹਿਗਲ, ਉਸ ਤੋਂ ਬਾਅਦ ਆਪਾਂ ਤੀਜਾ ਨਾਮ ਜਿਹੜਾ ਮੋਸਟ ਇੰਪੋਰਟੈਂਟ ਹੈ ਗੁਰਬਖਸ਼ ਸਿੰਘ ਢਿੱਲੋਂ। ਤਿੰਨ ਹੋਣਗੇ ਇੰਪੋਰਟੈਂਟ, ਯਾਦ ਰੱਖਿਓ ਨਾਮ ਜਿਨ੍ਹਾਂ ਦੇ ਉੱਪਰ ਚੱਲੇਗਾ ਰੈੱਡ ਫੋਰਟ ਟ੍ਰਾਇਲਸ। ਇਹਨਾਂ ਤੋਂ ਇਲਾਵਾ ਵੀ ਕੁਝ ਨਾਮ ਨੇ ਕਰ ਪੇਪਰਾਂ ਦੇ ਵਿੱਚ ਘੱਟ ਪੁੱਛੇ ਜਾਂਦੇ ਨੇ, ਪਹਿਲਾਂ ਇਹ ਤਿੰਨ ਨਾਮ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਿਓ। ਹੁਣ ਜੇ ਗੱਲ ਕਰੀਏ ਕਿ ਇਹਨਾਂ ਦੇ ਉੱਪਰ ਕੇਸ ਚੱਲਣਗੇ, ਭਾਰਤੀਆਂ ਲਈ ਹੀਰੋ ਨੇ, ਅੰਗਰੇਜ਼ਾਂ ਲਈ ਬਾਗੀ ਨੇ, ਤਾਂ ਇਹਨਾਂ ਦਾ ਕੇਸ ਲੜੇਗੀ ਕੌਣ? ਤਾਂ ਆਪਾਂ ਨੂੰ ਪਤਾ ਕਿ ਇਕਲੌਤੀ ਪਾਰਟੀ ਜਿਹਦੇ ਵਿੱਚ ਬਹੁਤ ਜ਼ਿਆਦਾ ਲਾਇਰਸ ਨੇ, ਵਕੀਲ ਇਕੱਠੇ ਹੋਏ ਨੇ, ਉਹ ਕਿਹੜੀ ਪਾਰਟੀ ਹੈ? ਸਾਡੀ ਕਾਂਗਰਸ ਦੀ ਪਾਰਟੀ ਹੈ। ਤਾਂ ਆਪਾਂ ਦੇਖਾਂਗੇ ਕਾਂਗਰਸ ਦੀ ਟੌਪ ਲੀਡਰਸ਼ਿਪ ਜਿਹੜੀ ਹੈ ਉਹ ਇਹਨਾਂ ਦੇ ਕੇਸ ਹੁਣ ਲੜਨਗੇ। ਜੇ ਆਪਾਂ ਗੱਲ ਕਰਦੇ ਹਾਂ ਇੰਡੀਅਨ ਨੈਸ਼ਨਲ ਆਰਮੀ ਦੀ ਡਿਫੈਂਸ ਵਾਸਤੇ ਕਮੇਟੀ ਬਣਾਈ ਜਾਏਗੀ ਜਿਹਨੂੰ ਆਪਾਂ ਕਹਾਂਗੇ INA ਡਿਫੈਂਸ ਕਮੇਟੀ। ਕਿੱਥੇ ਬਣੇਗੀ? ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਬਣਾਈ ਜਾਏਗੀ। ਤਾਂ ਯਾਦ ਰੱਖਿਓ ਜੀ ਇਹਨਾਂ ਦੇ ਕੇਸ ਲੜਨ ਲਈ ਜਵਾਹਰ ਲਾਲ ਨਹਿਰੂ, ਭੱਲੂ ਭਾਈ ਦੇਸਾਈ, ਕੈਲਾਸ਼ ਨਾਥ ਕਟਜੂ ਤੇ ਅਰੁਣ ਆਸਿਫ ਅਲੀ ਇਹ ਲੜਨਗੇ ਜੀ ਕੇਸ ਕਿਹਨਾਂ ਦੇ? ਰੈੱਡ ਫੋਰਟ ਟ੍ਰਾਇਲਸ ਦੇ ਵਿੱਚ, ਜਿਹੜੇ ਗੁਰਬਖਸ਼ ਸਿੰਘ ਢਿੱਲੋਂ, ਸ਼ਾਹ ਨਵਾਜ਼ ਖਾਨ ਤੇ ਪ੍ਰੇਮ ਕੁਮਾਰ ਸਹਿਗਲ, ਇਹਨਾਂ ਦੇ ਕੇਸ ਲੜੇਗੀ ਕਾਂਗਰਸ ਨੂੰ। ਤੇ ਕਿਉਂਕਿ ਕਾਂਗਰਸ ਦਾ ਇੱਥੇ ਆਪਾਂ ਕਹਾਂਗੇ ਕਿ ਆਮ ਲੋਕਾਂ ਦੇ ਵਿੱਚ ਆਪਣੀ ਇਮੇਜ ਵੀ ਵਧੀਆ ਕਰਨੀ ਹੈ ਕਾਂਗਰਸ ਨੇ, ਕਿਉਂਕਿ ਆਮ ਲੋਕਾਂ ਲਈ ਉਹ ਹੀਰੋ ਸੀ ਤਾਂ ਕਾਂਗਰਸ ਨੂੰ ਉਹਨਾਂ ਦੇ ਕੇਸ ਲੜਨੇ ਹੀ ਪੈਣੇ ਸੀ। ਕਾਂਗਰਸ ਵੀ ਇਹ ਕਹੇਗੀ ਕਿ ਇਹ ਆਪਣੀ ਆਜ਼ਾਦੀ ਲਈ ਲੜ ਰਹੇ ਸੀ, ਇਹ ਬਾਗੀ ਨਹੀਂ ਹੈਗੇ, ਇਹਨਾਂ ਦਾ ਤੁਸੀਂ ਕੋਰਟ ਮਾਰਸ਼ਲ ਕਰਕੇ ਇਹਨਾਂ ਨੂੰ ਸਜ਼ਾਵਾਂ ਨਹੀਂ ਦੇ ਸਕਦੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕੁਇਟ ਇੰਡੀਆ ਮੂਵਮੈਂਟ ਦੀ, ਜੇ ਕੁਇਟ ਇੰਡੀਆ ਮੂਵਮੈਂਟ ਦੀ ਆਪਾਂ ਗੱਲ ਕਰਦੇ ਤਾਂ ਇਹ ਮੂਵਮੈਂਟ ਇੱਕ ਐਵੇਂ ਦੀ ਮੂਵਮੈਂਟ ਸੀ ਜਿਹਨੇ ਇੱਕ ਚੀਜ਼ ਤਾਂ ਸਾਬਿਤ ਕਰਦੀ ਸੀ। ਜੇ ਗੱਲ ਕਰੀਏ ਨਾ ਆਪਾਂ ਕੁਇਟ ਇੰਡੀਆ ਮੂਵਮੈਂਟ ਦੀ ਤਾਂ ਇਹਦੇ ਵਿੱਚ ਜੇ ਗਾਂਧੀ ਜੀ, ਨਹਿਰੂ, ਸਾਰੀ ਟੌਪ ਲੀਡਰਸ਼ਿਪ ਜੇਲ੍ਹ 'ਚ ਹੈ ਤਾਂ ਵੀ ਮੂਵਮੈਂਟ ਜਿਹੜੀ ਹੈ ਬਹੁਤ ਵੱਡੇ ਲੈਵਲ ਤੇ ਚੱਲੇਗੀ ਤੇ ਨੀਚੇ ਦੀ ਲੀਡਰਸ਼ਿਪ ਤੇ ਮਾਸਿਸ ਜਿਹੜੇ ਨੇ, ਆਮ ਵਰਗ, ਆਮ ਲੋਕ ਨੇ ਜਿਹੜੇ, ਉਹ ਇਹ ਮੂਵਮੈਂਟ ਨੂੰ ਅੱਗੇ ਲੈ ਕੇ ਜਾਣਗੇ। ਤਾਂ ਇਸ ਮੂਵਮੈਂਟ ਤੋਂ ਬਾਅਦ, ਪਹਿਲਾਂ ਆਪਾਂ ਕੋਈ ਮੂਵਮੈਂਟ ਨੂੰ ਇਹ ਗੱਲ ਨਹੀਂ ਕਹੀ, ਪਰ ਇਸ ਮੂਵਮੈਂਟ ਤੋਂ ਬਾਅਦ ਇੱਕ ਚੀਜ਼ ਕਲੀਅਰ ਹੋ ਚੁੱਕੀ ਸੀ ਕਿ ਅੰਗਰੇਜ਼ ਜਿਹੜੇ ਨੇ ਜ਼ਿਆਦਾ ਟਾਈਮ ਹੁਣ ਭਾਰਤ ਦੇ ਉੱਪਰ ਰਾਜ ਨਹੀਂ ਕਰ ਸਕਦੇ। ਉਹੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲੇਗੀ। ਆਪਾਂ ਇੱਥੇ ਦੇਖਾਂਗੇ RIN ਮਿਊਟਨੀ, ਰਾਇਲ ਇੰਡੀਅਨ ਨੇਵੀ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਮਿਊਟਨੀਜ਼ ਹੋਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਕਿਉਂ ਹੋ ਰਹੀਆਂ ਨੇ ਮਿਊਟਨੀਜ਼? ਦੇਖੋ ਜੀ, ਸਿੰਪਲ ਗੱਲ ਯਾਦ ਰੱਖੋ ਕਿ ਅੰਗਰੇਜ਼ ਜਿਹੜੇ ਨੇ ਨਾ ਤਾਂ ਉਹ ਇੰਡੀਅਨਸ ਨੂੰ ਜ਼ਿਆਦਾ ਉੱਪਰਲੇ ਲੈਵਲ ਦੇ ਉੱਪਰ ਅਫਸਰ ਬਿਠਾ ਰਹੇ ਨੇ, ਉੱਪਰੋਂ ਦੀ ਉਹਨਾਂ ਦੇ ਨਾਲ
क्विट इंडिया मूवमेंट तो बाद काफी ज्यादा की हो रहा है, रेशियल डिस्क्रिमिनेशन हो रही है। ਜਿਹੜੇ ਆਪਣੇ ਫੌਜੀ ਸੀਗੇ, ਜਿਹੜੇ ਨੀਚੇ ਨੇਵੀ ਸੀਗੇ, ਆਰਮੀ ਸੀਗੇ, ਉਹਨਾਂ ਨੂੰ ਕਾਫੀ ਜ਼ਿਆਦਾ ਆਪਾਂ ਕਹਾਂਗੇ ਕਿ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਕਿ ਤੁਹਾਡੇ ਹੀ ਭਰਾਵਾਂ ਨੇ ਦੇਖੋ ਜੀ ਬਾਗੀ ਹੋ ਗਏ ਸੀ। ਤਾਂ ਕਿਤੇ ਨਾ ਕਿਤੇ ਜੇ ਗੱਲ ਕਰੀਏ ਕੁਇਟ ਇੰਡੀਆ ਮੂਵਮੈਂਟ ਤੋਂ ਬਾਅਦ ਜਿਹੜੀ ਇਹ ਮੇਨ ਬੇਸ ਹੈ, ਆਪਣੇ ਇੰਨੇ ਸਾਲ ਅੰਗਰੇਜ਼ਾਂ ਨੇ ਸਾਡੇ ਉੱਤੇ ਰਾਜ ਕਿਉਂ ਕੀਤਾ? ਕਿਉਂਕਿ ਉਹਨਾਂ ਦੇ ਕੋਲ ਇੱਕ ਆਰਮੀ ਸੀ ਵਧੀਆ, ਉਹ ਕੋਈ ਵੀ ਮੂਵਮੈਂਟ ਹੁੰਦੀ ਸੀ ਉਹਨੂੰ ਸਪਰੈਸ ਕਰ ਦਿੰਦੇ ਸੀ ਬਹੁਤ ਤਰੀਕੇ ਨਾਲ, ਚਾਹੇ ਕਿ ਉਹਨਾਂ ਦੀ ਸਾਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਮੇਨ ਰੋਲ ਇੰਡੀਅਨਸ ਦਾ ਹੀ ਸੀ। ਪਰ ਇੱਥੇ ਹੁਣ ਉਹ ਜਿਹੜਾ ਮੇਨ ਰੋਲ ਸੀਗਾ, ਉਹ ਜਿਹੜਾ ਨੀਚੇ ਬੇਸ ਸੀਗਾ ਜਿਹਦੇ ਨਾਲ ਉਹ ਸਾਡੇ ਉੱਪਰ ਰਾਜ ਕਰ ਰਹੇ ਸੀ, ਉਹ ਸਾਰਾ ਬੇਸ ਖਤਮ ਹੋ ਗਿਆ ਸੀ। ਕੁਇਟ ਇੰਡੀਆ ਮੂਵਮੈਂਟ ਨਾਲ ਹੋਇਆ, ਉਸ ਤੋਂ ਬਾਅਦ ਰਹਿੰਦਾ ਹੁੰਦਾ ਜਿੰਨਾ ਵੀ ਬੇਸ ਹੋਏਗਾ ਉਹ ਸਾਰਾ RI9 ਮਿਊਟਨੀ ਦੇ ਨਾਲ ਕਲੀਅਰ ਹੋ ਜਾਏਗਾ, ਰਾਇਲ ਇੰਡੀਅਨ ਨੇਵੀ ਦੇ ਵਿੱਚ ਮਿਊਟਨੀ ਹੋਏਗੀ। ਹੁਣ ਜੇ ਗੱਲ ਕਰਦੇ ਹਾਂ ਰਾਇਲ ਇੰਡੀਅਨ ਨੇਵੀ ਦੇ ਵਿੱਚ ਹੁੰਦੇ ਕੀ ਨੇ ਜੀ, ਇਹ ਪਹਿਲਾਂ ਯਾਦ ਰੱਖਿਓ ਜੀ ਰੇਟਿੰਗ। ਇਹ ਰੇਟਿੰਗਸ ਕੀ ਨੇ? ਰੇਟਿੰਗਸ ਦੀ ਗੱਲ ਕਰਾਂਗੇ, ਯਾਦ ਰੱਖਿਓ ਰੇਟਿੰਗਸ ਹੁੰਦੇ ਨੇ ਜਿੰਨੇ ਵੀ ਆਪਣੇ JCOs ਹੁੰਦੇ ਨੇ। JCOs ਕੀ ਹੁੰਦੇ ਨੇ? ਜੂਨੀਅਰ ਕਮਿਸ਼ਨਡ ਆਫੀਸਰਸ। ਉਸ ਤੋਂ ਇਲਾਵਾ ਨਾਨ ਕਮਿਸ਼ਨਡ ਆਫੀਸਰਸ ਜਿਹਨਾਂ ਨੂੰ ਆਪਾਂ NCO ਵੀ ਕਹਿੰਦੇ ਆ, ਇਹਨਾਂ ਰੇਟਿੰਗਸ ਦੀ ਹੀ ਮਿਊਟਨੀ ਹੋਏਗੀ। ਹੁਣ ਇਹ ਮਿਊਟਨੀ ਹੋਏਗੀ ਕਿਉਂ? ਸਭ ਤੋਂ ਪਹਿਲੀ ਗੱਲ, ਜੂਨੀਅਰ ਕਮਿਸ਼ਨਡ ਆਫੀਸਰ ਹੀ ਰਹਿਣਗੇ ਇੰਡੀਅਨਸ ਨੂੰ ਸੀਨੀਅਰ ਕਮਿਸ਼ਨਡ ਆਫੀਸਰ ਜਾਂ ਉੱਪਰਲੇ ਰੈਂਕ ਦੇ ਉੱਪਰ ਜਾਣ ਦੀ ਪਰਮਿਸ਼ਨ ਨਹੀਂ ਸੀ। ਇਹ ਆਪਾਂ ਪਹਿਲਾਂ ਤੋਂ ਹੀ ਦੇਖਿਆ ਕਿ ਅੰਗਰੇਜ਼ ਜਿਹੜੇ ਨੇ ਸਾਡੇ ਤੋਂ ਨਿਚਲੇ ਲੈਵਲ ਦੇ ਕੰਮ ਹੀ ਲੈਣਗੇ, ਉੱਪਰ ਜਿਹੜਾ ਹੈ ਆਪ ਰਹਿਣਗੇ ਜਿੱਥੇ ਜ਼ਿਆਦੀ ਪਾਵਰ ਹੋਏਗੀ। ਜੇ ਗੱਲ ਕਰੀਏ ਜਿੰਨੇ ਵੀ ਇੰਡੀਅਨ ਸੀਗੇ ਨੇਵੀ ਦੇ ਵਿੱਚ, ਤਾਂ ਇਹਨਾਂ ਨੂੰ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਤਨਖਾਹ ਦੇ ਮਾਮਲੇ 'ਚ ਕਹੀਏ, ਜੇ ਇਹਨਾਂ ਦੀ ਰੋਟੀ ਪਾਣੀ ਦੇ ਮਾਮਲੇ 'ਚ ਕਹੀਏ, ਜਾਂ ਇਹਨਾਂ ਦੇ ਕੰਮ ਕਰਨ ਦਾ ਜਿਹੜਾ ਕੰਡੀਸ਼ਨ ਸੀਗੀ, ਉਹਨਾਂ ਵਿੱਚ ਕਾਫੀ ਜ਼ਿਆਦਾ ਡਿਸਕ੍ਰਿਮੀਨੇਸ਼ਨ ਸੀ। ਉਸ ਤੋਂ ਇਲਾਵਾ ਕੁਇਟ ਇੰਡੀਆ ਮੂਵਮੈਂਟ, ਉਸ ਤੋਂ ਬਾਅਦ ਜੇ ਗੱਲ ਕਰਾਂਗੇ ਆਪਣੇ ਜਿੰਨੇ ਵੀ INA ਵਾਲੇ ਟ੍ਰਾਇਲਸ ਚੱਲ ਰਹੇ ਸੀ, ਉਹਦੇ ਦੇਖਦੇ ਹੋਏ ਵੀ ਇੰਡੀਅਨਸ ਨੂੰ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਅੰਗਰੇਜ਼ਾਂ ਵੱਲੋਂ ਕੀਤਾ ਜਾ ਰਿਹਾ ਸੀ। ਤਾਂ ਇੱਥੇ ਦੇਖਣ ਨੂੰ ਕੀ ਮਿਲੇਗਾ ਕਿ ਕਾਫੀ ਜ਼ਿਆਦਾ ਨੀਚੇ ਜਿਹੜਾ ਆਪਾਂ ਕਹਿ ਸਕਦੇ ਕਿ ਪ੍ਰੈਸ਼ਰ ਕ੍ਰੀਏਟ ਹੋਏਗਾ, ਤੇ ਐਂਡ ਦੇ ਵਿੱਚ ਆਪਾਂ ਦੇਖਾਂਗੇ ਕਿ ਨੀਚੇ ਜਿਹੜੀ ਰਾਇਲ ਇੰਡੀਅਨ ਨੇਵੀ ਹੈ, ਇਹਦੇ ਜਿਹੜੇ ਲੋਕ ਹੋਣਗੇ ਉਹ ਕੀ ਕਰ ਜਾਣਗੇ? ਰਿਵੋਲਟ ਕਰ ਦੇਣਗੇ। ਇੱਥੇ ਸ਼ਿਪ ਹੋਏਗੀ, ਸ਼ਿਪ ਦਾ ਨਾਮ ਯਾਦ ਰੱਖਿਓ ਜੀ INS ਤਲਵਾਰ। ਸ਼ਿਪ ਦਾ ਨਾਮ ਹੋਏਗਾ INS ਤਲਵਾਰ। ਇਹਦੇ ਨੀਚੇ ਜਿੰਨੇ ਵੀ ਰੇਟਿੰਗਸ ਹੋਣਗੇ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਇੰਡੀਅਨ ਸੋਲਜਰ ਸੀਗੇ, ਉਹਨਾਂ ਨੇ ਆਪਣੇ ਸੀਨੀਅਰਸ ਨੂੰ ਬੰਦੀ ਬਣਾ ਲਿਆ, ਤੇ ਉਹਨਾਂ ਦਾ ਜਿਹੜਾ ਝੰਡਾ ਸੀ ਅੰਗਰੇਜ਼ਾਂ ਦਾ, ਉਹਨੂੰ ਲਾ ਕੇ ਇੰਡੀਅਨਸ ਨੇ ਆਪਣਾ ਝੰਡਾ ਜਿਹੜਾ ਸੀ ਉਹ ਫਹਰਾਤਾ ਸੀ। ਬਹੁਤ ਵੱਡੀ ਗੱਲ ਹੈ ਕਿ ਜੇ ਗੱਲ ਕਰੀਏ ਆਰਮੀ ਦੇ ਵਿੱਚ, ਨੇਵੀ ਦੇ ਵਿੱਚ ਕੀ ਹੋਗੀ ਜੀ? ਤੁਹਾਡੇ ਮਿਊਟਨੀ ਹੋਗੀ, ਬਗਾਵਤ ਹੋਗੀ ਜੀ ਨੇਵੀ ਦੇ ਵਿੱਚ, ਤਾਂ ਬਹੁਤ ਵੱਡੀ ਗੱਲ ਹੈ। ਤਾਂ ਇੱਥੇ ਦੇਖਣ ਨੂੰ ਕੀ ਮਿਲੇਗਾ ਕਿ ਦੋਨੋਂ ਪਾਸੇ ਤੋਂ ਹੀ ਜੇ ਗੱਲ ਕਰੀਏ ਕਿ ਉਧਰੋਂ ਦੀ ਬ੍ਰਿਟਿਸ਼ਰਸ ਦੀ ਆਰਮੀ, ਉਹ ਵੀ ਇਸ ਦੇ ਉੱਪਰ ਕਾਫੀ ਜ਼ਿਆਦਾ ਜੇ ਆਪਾਂ ਕਹਾਂਗੇ ਕਿ ਕੰਟਰੋਲ ਦੇ ਵਿੱਚ ਨਹੀਂ ਹੋਣਗੇ। ਦੂਜੇ ਪਾਸੇ ਇੰਡੀਅਨਸ ਨੇ ਆਪਣੇ ਜਿਹੜੇ ਸੀਨੀਅਰਸ ਨੇ ਉਹਨਾਂ ਨੂੰ ਕੀ ਕੀਤਾ ਹੋਇਆ? ਬੰਦੀ ਬਣਾਇਆ ਹੋਇਆ। ਇਸ ਚੀਜ਼ ਨੂੰ ਦੇਖਦੇ ਹੋਏ ਸਾਰੇ ਬੰਬੇ ਦੇ ਵਿੱਚ ਕੀ ਦੇਖਣ ਨੂੰ ਮਿਲੇਗਾ? ਸਟ੍ਰਾਈਕ ਦੇਖਣ ਨੂੰ ਮਿਲੇਗੀ। ਅੰਗਰੇਜ਼ਾਂ ਦੇ ਅਗੇਂਸਟ ਇਹ ਮੂਵ ਨੂੰ ਆਮ ਜਿਹੜੇ ਲੋਕ ਨੇ ਉਹ ਹੰਕਾਰਾ ਭਰਨਗੇ, ਉਹ ਇਸ ਦੇ ਸਾਥ ਦੇਣਗੇ। ਇੱਥੇ ਜੇ ਅੰਗਰੇਜ਼ਾਂ ਦੀ ਗੱਲ ਕਰੀਏ, ਬ੍ਰਿਟਿਸ਼ ਸਰਕਾਰ ਦੀ ਗੱਲ ਕਰੀਏ, ਤਾਂ ਉਹ ਇਸ ਚੀਜ਼ ਲਈ ਅਜੇ ਕਾਫੀ ਜ਼ਿਆਦਾ ਤਿਆਰ ਨਹੀਂ ਸੀ। ਜਦੋਂ ਤਿਆਰ ਨਹੀਂ ਸੀ ਤਾਂ ਆਪਾਂ ਦੇਖਾਂਗੇ ਕਿ ਤੇ ਮੁਹੰਮਦ ਅਲੀ ਜਿੰਨਾ ਤੇ ਸਰਦਾਰ ਵੱਲਭ ਭਾਈ ਪਟੇਲ, ਉਹਨਾਂ ਨੂੰ ਸੱਦਿਆ ਜਾਏਗਾ ਕਿ ਤੁਸੀਂ ਆਓ ਇਹ ਸਾਰੀ ਸਿਚੁਏਸ਼ਨ ਨੂੰ ਕਲੀਅਰ ਕਰੋ। ਹੁਣ ਇੰਡੀਅਨ ਨੈਸ਼ਨਲ ਕਾਂਗਰਸ ਤੇ ਇਹ ਵੀ ਕਹਿ ਸਕਦੀ ਸੀ ਅਸੀਂ ਨਹੀਂ ਕਰਦੇ, ਅਸੀਂ ਇਹਦਾ ਸਪੋਰਟ ਕਰਦੇ ਹਾਂ, ਪਰ ਆਪਾਂ ਦੇਖਾਂਗੇ ਸਰਦਾਰ ਵੱਲਭ ਭਾਈ ਪਟੇਲ ਜਿਹੜੇ ਨੇ, ਜਿਨ੍ਹਾਂ ਨੇ ਆਪਣੇ ਸੀਨੀਅਰਸ ਨੂੰ ਬੰਦੀ ਬਣਾਇਆ ਹੋਏਗਾ, ਉਹਨਾਂ ਨੂੰ ਕੀ ਕੀਤਾ ਜਾਏਗਾ? ਉਹਨਾਂ ਨੂੰ ਗੱਲ ਸਮਝਾਈ ਜਾਏਗੀ। ਕਿਉਂ ਸਮਝਾਣੀ ਜ਼ਰੂਰੀ ਸੀ? ਤਾਂ ਦੇਖੋ ਜੀ, ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਆਪਣੀ ਆਰਮਡ ਫੋਰਸਿਸ। ਆਰਮਡ ਫੋਰਸਿਸ ਦੇ ਵਿੱਚ ਡਿਸਿਪਲਿਨ ਜਿਹੜਾ ਹੈ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ। ਜੇ ਉੱਥੇ ਆਪਾਂ ਇਹਨਾਂ ਦੇ ਬਗਾਵਤ ਨੂੰ, ਜਿਹੜੇ ਵੀ ਆਪਾਂ ਕਹਿ ਸਕਦੇ ਕਿ ਚਾਹੇ ਇੰਡੀਅਨਸ ਨੇ ਸਹੀ ਬਗਾਵਤ ਹੀ ਕੀਤੀ, ਪਰ ਉਹ ਬਗਾਵਤ ਨੂੰ ਜੇ ਇੰਡੀਅਨ ਨੈਸ਼ਨਲ ਕਾਂਗਰਸ ਸਾਥ ਦੇ ਦਿੰਦੀ, ਤਾਂ ਕਿਤੇ ਨਾ ਕਿਤੇ ਆਰਮਡ ਫੋਰਸਿਸ ਦੇ ਵਿੱਚ ਡਿਸਿਪਲਿਨ ਦੀ ਪ੍ਰੋਬਲਮ ਹੋ ਸਕਦੀ ਸੀ। ਤਾਂ ਇੱਥੇ ਆਪਾਂ ਦੇਖਾਂਗੇ ਮੁਹੰਮਦ ਅਲੀ ਜਿੰਨਾ ਤੇ ਸਰਦਾਰ ਵੱਲਭ ਭਾਈ ਪਟੇਲ ਮਿਲ ਕੇ ਨੈਗੋਸੀਏਸ਼ਨਸ ਕਰਨਗੇ, ਤੇ ਜਿੰਨੇ ਵੀ ਆਪਾਂ ਕਹਾਂਗੇ ਕਿ ਮਿਊਟਨੀ ਕਰ ਰਹੇ ਸੀ ਉਹਨਾਂ ਨੂੰ ਰੋਕਿਆ ਜਾਏਗਾ। ਉਹਨਾਂ ਨੂੰ ਕਿਹਾ ਜਾਏਗਾ ਕਿ ਤੁਹਾਡੇ ਉੱਪਰ ਕੇਸ ਨਹੀਂ ਹੋਣਗੇ, ਸਮਝਾਈ ਜਾਏਗੀ ਇਹ ਗੱਲ। ਪਰ ਅੰਗਰੇਜ਼ ਜਿਹੜੇ ਨੇ ਇਸ ਤੋਂ ਉਲਟ ਜਾਣਗੇ, ਤਾਂ ਆਪਾਂ ਦੇਖਾਂਗੇ ਅੰਗਰੇਜ਼ ਜਿਹੜੇ ਨੇ ਬਹੁਤ ਵੱਡੇ ਨੰਬਰ ਦੇ ਵਿੱਚ ਕੋਰਟ ਮਾਰਸ਼ਲਸ ਕਰਨਗੇ, ਲੋਕਾਂ ਨੂੰ ਉਹਨਾਂ ਦੀ ਜੌਬ ਤੋਂ ਉੱਪਰੋਂ ਦੀ ਕੱਢ ਦਿੱਤਾ ਜਾਏਗਾ। ਇਹ ਸਾਰਾ ਚੱਲ ਕਿਸੇ ਦਾ ਇਹ ਹੋ ਰਿਹਾ ਜੀ ਆਪਣਾ RIN ਮਿਊਟਨੀ ਦੇ ਵਿੱਚ। ਤਾਂ ਮਤਲਬ ਕਿ ਇੱਥੇ ਕਲੀਅਰ ਇੱਕ ਚੀਜ਼ ਦੇਖ ਲਈਏ ਕੁਇਟ ਇੰਡੀਆ ਮੂਵਮੈਂਟ ਤੋਂ ਬਾਅਦ ਕਿ ਅੰਗਰੇਜ਼ ਜ਼ਿਆਦਾ ਦੇਰ ਭਾਰਤ ਦੇ ਉੱਪਰ ਰਾਜ ਹੁਣ ਨਹੀਂ ਕਰ ਸਕਦੇ। ਅੱਗੇ ਗੱਲ ਕਰਦੇ ਆ ਜੀ ਕਾਂਗਰਸ ਦੀ, ਗੱਲ ਕਰਦੇ ਆ ਮੁਸਲਿਮ ਲੀਗ ਦੇ ਨਾਲ। ਹੁਣ ਆਪਾਂ ਗੱਲ ਕੀਤੀ ਸੀ ਪਹਿਲਾਂ 1939 ਦੇ ਇਲੈਕਸ਼ਨ, 1937 ਦੇ ਇਲੈਕਸ਼ਨ ਦੀ। 1937 ਚ ਇਲੈਕਸ਼ਨ ਹੋਏ ਸੀ, ਕਾਂਗਰਸ ਜਿਹੜੀ ਹੈ ਮੈਜੋਰਿਟੀ ਦੇ ਵਿੱਚ ਜਿੱਤ ਗਈ ਸੀ। ਤਾਂ ਇੱਕ ਚੀਜ਼ ਤਾਂ ਮੁਸਲਿਮ ਲੀਗ ਨੂੰ ਕਲੀਅਰ ਹੋ ਗਈ ਸੀ ਕਿ ਜੇ ਉਹ ਇੱਕ ਹੀ ਦੇਸ਼ ਦੇ ਵਿੱਚ ਰਹਿਣਗੇ ਤਾਂ ਕਾਂਗਰਸ ਨੇ ਕਦੀ ਵੀ ਉਹਨਾਂ ਨੂੰ ਪਾਵਰ 'ਚ ਨਹੀਂ ਆਉਣ ਦੇਣਾ। ਕਾਂਗਰਸ ਤਾਂ ਜਿਹੜੇ ਮੁਸਲਿਮ ਮੈਜੋਰਿਟੀ ਏਰੀਆ ਸੀ ਉਹਨਾਂ ਦੇ ਵਿੱਚ ਵੀ ਜਿੱਤ ਗਈ ਸੀ, ਮੁਸਲਿਮ ਲੀਗ ਤਾਂ ਉਹ ਵੀ ਆਪਣੀ ਸੀਟਾਂ ਨਹੀਂ ਸੀ ਬਚਾ ਪਾਈ। ਤਾਂ ਕਿਤੇ ਨਾ ਕਿਤੇ ਆਪਾਂ ਜੇ ਗੱਲ ਕਰਾਂਗੇ ਮੁਸਲਿਮ ਲੀਗ ਦੇ ਵਿੱਚ
ਉਸ ਟਾਈਮ ਤੋਂ ਹੀ ਸ਼ੁਰੂ ਹੋ ਜਾਏਗਾ ਕਿ ਸਾਨੂੰ ਕੀ ਚਾਹੀਦਾ, ਇੱਕ ਅਲੱਗ ਤੋਂ ਦੇਸ਼ ਚਾਹੀਦਾ ਹੈ। ਸਾਨੂੰ ਅਲੱਗ ਤੋਂ ਦੇਸ਼ ਚਾਹੀਦਾ ਤੇ ਅਲੱਗ ਤੋਂ ਦੇਸ਼ ਪਾਕਿਸਤਾਨ ਦੀ ਜੇ ਮੰਗ ਦੀ ਗੱਲ ਕਰੀਏ ਤਾਂ 1940 ਦੇ ਵਿੱਚ ਮੁਸਲਿਮ ਲੀਗ ਜਿਹੜੀ ਹੈ ਪਾਕਿਸਤਾਨ ਦੀ ਪਹਿਲੀ ਵਾਰ ਮੰਗ ਕਰੇਗੀ। ਹੁਣ ਜਦੋਂ ਇੱਕ ਅਲੱਗ ਤੋਂ ਦੇਸ਼ ਦੀ ਮੰਗ ਕਰ ਦਿੱਤੀ ਗਈ ਹੈ, ਮੁਸਲਿਮ ਲੀਗ ਕਹਿ ਰਹੀ ਹੈ ਕਿ ਸਾਨੂੰ ਇੱਕ ਆਪਣਾ ਦੇਸ਼ ਚਾਹੀਦਾ ਹੀ ਹੈ ਪਾਕਿਸਤਾਨ, ਤਾਂ ਕੀ ਕਾਂਗਰਸ ਕੋਈ ਯਤਨ ਨਹੀਂ ਕਰੇਗੀ ਕਿ ਇਹ ਜਿਹੜੀ ਮੰਗ ਹੈ ਇਹਨੂੰ ਘੱਟ ਕੀਤਾ ਜਾਏ ਜਾਂ ਕਿਸੇ ਨਾ ਕਿਸੇ ਤਰ੍ਹਾਂ ਮੁਸਲਿਮ ਲੀਗ ਨਾਲ ਬਹਿ ਕੇ ਗੱਲਬਾਤ ਕੀਤੀ ਜਾਵੇ। ਤਾਂ ਇਸੇ ਚੀਜ਼ ਨੂੰ ਆਪਾਂ ਦੇਖਦੇ ਹਾਂ ਕਿ ਸੀਆਰ ਫਾਰਮੂਲਾ, ਜਿਹਨੂੰ ਆਪਾਂ ਕੀ ਕਹਿੰਦੇ ਆ, ਰਾਜਾ ਜੀ ਫਾਰਮੂਲਾ ਵੀ ਕਹਿੰਦੇ ਆ। ਹੁਣ ਇਹ ਫਾਰਮੂਲਾ ਕੀ ਸੀ? ਇਹ ਕਾਂਗਰਸ ਵੱਲੋਂ ਫਾਰਮੂਲਾ ਆਇਆ ਸੀਗਾ ਤਾਂ ਕਿ ਜਿਹੜੀ ਵੀ ਡੈਡਲੌਕ ਹੈ ਮੁਸਲਿਮ ਲੀਗ ਤੇ ਕਾਂਗਰਸ ਦੇ ਵਿੱਚ, ਇਹਨੂੰ ਕੀ ਕੀਤਾ ਜਾਏ, ਖਤਮ ਕੀਤਾ ਜਾਏ, ਤਾਂ ਕਿ ਮਿਲ ਕੇ ਆਪਾਂ ਇੱਕ ਆਜ਼ਾਦੀ ਲੈ ਸਕੀਏ ਅੰਗਰੇਜ਼ਾਂ ਤੋਂ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸੀਆਰ ਫਾਰਮੂਲੇ ਦੀ। ਤਾਂ ਸੀਆਰ ਫਾਰਮੂਲੇ ਦੇ ਵਿੱਚ ਇੱਕ ਗੱਲ ਕਹੀ ਗਈ ਸੀ ਕਿ ਅਸੀਂ ਪਾਕਿਸਤਾਨ ਦੀ ਡਿਮਾਂਡ ਨੂੰ ਮੰਨ ਲੈਂਦੇ ਹਾਂ। ਯਾਦ ਰੱਖਿਓ, ਸੀਆਰ ਫਾਰਮੂਲੇ ਦੇ ਵਿੱਚ ਪਾਕਿਸਤਾਨ ਦੀ ਡਿਮਾਂਡ ਨੂੰ ਮੰਨ ਲਿੱਤਾ ਗਿਆ ਸੀ, ਪਰ ਇਹ ਕਿਹਾ ਗਿਆ ਸੀ ਅਸੀਂ ਮੰਨਾਂਗੇ ਤਾਂ, ਪਰ ਜੇ ਆਪਾਂ ਕਰਾਂਗੇ ਕਿ ਕੁਝ ਚੀਜ਼ਾਂ ਦੇ ਉੱਪਰ ਜੇ ਗੱਲ ਕਰਾਂਗੇ ਤਾਂ ਸਾਡੀ ਕੀ ਹੋਏਗੀ, ਸਹਿਮਤੀ ਹੋਏਗੀ। ਇਹ ਨਹੀਂ ਕਿ ਤੁਸੀਂ ਅਲੱਗ ਦੇਸ਼ ਲੈ ਲਿਆ ਤੇ ਸਾਡੇ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ। ਸੀਆਰ ਫਾਰਮੂਲੇ ਦੇ ਵਿੱਚ ਇਹ ਗੱਲ ਕਹੀ ਜਾਏਗੀ ਕਿ ਆਪਾਂ ਜਿਹੜਾ ਹੈ ਜੇ ਪਾਰਟੀਸ਼ਨ ਹੋਈ ਤਾਂ ਜੇ ਗੱਲ ਕਰਾਂਗੇ ਡਿਫੈਂਸ ਦੀ, ਤਾਂ ਗੱਲ ਕਰਾਂਗੇ ਕਮਿਊਨੀਕੇਸ਼ਨ ਦੀ, ਕਮਰਸ ਦੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੀਆਂ ਜੁਆਇੰਟ ਹੋਣਗੀਆਂ, ਅਲੱਗ ਨਹੀਂ ਹੋਣਗੀਆਂ। ਇੰਡੀਆ ਪਾਕਿਸਤਾਨ ਦਾ ਇੱਕ ਡਿਫੈਂਸ ਹੋਏਗਾ, ਇੰਡੀਆ ਪਾਕਿਸਤਾਨ ਦਾ ਇੱਕ ਕਮਰਸ ਹੋਏਗਾ, ਬਾਰਡਰ ਨਹੀਂ ਹੋਣਗੇ, ਬਾਰਡਰ ਖੁੱਲੇ ਹੋਣਗੇ। ਜਿਵੇਂ ਆਪਾਂ ਗੱਲ ਕਰਦੇ ਹਾਂ ਯੂਰੋਪੀਅਨ ਯੂਨੀਅਨ ਦੀ, ਯੂਰੋਪੀਅਨ ਯੂਨੀਅਨ ਦੇ ਵਿੱਚ ਜਿਹੜੇ ਛੋਟੇ ਛੋਟੇ ਦੇਸ਼ ਨੇ ਆਪਸ ਵਿੱਚ ਹੈਗੇ ਯੂਨੀਅਨ ਦਾ ਪਾਰਟ ਨੇ, ਅਲੱਗ ਦੇਸ਼ ਨੇ, ਪਰ ਉਹਨਾਂ ਦਾ ਡਿਫੈਂਸ ਵੀ ਇਕੱਠਾ ਹੁੰਦਾ ਹੈ, ਉਹਨਾਂ ਦਾ ਕਮਰਸ ਵੀ ਇਕੱਠਾ ਹੀ ਹੈ। ਸੇਮ ਚੀਜ਼ ਗੱਲ ਕਹੀ ਗਈ ਸੀ ਸੀਆਰ ਫਾਰਮੂਲੇ ਦੇ ਵਿੱਚ। ਜੇ ਗੱਲ ਕਰਾਂਗੇ ਸੀਆਰ ਫਾਰਮੂਲੇ ਦੀ ਨੈਕਸਟ, ਤਾਂ ਸੀਆਰ ਫਾਰਮੂਲੇ ਦੇ ਵਿੱਚ ਇਹ ਗੱਲ ਕਹੀ ਸੀ ਕਿ ਆਪਾਂ ਕੀ ਕਰਾਂਗੇ ਜੀ, ਪਲੈਬੀਸਾਈਡ ਕਰਾ ਕੇ ਦੇਖਦੇ ਹਾਂ, ਆਪਾਂ ਲੋਕਾਂ ਦੀ ਵੋਟਾਂ ਪਵਾ ਕੇ ਦੇਖਦੇ ਹਾਂ ਕਿ ਉਹਨਾਂ ਨੂੰ ਪਾਕਿਸਤਾਨ ਚਾਹੀਦਾ ਹੈ ਕਿ ਨਹੀਂ ਚਾਹੀਦਾ। ਇਹ ਤਾਂ ਨਹੀਂ ਕਿ ਤਾਂ ਮੁਸਲਿਮ ਲੀਗ ਹੀ ਮੰਗ ਰਹੀ ਹੈ ਤੇ ਉੱਪਰ ਨੀਚੇ ਜਿਹੜੇ ਲਿਮਾਸੀਸ ਨੇ ਉਹ ਤਾਂ ਮੰਗ ਹੀ ਨਹੀਂ ਰਹੇ ਹੁਣ ਪਲੈਬੀਸਾਈਡ, ਕਿ ਉਹ ਤਾਂ ਪਾਰਟੀਸ਼ਨ ਚਾਹੁੰਦੇ ਹੀ ਨਹੀਂ, ਉਹਨਾਂ ਤਾਂ ਚਾਹੁੰਦੇ ਹੀ ਨਹੀਂ ਪਾਕਿਸਤਾਨ, ਸਿਰਫ ਮੁਸਲਿਮ ਲੀਗ ਹੀ ਮੰਨ ਰਹੀ ਹੈ। ਤਾਂ ਕਹਿਣਗੇ ਕਿ ਮੁਸਲਿਮ ਮੈਜੋਰਿਟੀ ਏਰੀਆ ਦੇ ਵਿੱਚ ਅਸੀਂ ਕੀ ਕਰਾਂਗੇ, ਵੋਟਿੰਗ ਕਰਵਾ ਕੇ ਦੇਖ ਲੈਂਦੇ ਹਾਂ, ਜੇ ਉਹਦੇ ਹੱਕ 'ਚ ਹੋਏ ਪਾਰਟੀਸ਼ਨ ਦੇ ਤਾਂ ਅਸੀਂ ਕਰ ਦਾਂਗੇ, ਨਹੀਂ ਤਾਂ ਰਹਿਣ ਦਾਂਗੇ। ਜੇ ਪਾਕਿਸਤਾਨ ਸਾਡਾ ਬਣ ਗਿਆ, ਪਾਰਟੀਸ਼ਨ ਹੋ ਗਈ, ਤਾਂ ਆਪਾਂ ਜਿਹੜੇ ਕੁਝ ਚੀਜ਼ਾਂ ਨੇ ਕਾਮਨ ਰੱਖਾਂਗੇ। ਇਹ ਸਾਰੀ ਚੀਜ਼ਾਂ ਕਿਹਦੇ ਵਿੱਚ ਗੱਲ ਕੀਤੀ ਗਈ ਹੈ, ਸੀਆਰ ਫਾਰਮੂਲੇ ਦੇ ਵਿੱਚ ਇਹ ਗੱਲ ਕੀਤੀ ਜਾਏਗੀ। ਯਾਦ ਰੱਖਣੀ ਇੰਪੋਰਟੈਂਟ ਹੈ ਆਪਣੇ ਲਈ। ਨੈਕਸਟ ਗੱਲ ਕਰਦੇ ਹਾਂ ਜੀ, ਹੁਣ ਸੀਆਰ ਫਾਰਮੂਲੇ ਤੋਂ ਬਾਅਦ ਜੇ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜੇ ਆਪਾਂ ਦੇਖਾਂਗੇ ਕਿ ਬ੍ਰਿਟਿਸ਼ਰਸ ਇੱਕ ਪਾਸੇ, ਮੁਸਲਿਮ ਲੀਗ ਇੱਕ ਪਾਸੇ ਤੇ ਕਾਂਗਰਸ ਇੱਕ ਪਾਸੇ, ਇਹ ਤਿੰਨ ਜੇ ਪਾਰਟੀਆਂ ਨੇ, ਇੱਕ ਪਾਸੇ ਬ੍ਰਿਟਿਸ਼ਰ ਹੋ ਗਏ, ਇੱਕ ਪਾਸੇ ਕਾਂਗਰਸ ਹੋ ਗਈ, ਇੱਕ ਪਾਸੇ ਮੁਸਲਿਮ ਲੀਗ, ਇਹਨਾਂ ਦੇ ਵਿੱਚ ਹੀ ਸਾਰੀ ਸਟਰਗਲ ਚੱਲਦੀ ਦੇਖਣ ਨੂੰ ਮਿਲਣੀ। ਹੁਣ ਆਪਾਂ ਨੂੰ ਕਾਂਗਰਸ ਚਾਹੁੰਦੀ ਹੈ ਕਿ ਸਾਰੀ ਦੀ ਸਾਰੀ ਪਾਵਰ, ਕਿਉਂਕਿ ਅੰਗਰੇਜ਼ਾਂ ਨੇ ਤਾਂ ਹੁਣ ਪਾਵਰ ਦੇਣੀ ਹੀ ਹੈ, ਅੰਗਰੇਜ਼ਾਂ ਕੋਲ ਪਾਵਰ ਬਚੀ ਨਹੀਂ। ਉਹਨਾਂ ਨੂੰ ਕੁਇਟ ਇੰਡੀਆ ਮੂਵਮੈਂਟ ਤੋਂ ਬਾਅਦ ਦਿਖ ਰਿਹਾ ਕਿ ਇੱਥੇ ਹੁਣ ਰਾਜ ਕਰਨਾ ਜ਼ਿਆਦਾ ਦੇਰ ਦੀ ਗੱਲ ਨਹੀਂ। ਉੱਪਰੋਂ ਦੀ ਉਹਨਾਂ ਨੇ ਜਦੋਂ US ਤੋਂ, ਅਮਰੀਕਾ ਤੋਂ ਸੈਕੰਡ ਵਰਲਡ ਵਾਰ ਦੇ ਵਿੱਚ ਹੈਲਪ ਮੰਗੀ ਸੀ, ਤਾਂ ਅਮਰੀਕਾ ਨੇ ਇੱਕ ਚੀਜ਼ ਕਹੀ ਸੀ ਕਿ ਜਲਦੀ ਤੋਂ ਜਲਦੀ ਆਪਣੇ ਜਿੰਨੀ ਕਲੋਨੀਜ਼ ਨੇ ਇਹਨਾਂ ਨੂੰ ਖਤਮ ਕੀਤਾ ਜਾਏ। ਤਾਂ ਆਪਾਂ ਇਹ ਚੀਜ਼ ਦੇਖਾਂਗੇ ਕਿ ਅੰਗਰੇਜ਼ ਜਿਹੜੇ ਨੇ ਉਹ ਤਾਂ ਇੰਡੀਆ ਨੂੰ ਛੱਡ ਕੇ ਹੁਣ ਜਾਣਗੇ ਹੀ, ਪਾਵਰ ਜਿਹੜੀ ਹੈ ਇੰਡੀਅਨਸ ਨੂੰ ਦੇ ਕੇ ਹੀ ਜਾਣੀ ਹੈ। ਪਰ ਮਸਲਾ ਕਿੱਥੇ ਬਣਦਾ ਕਿ ਉਹ ਦੇ ਕੇ ਕਿਹਨੂੰ ਜਾਣ, ਕਾਂਗਰਸ ਨੂੰ ਦੇ ਕੇ ਜਾਣ, ਮੁਸਲਿਮ ਲੀਗ ਨੂੰ ਦੇ ਕੇ ਜਾਣ। ਕੁਐਸਚਨ ਇੱਥੇ ਰਾਈਜ਼ ਹੋ ਰਿਹਾ ਆਪਣਾ। ਤਾਂ ਆਪਾਂ ਇੱਥੇ ਦੇਖਾਂਗੇ ਕਿ ਇਸ ਕੁਐਸਚਨ ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਆਏਗਾ ਵੇਵਲ ਪਲਾਨ। ਹੁਣ ਵੇਵਲ ਪਲਾਨ ਦੇ ਉੱਪਰ ਆਏਗਾ ਕੁਐਸਚਨ ਕਿ ਵੇਵਲ ਪਲਾਨ ਕਿਹੜੇ ਸਾਲ ਚ ਆਇਆ ਸੀ, ਕੀ ਇਹ ਕ੍ਰਿਪਸ ਮਿਸ਼ਨ ਤੋਂ ਪਹਿਲਾਂ ਆਇਆ ਸੀ, ਅਗਸਤ ਆਫਰ ਤੋਂ ਪਹਿਲਾਂ ਆਇਆ ਸੀ? ਤਾਂ ਯਾਦ ਰੱਖਿਓ ਅਗਸਤ ਆਫਰ ਸਭ ਤੋਂ ਪਹਿਲਾਂ ਆਇਆ ਸੀ। ਉਸ ਤੋਂ ਬਾਅਦ ਇੰਡੀਵਿਜੂਅਲ ਸੱਤਿਆਗ੍ਰਹਿ ਆਏਗਾ, ਇੰਡੀਵਿਜੂਅਲ ਸੱਤਿਆਗ੍ਰਹਿ ਤੋਂ ਬਾਅਦ ਕ੍ਰਿਪਸ ਮਿਸ਼ਨ ਆਏਗਾ ਤੇ ਕ੍ਰਿਪਸ ਮਿਸ਼ਨ ਤੋਂ ਬਾਅਦ ਕੁਇਟ ਇੰਡੀਆ ਮੂਵਮੈਂਟ ਹੋਏਗੀ। ਕੁਇਟ ਇੰਡੀਆ ਮੂਵਮੈਂਟ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਆਪਣਾ ਸੀਆਰ ਫਾਰਮੂਲਾ। ਉਸ ਤੋਂ ਬਾਅਦ ਦੀ ਗੱਲ ਕਰਾਂਗੇ ਤਾਂ ਵੇਵਲ ਪਲਾਨ। ਤਾਂ ਕ੍ਰੋਨੋਲੋਜੀ ਯਾਦ ਰੱਖ ਲਿਓ, ਕ੍ਰੋਨੋਲੋਜੀ ਦੇ ਉੱਪਰ ਕੁਐਸਚਨ ਪੰਜਾਬ 'ਚ ਬਹੁਤ ਜ਼ਿਆਦਾ ਪੈ ਰਹੇ ਨੇ। ਗੱਲ ਕਰਦੇ ਹਾਂ ਜੀ, ਵਾਇਸਰਾਏ ਨੇ ਆਪਣੇ ਲਾਰਡ ਵੇਵਲ, ਤਾਂ ਇਹਨਾਂ ਕੋਲ ਪਲਾਨ ਹੋਏਗਾ ਕਿ ਆਪਾਂ ਸੋਲਵ ਕਰਨਾ ਹੈ ਸੈਪਰੇਟ ਸਟੇਟ ਜਿਹੜੀ ਪਾਕਿਸਤਾਨ ਮੰਗੀ ਜਾ ਰਹੀ ਹੈ, ਇਹਨੂੰ ਕਿਵੇਂ ਸੈੱਟ ਕਰੀਏ। ਤਾਂ ਦੇਖੋ ਜੀ, ਜੇ ਗੱਲ ਕਰਾਂਗੇ ਇਹਨਾਂ ਦੇ ਪਲਾਨ ਦੀ, ਤਾਂ ਇਹਨਾਂ ਕੋਲ ਪਲਾਨ ਕੀ ਸੀ? ਤਾਂ ਇਹ ਕਹਿਣਗੇ ਕਿ ਜਿਹੜਾ ਐਗਜ਼ੀਕਿਊਟਿਵ ਕਾਉਂਸਿਲ ਹੈ ਵਾਇਸਰਾਏ ਦੀ, ਐਗਜ਼ੀਕਿਊਟਿਵ ਕਾਉਂਸਿਲ ਜਿਹੜੀ ਹੈ ਵਾਇਸਰਾਏ ਦੀ, ਉਹ ਸਾਰੀ ਇੰਡੀਅਨਸ ਕਰ ਦਿੰਦੇ ਆ। ਵੇਵਲ ਆਪਣਾ ਪਲਾਨ ਲੈ ਕੇ ਆਏ ਤਾਂ ਕਹਿੰਦੇ ਕਿ ਐਗਜ਼ੀਕਿਊਟਿਵ ਕਾਉਂਸਿਲ, ਉਹੀ ਐਗਜ਼ੀਕਿਊਟਿਵ ਕਾਉਂਸਿਲ ਜਿਹੜੀ ਆਪਾਂ ਸਟਾਰਟਿੰਗ ਤੋਂ ਦੇਖਦੇ ਹਾਂ 3 ਮੈਂਬਰ 4 ਮੈਂਬਰ ਹੋ ਰਹੇ ਸੀ, ਕਹਿੰਦੇ ਇਹਦੇ ਸਾਰੇ ਦੇ ਸਾਰੇ ਇੰਡੀਅਨਸ ਹੀ ਕਰ ਦਿੰਦੇ ਆ। ਉਸ ਤੋਂ ਇਲਾਵਾ ਕਹਿਣਗੇ ਇੰਡੀਅਨਸ ਤੋਂ ਇਲਾਵਾ ਜਿਹੜਾ ਵਾਇਸਰਾਏ ਹੋਏਗਾ ਉਹ ਅੰਗਰੇਜ਼ ਹੋਏਗਾ ਤੇ ਜਿਹੜਾ ਕਮਾਂਡਰ ਇਨ ਚੀਫ ਹੈ ਉਹ ਅੰਗਰੇਜ਼ ਹੈ, ਉਹ ਸਾਨੂੰ ਬਣਾ ਦਿਓ। ਮਤਲਬ ਕਿ ਹੈਡ ਹੈ ਜਿਹੜਾ ਵਾਇਸਰਾਏ, ਮੇਨ ਪਾਵਰ ਤਾਂ ਸਾਰੀ ਵਾਇਸਰਾਏ ਦੇ ਕੋਲ ਹੈ, ਪਰ ਵਾਇਸਰਾਏ ਦੀ ਜਿਹੜੀ ਐਗਜ਼ੀਕਿਊਟਿਵ ਕਾਉਂਸਿਲ ਉਹਦੇ ਸਾਰੇ ਭਾਰਤੀ ਬੈਠੇ ਨੇ, ਤੇ ਉਸ ਤੋਂ ਇਲਾਵਾ ਜਿਹੜਾ ਆਰਮੀ ਦਾ ਹੈਡ ਹੋਏਗਾ ਕਮਾਂਡਰ ਇਨ ਚੀਫ ਉਹ ਅੰਗਰੇਜ਼ ਹੋਏਗਾ। ਤਾਂ ਇਹ ਪਲਾਨ ਕਿਹਨਾਂ ਦਾ? ਇਹ ਪਲਾਨ ਹੈ ਵੇਵਲ ਦਾ। ਇਸ ਤੋਂ ਬਾਅਦ ਵੇਵਲ ਕਹਿਣਗੇ ਕਿ ਜਿੰਨਾ ਵੀ ਸਾਡੀ ਸੀਟਸ ਨੇ
ਉਹਨੂੰ ਆਪਾਂ ਕੀ ਕਰਦੇ ਹਾਂ, ਦੋ ਹਿੱਸਿਆਂ 'ਚ ਵੰਡ ਦਿੰਦੇ ਹਾਂ। ਵੇਵਲ ਕਹਿਣਗੇ ਕਿ ਦੋ ਹਿੱਸਿਆਂ 'ਚ ਵੰਡ ਦੇਣਾ ਕਿ ਅੱਧੀਆਂ ਹਿੰਦੂ ਦੀਆਂ, ਅੱਧੀਆਂ ਆਪਾਂ ਕਹਾਂਗੇ ਮੁਸਲਿਮਸ ਨੂੰ ਸੀਟ ਦੇ ਦਿੰਦੇ ਹਾਂ। ਇਕੁਅਲ ਰਿਪਰੈਜ਼ੈਂਟੇਸ਼ਨ ਦੇ ਦਾਂਗੇ ਕਿ ਜਿੰਨੇ ਸੈਂਟਰ ਦੇ ਵਿੱਚ ਹਿੰਦੂ ਬੈਠੇ ਹੋਣਗੇ ਉਨੇ ਹੀ ਮੁਸਲਿਮਸ ਬੈਠਣਗੇ। ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਵੇਵਲ ਕਹਿਣਗੇ ਕਿ ਜਿਹੜਾ ਫੋਰਨ ਪੋਰਟਫੋਲੀਓ ਹੈ, ਜਿਹੜਾ ਫੋਰਨ ਪੋਰਟਫੋਲੀਓ ਹੈ ਉਹ ਇੱਕ ਇੰਡੀਅਨ ਮੈਂਬਰ ਨੂੰ ਦਿੱਤਾ ਜਾਏਗਾ। ਫੋਰਨ ਪੋਰਟਫੋਲੀਓ ਦਾ ਮਤਲਬ ਕਿ ਬਾਕੀ ਦੇਸ਼ਾਂ ਦੇ ਨਾਲ ਤੁਹਾਡੇ ਕਿਵੇਂ ਦੇ ਸੰਬੰਧ ਹੋਣਗੇ, ਸਾਡੇ ਬਾਕੀ ਦੇਸ਼ਾਂ ਨਾਲ ਕਿਵੇਂ ਦੇ ਸੰਬੰਧ ਹੋਣਗੇ, ਉਹ ਤਾਂ ਬਾਅਦ ਦੀ ਗੱਲ ਹੈ ਨਾ। ਪਹਿਲਾਂ ਤਾਂ ਸਾਡੇ ਕੋਲ ਪਾਵਰ ਤਾਂ ਦੋ, ਵਾਇਸਰॉय ਤਾਂ ਤੁਹਾਡਾ ਆਪ ਦਾ ਬੈਠਾ ਹੋਇਆ, ਕਮਾਂਡਰ ਇਨ ਚੀਫ ਤਾਂ ਅੰਗਰੇਜ਼ੀ ਬੈਠਾ ਜਿਵੇਂ। ਇਸ ਤੋਂ ਇਲਾਵਾ ਬ੍ਰਿਟਿਸ਼ਰ ਕਹਿ ਰਹੇ ਨੇ ਕਿ ਡਿਫੈਂਸ ਦੀ ਜੇ ਗੱਲ ਕਰਾਂਗੇ ਤਾਂ ਡਿਫੈਂਸ ਜਿਹੜਾ ਅਜੇ ਵੀ ਅੰਗਰੇਜ਼ਾਂ ਦੇ ਕੋਲ ਹੀ ਰਹੇਗਾ। ਤੇ ਮਤਲਬ ਕਿ ਜੇ ਡਿਫੈਂਸ ਵੀ ਅੰਗਰੇਜ਼ਾਂ ਦੇ ਕੋਲ ਹੀ ਰਹੇਗਾ ਤਾਂ ਇੰਡੀਅਨਸ ਕੋਲ ਆਇਆ ਕੀ, ਤਾਂ ਵੇਵਲ ਪਲਾਨ ਤਾਂ ਕੋਈ ਵੀ ਐਕਸੈਪਟ ਕਰਨ ਵਾਲਾ ਹੀ ਨਹੀਂ ਸੀ। ਨਾ ਮੁਸਲਿਮ ਲੀਗ ਕਹੇਗੀ, ਮੁਸਲਿਮ ਲੀਗ ਤਾਂ ਕਹਿ ਰਹੀ ਹੈ ਕਿ ਸਾਨੂੰ ਇੱਕ ਅਲੱਗ ਦੇਸ਼ ਹੀ ਦੇ ਦਿਓ ਜੀ। ਕਾਂਗਰਸ ਕਹੇਗੀ ਕਿ ਸਾਨੂੰ ਤਾਂ ਪਾਵਰ ਚਾਹੀਦੀ ਹੈ, ਤੁਸੀਂ ਫੇਰ ਵਾਇਸਰॉय ਆਪ ਦਾ ਰੱਖ ਲਿਆ, ਕਮਾਂਡਰ ਇਨ ਚੀਫ ਫੇਰ ਆਪ ਦਾ ਰੱਖ ਲਿਆ ਤੁਸੀਂ। ਤਾਂ ਆਪਾਂ ਇੱਥੇ ਦੇਖਾਂਗੇ ਕਿ ਵੇਵਲ ਪਲਾਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਫੇਲ ਹੁੰਦਾ ਦਿਖੇਗਾ। ਤਾਂ ਵੇਵਲ ਪਲਾਨ ਦੀ ਜੇ ਗੱਲ ਕਰਾਂਗੇ ਤਾਂ ਆਪਾਂ ਦੇਖਦੇ ਹਾਂ ਕਿ ਲਾਰਡ ਵੇਵਲ ਜਿਹੜੇ ਨੂੰ ਕਹਿਣਗੇ ਕਿ ਚਲੋ ਇਲੈਕਸ਼ਨ ਕਰਾਣੇ ਆ। ਅਜੇ ਨਹੀਂ ਪਤਾ ਲੱਗ ਰਿਹਾ ਕਿ ਕਿਹਨੂੰ ਪਾਰਟੀ ਨੂੰ ਦਈਏ ਸਾਰੀ ਪਾਵਰ, ਕਾਂਗਰਸ ਨੂੰ ਦਈਏ, ਮੁਸਲਿਮ ਲੀਗ ਨੂੰ ਦਈਏ। ਕਹਿੰਦੇ ਕਿ ਆਪਾਂ ਇਲੈਕਸ਼ਨ ਕਰਵਾ ਦੇਣਾ, ਇਲੈਕਸ਼ਨ ਸੈਂਟਰ 'ਚ ਵੀ ਕਰਾ ਦੇਣੇ, ਪ੍ਰੋਵਿੰਸਿਸ 'ਚ ਵੀ ਕਰਵਾ ਦੇਣੇ। ਤਾਂ ਵੇਵਲ ਜਿਹੜੇ ਨੇ 1945 ਦੇ ਵਿੱਚ ਕਹਿਣਗੇ ਕਿ ਇਲੈਕਸ਼ਨ ਹੋਣਗੇ ਜੀ, ਸੈਂਟਰ 'ਚ ਹੋਣਗੇ, ਪ੍ਰੋਵਿੰਸਿਸ 'ਚ ਵੀ ਹੋਣਗੇ। ਅਗੇਨ ਫਿਰ ਮੁਸਲਿਮ ਲੀਗ ਨੂੰ ਧੱਕਾ ਆਪਾਂ ਕਹਿ ਸਕਦੇ ਹੋਏਗਾ। ਕਾਂਗਰਸ ਜਿਹੜੀ ਹੈ ਫਿਰ ਤੋਂ ਲਾਰਜੈਸਟ ਪਾਰਟੀ ਬਣ ਕੇ ਉਭਰੇਗੀ, ਸਭ ਤੋਂ ਜ਼ਿਆਦਾ ਸੀਟਸ ਜਿਹੜੀਆਂ ਸੈਂਟਰ ਦੇ ਵਿੱਚ ਫਿਰ ਕਾਂਗਰਸ ਜਿੱਤ ਗਈ। ਮੁਸਲਿਮ ਲੀਗ ਨੂੰ ਫਿਰ ਇੱਕ ਗੱਲ ਕਲੀਅਰ ਹੋਗੀ ਕਿ ਜਦ ਤੱਕ ਕਾਂਗਰਸ ਹੈ ਸਾਨੂੰ ਤਾਂ ਪਾਰਟੀ ਕੋਈ ਵੀ ਅੱਗੇ ਆਣ ਹੀ ਨਹੀਂ ਦੇਗੀ, ਸਾਡੇ ਕੋਲ ਤਾਂ ਪਾਵਰ ਆਣੀ ਨਹੀਂ, ਸਾਨੂੰ ਤਾਂ ਕੀ ਚਾਹੀਦਾ, ਸਾਨੂੰ ਤਾਂ ਜੀ ਅਲੱਗ ਦੇਸ਼ ਹੀ ਦੇ ਦਿਓ। ਤਾਂ ਆਪਾਂ ਇੱਥੇ ਦੇਖਾਂਗੇ ਕਾਂਗਰਸ ਜਿਹੜੀ ਹੈ ਅਮਰਜਿੰਗ ਪਾਵਰ ਆ ਗਈ, ਸਭ ਤੋਂ ਜ਼ਿਆਦਾ ਲਾਰਜੈਸਟ ਪਾਰਟੀ ਬਣ ਗਈ। ਪਰ ਮੁਸਲਿਮ ਲੀਗ ਦੀ ਗੱਲ ਕਰਾਂਗੇ ਤਾਂ ਮੁਸਲਿਮ ਲੀਗ ਜਿੰਨੇ ਵੀ ਮੁਸਲਿਮ ਸੀਟ ਸੀਗੀਆਂ ਉਹ ਜਿੱਤ ਗਈ, ਪਰ ਉਸ ਤੋਂ ਇਲਾਵਾ ਹੋਰ ਕੋਈ ਸੀਟ ਨਹੀਂ ਜਿੱਤੀ ਮੁਸਲਿਮ ਲੀਗ। ਮੁਸਲਿਮ ਲੀਗ ਜਿੰਨੇ ਮੁਸਲਿਮ ਸੀਟ ਸੀਗੀਆਂ ਉਹ ਜਿੱਤ ਜਾਏਗੀ 1945 ਦੇ ਇਲੈਕਸ਼ਨ ਦੇ ਵਿੱਚ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਜੀ, ਦੇਖੋ ਹੁਣ ਆਪਣਾ ਟਾਈਮ ਚੱਲ ਰਿਹਾ 1946 ਦਾ। 1946 ਦਾ ਟਾਈਮ ਹੈ, ਅਜੇ ਵੀ ਕੁਝ ਪਤਾ ਨਹੀਂ ਚੱਲ ਰਿਹਾ ਕਿ ਕਿੱਧਰ ਨੂੰ ਅੰਗਰੇਜ਼ ਜਿਹੜੇ ਨੇ ਪਾਵਰ ਦੇ ਕੇ ਜਾਣਗੇ, ਕਿਹਨੂੰ ਪਾਵਰ ਦੇ ਕੇ ਜਾਣਗੇ, ਕੁਝ ਪਤਾ ਨਹੀਂ ਚੱਲ ਰਿਹਾ। ਤਾਂ ਇੱਥੇ ਆਪਾਂ ਦੇਖਾਂਗੇ ਕਿ ਬ੍ਰਿਟੇਨ ਦੇ ਵਿੱਚ ਸ਼ੁਰੂ ਕੀ ਹੋਏਗਾ, ਇੰਡੀਆ ਨੂੰ ਪਾਵਰ ਦੇਣ ਲਈ ਇੱਕ ਹੋਰ ਮਿਸ਼ਨ ਭੇਜਿਆ ਜਾਏਗਾ ਜਿਹਨੂੰ ਆਪਾਂ ਕਹਿੰਦੇ ਹਾਂ ਕੈਬਨਿਟ ਮਿਸ਼ਨ। ਕਿਉਂਕਿ ਅੰਗਰੇਜ਼ਾਂ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਜਲਦੀ ਤੋਂ ਜਲਦੀ ਇੰਡੀਆ ਦਾ ਚੈਪਟਰ ਕਲੋਜ਼ ਕਰਨਾ ਹੈ। ਕਿਉਂਕਿ ਆਪਾਂ ਕਹਿ ਸਕਦੇ ਹਾਂ ਕਿ ਅੰਗਰੇਜ਼ਾਂ ਦਾ ਵੀ ਯੂਕੇ, ਬ੍ਰਿਟੇਨ ਦੇ ਵਿੱਚ, ਲੰਡਨ ਦੇ ਵਿੱਚ ਕਾਫੀ ਜ਼ਿਆਦਾ ਸੈਕੰਡ ਵਰਲਡ ਵਾਰ ਤੋਂ ਬਾਅਦ ਨੁਕਸਾਨ ਹੋ ਚੁੱਕਿਆ ਹੈ। ਤਾਂ ਉਹ ਚਾਹੁੰਦੇ ਨੇ ਕਿ ਜਲਦੀ ਤੋਂ ਜਲਦੀ ਇੰਡੀਆ ਵਾਲਾ ਚੈਪਟਰ ਖਤਮ ਕੀਤਾ ਜਾਏ ਤੇ ਆਪਣਾ ਦੇਸ਼ ਜਿਹੜਾ ਵਾਪਸ ਜਾ ਕੇ ਉਹਨੂੰ ਤਰੱਕੀ ਦੇ ਰਾਹ ਪਾਇਆ ਜਾਏ। ਜੇ ਆਪਾਂ ਦੇਖੀਏ ਕੈਬਨਿਟ ਮਿਸ਼ਨ, ਤਾਂ ਕੈਬਨਿਟ ਮਿਸ਼ਨ ਦੇ ਮੈਂਬਰਸ ਯਾਦ ਰੱਖਣੇ ਆਪਾਂ। ਕੈਬਨਿਟ ਮਿਸ਼ਨ ਦੇ ਵਿੱਚ ਟੋਟਲ ਮੈਂਬਰ ਆਣਗੇ ਜੀ 3 ਦੇ ਵਿੱਚੋਂ ਇੱਕ ਮੈਂਬਰ ਐਵੇਂ ਦੇ ਨੇ ਜਿਹੜੇ ਪਹਿਲਾਂ ਵੀ ਆ ਚੁੱਕੇ ਨੇ। ਕੌਣ ਨੇ? ਉਹਨਾਂ ਦਾ ਨਾਮ ਹੈ ਸਟੈਫਰਡ ਕ੍ਰਿਪਸ। ਇਹ ਉਹੀ ਨੇ ਜਿਹੜੇ ਕ੍ਰਿਪਸ ਮਿਸ਼ਨ ਲੈ ਕੇ ਆਣਗੇ। ਠੀਕ ਹੈ ਜੀ, ਸਟੈਫਰਡ ਕ੍ਰਿਪਸ ਜਿਹੜੇ ਨੇ ਕ੍ਰਿਪਸ ਮਿਸ਼ਨ ਚ ਆਏ ਸੀ, ਤੇ ਕ੍ਰਿਪਸ ਮਿਸ਼ਨ ਵਾਲੇ ਸਟੈਫਰਡ ਕ੍ਰਿਪਸ ਆਏ ਦੂਜੀ ਵਾਰ। ਉਸ ਤੋਂ ਇਲਾਵਾ ਨਾਮ ਯਾਦ ਰੱਖਣਾ ਜੀ ਆਪਾਂ AV ਅਲੈਗਜ਼ੈਂਡਰ, ਤੇ ਉਸ ਤੋਂ ਬਾਅਦ ਆਪਾਂ ਨਾਮ ਯਾਦ ਰੱਖਣਾ ਪੈਟਰਿਕ ਲਾਰੈਂਸ। 3 ਜਣੇ ਆਣਗੇ ਕੈਬਨਿਟ ਮਿਸ਼ਨ, ਤਾਂ ਕਿ ਪਤਾ ਲੱਗੇ ਕਿ ਇੰਡੀਅਨਸ ਨੂੰ ਪਾਵਰ ਦੇਣੀ ਕਿਵੇਂ ਹੈ। ਤਾਂ ਹੁਣ ਇੱਥੇ ਆਪਾਂ ਨੂੰ ਇੰਪੋਰਟੈਂਟ ਕੀ ਹੈ ਕਿ ਕੈਬਨਿਟ ਮਿਸ਼ਨ ਕੀ ਪ੍ਰਪੋਜ਼ਲ ਲੈ ਕੇ ਆ ਰਿਹਾ, ਉਹ ਕੀ ਕਹਿ ਰਿਹਾ ਕਿ ਇੰਡੀਆ ਅਸੀਂ ਕਿਵੇਂ ਦਾ ਛੱਡ ਕੇ ਜਾਵਾਂਗੇ। ਤਾਂ ਗੱਲ ਕਰਦੇ ਜੀ ਕੈਬਨਿਟ ਮਿਸ਼ਨ ਦੀ। ਤਾਂ ਕੈਬਨਿਟ ਮਿਸ਼ਨ ਕਹਿ ਰਿਹਾ ਕਿ ਸਭ ਤੋਂ ਪਹਿਲਾਂ ਤਾਂ ਜੀ ਗੱਲ ਕਰੀਏ ਅਸੀਂ ਇੱਕ ਇੰਡੀਆ ਦਾ ਯੂਨੀਅਨ ਬਣਾਵਾਂਗੇ। ਜਦੋਂ ਉਹਨਾਂ ਨੇ ਗੱਲ ਕਰਤੀ ਕਿ ਇੰਡੀਆ ਨੂੰ ਅਸੀਂ ਕੀ ਬਣਾ ਰਹੇ ਹਾਂ, ਇੱਕ ਯੂਨੀਅਨ ਬਣਾ ਰਹੇ ਹਾਂ, ਤਾਂ ਮਤਲਬ ਕਿ ਉਹਨਾਂ ਨੇ ਡਾਇਰੈਕਟਲੀ ਕਹਿਤਾ ਸੀ ਕੋਈ ਪਾਕਿਸਤਾਨ ਨਹੀਂ ਮਿਲ ਰਿਹਾ, ਕੋਈ ਪਾਕਿਸਤਾਨ ਨਹੀਂ ਮਿਲਣਾ। ਜੇ ਕੁਐਸਚਨ ਤੁਹਾਨੂੰ ਆ ਜਾਏਗੀ ਕੈਬਨਿਟ ਮਿਸ਼ਨ ਨੇ ਪਾਕਿਸਤਾਨ ਦੀ ਡਿਮਾਂਡ ਮੰਨੀ ਸੀ ਤਾਂ ਨਹੀਂ ਮੰਨੀ, ਕਲੀਅਰ। ਉਹਨਾਂ ਨੇ ਕਿਹਾ ਕਿ ਅਸੀਂ ਇੰਡੀਆ ਇੱਕ ਯੂਨੀਅਨ ਬਣਾ ਕੇ ਜਾਵਾਂਗੇ ਜਿਹਦੇ ਵਿੱਚ ਜ਼ਿਆਦਾ ਤਾਕਤ ਕਿਹਨੂੰ ਮਿਲੇਗੀ, ਜਿਹਦੇ ਵਿੱਚ ਜ਼ਿਆਦਾ ਤਾਕਤ ਪ੍ਰੋਵਿੰਸਿਸ ਨੂੰ ਮਿਲੇਗੀ, ਸਟੇਟਸ ਨੂੰ ਮਿਲਣੀ ਹੈ। ਤੇ ਸਟੇਟਸ ਨੂੰ ਕੀ ਮਿਲੇਗੀ? ਫੁੱਲ ਆਟੋਨੋਮੀ ਮਿਲੇਗੀ, ਤੇ ਸਟੇਟਸ ਨੂੰ ਜ਼ਿਆਦਾ ਪਾਵਰਸ ਮਿਲਣਗੀਆਂ, ਰੈਜ਼ੀਡੂਅਰੀ ਪਾਵਰਸ ਵੀ ਸਟੇਟਸ ਨੂੰ ਮਿਲਣਗੀਆਂ, ਪ੍ਰੋਵਿੰਸਿਸ ਨੂੰ ਹੀ ਮਿਲਣਗੀਆਂ। ਹੁਣ ਇਹ ਜਿਹੜਾ ਯੂਨੀਅਨ ਹੈ, ਯੂਨੀਅਨ ਦੇ ਵਿੱਚ ਪ੍ਰੋਵਿੰਸੀ ਸਟੇਟਸ ਵੀ ਨੇ, ਜਿਹੜੀਆਂ ਅੰਗਰੇਜ਼ਾਂ ਦੇ ਕੋਲ ਜਗ੍ਹਾ ਉਹ ਵੀ ਹੈ। ਇਹ ਮੈਪ ਦੇ ਨਾਲ ਕਲੀਅਰ ਕਰਦਾ ਜੀ। ਦੇਖੋ ਕੁਝ ਐਵੇਂ ਦੀ ਗੱਲ ਕਰਕੇ ਗਏ ਨੇ ਕੈਬਨਿਟ ਮਿਸ਼ਨ ਵਾਲੇ। ਉਹ ਕਹਿਣਗੇ ਕਿ ਇੰਡੀਆ ਇੱਕ ਅਸੀਂ ਕੀ ਕਰਾਂਗੇ, ਅਲੱਗ-ਅਲੱਗ ਗਰੁੱਪਸ ਦੇ ਵਿੱਚ ਡਿਵਾਈਡ ਕਰ ਦਾਂਗੇ। ਇੰਡੀਆ ਨੂੰ ਅਲੱਗ-ਅਲੱਗ ਗਰੁੱਪਸ ਦੇ ਵਿੱਚ ਕੀ ਕਰ ਦਾਂਗੇ, ਡਿਵਾਈਡ ਕਰ ਦਾਂਗੇ। ਗਰੁੱਪ A ਹੋਏਗਾ, ਇੱਕ ਗਰੁੱਪ B, ਗਰੁੱਪ C, ਗਰੁੱਪ D। ਠੀਕ ਹੈ ਜੀ। ਗਰੁੱਪ D ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਪ੍ਰਿੰਸਲੀ ਸਟੇਟਸ ਆ ਗਈਆਂ। ਹੁਣ ਇਹ ਗਰੁੱਪ ਦੇ ਵਿੱਚ ਇੰਡੀਆ ਨੂੰ ਵੰਡਣ ਨਾਲ ਹੋਏਗਾ ਕੀ? ਸਭ ਤੋਂ ਪਹਿਲੀ ਗੱਲ ਪਾਕਿਸਤਾਨ ਨਹੀਂ ਬਣ ਕੇ ਆ ਰਿਹਾ। ਜੇ ਗੱਲ ਕਰੀਏ ਕੈਬਨਿਟ ਮਿਸ਼ਨ ਦੀ, ਤਾਂ ਇਹ ਕਹਿਣਗੇ ਕਿ ਇੱਕ ਪ੍ਰੋਵਿੰਸ ਬਣਾਤੀ, ਇਹ ਪ੍ਰੋਵਿੰਸ ਜਿਹੜੀ ਆਪਣਾ ਅਲੱਗ ਤੋਂ ਕੀ ਬਣਾਏਗੀ, ਕਨਸਟੀਟਿਊਸ਼ਨ ਬਣਾਏਗੀ। ਇਹ ਪ੍ਰੋਵਿੰਸ ਐਵੇਂ ਇੱਕ ਪ੍ਰੋਵਿੰਸ ਹੈ, ਐਵੇਂ ਦੂਜੀ ਪ੍ਰੋਵਿੰਸ ਹੈ, ਇਹ ਵੀ ਆਪਣਾ ਕਨਸਟੀਟਿਊਸ਼ਨ ਆਪ ਬਣਾਏਗੀ, ਤੀਜੀ ਪ੍ਰੋਵਿੰਸ ਹੈ, ਇਹ ਵੀ ਆਪਣਾ ਕਨਸਟੀਟਿਊਸ਼ਨ ਆਪ ਬਣਾਏਗੀ।
ਇਹਨਾਂ 2-3 ਪ੍ਰੋਵਿੰਸਿਸ ਨੂੰ ਮਿਲ ਕੇ ਇੱਕ ਕੀ ਬਣੇਗਾ, ਇੱਕ ਬਣਾਇਆ ਜਾਏਗਾ ਗਰੁੱਪ। ਇਹ ਗਰੁੱਪ ਜਿਹੜਾ ਹੈ ਇਸ ਦਾ ਕਨਸਟੀਟਿਊਸ਼ਨ ਵੀ ਜੇ ਗੱਲ ਕਰਾਂਗੇ ਤਾਂ ਇਹ ਜਿੰਨੀਆਂ ਪ੍ਰੋਵਿੰਸਿਸ ਨੇ ਇਹ ਮਿਲ ਕੇ ਆਪਸ ਦੇ ਵਿੱਚ ਕੋਈ ਸਲਾਹ ਮਸ਼ਵਰਾ ਕਰਕੇ ਇੱਕ ਗਰੁੱਪ ਦਾ ਕਨਸਟੀਟਿਊਸ਼ਨ ਬਣਾਉਣਗੇ। ਤਾਂ ਐਵੇਂ ਹੀ ਇੰਡੀਆ ਦੇ ਕਿੰਨੇ ਗਰੁੱਪ ਬਣਾਏ ਜਾਣਗੇ, 3 ਗਰੁੱਪ 4 ਗਰੁੱਪ ਬਣਾ ਦਿੱਤੇ ਜਾਣਗੇ। ਤਾਂ ਇਹ 4 ਗਰੁੱਪ, ਜਿਵੇਂ ਆ ਇੱਕ ਗਰੁੱਪ ਬਣ ਗਿਆ, ਐਵੇਂ ਇੱਕ ਹੋਰ ਗਰੁੱਪ ਬਣ ਗਿਆ, ਇੱਕ ਹੋਰ ਗਰੁੱਪ ਬਣ ਗਿਆ, ਇੱਕ ਹੋਰ ਗਰੁੱਪ ਬਣ ਗਿਆ। ਆ 4 ਗਰੁੱਪ ਜਿਹੜੇ ਨੇ ਇਹ ਮਿਲ ਕੇ ਇੰਡੀਆ ਬਣਾ ਰਹੇ ਨੇ। ਤਾਂ ਇਹ ਜਿਹੜੇ ਗਰੁੱਪ ਨੇ ਪਹਿਲਾਂ ਆਪਣਾ ਕਨਸਟੀਟਿਊਸ਼ਨ ਸਟੇਟ ਦਾ ਬਣਾਏਗੀ ਪ੍ਰੋਵਿੰਸ, ਫਿਰ ਉਹ ਗਰੁੱਪ ਦਾ ਬਣਾਏਗੀ, ਫਿਰ ਗਰੁੱਪ ਮਿਲ ਕੇ ਇੱਕ ਯੂਨੀਅਨ ਦਾ ਕਨਸਟੀਟਿਊਸ਼ਨ ਬਣਾਉਣਗੇ। ਤਾਂ ਇਹ ਸੀਗੀ, ਆਪਾਂ ਗੱਲ ਕਰ ਸਕਦੇ ਹਾਂ ਕਿ ਕੈਬਨਿਟ ਮਿਸ਼ਨ ਨੇ ਜੋ ਕਿਹਾ, ਜਿਹਦੇ ਵਿੱਚ ਜ਼ਿਆਦਾ ਪਾਵਰ ਜਿਹੜੀ ਹੈ ਸਟੇਟ ਨੂੰ ਦਿੱਤੀ ਜਾਏਗੀ, ਸੈਂਟਰ ਨੂੰ ਪਾਵਰ ਬਹੁਤ ਘੱਟ ਦਿੱਤੀ ਜਾ ਰਹੀ ਹੈ ਇਹਦੇ ਵਿੱਚ। ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਪ੍ਰੋਵਿੰਸਿਸ ਦੀ, ਤਾਂ ਇਹਨਾਂ ਨੇ ਕਿਹਾ ਕਿ ਇੱਕ ਪ੍ਰੋਵਿੰਸ ਜਿਹੜੀ ਹੈ, ਸਪੋਜ਼ ਕਰ ਲਓ ਕੋਈ ਇੱਕ ਸਟੇਟ ਹੈ, ਉਹ ਕਿਸੇ ਹੋਰ ਗਰੁੱਪ 'ਚ ਜਾਣਾ ਚਾਹੁੰਦੀ ਹੈ, ਤਾਂ ਕਹਿੰਦੇ ਉਹ ਵੀ ਅਲਾਉ ਹੋਏਗਾ। ਇਹ ਨਹੀਂ ਕਿ ਇੱਕ A ਗਰੁੱਪ 'ਚ ਆ ਗਈ ਤਾਂ ਉਹ ਦੂਜੇ B ਗਰੁੱਪ 'ਚ ਜਾ ਨਹੀਂ ਸਕਦੀ। ਉਹ ਕਹਿੰਦੇ ਕਿ ਅਲੱਗ ਤੋਂ ਗਰੁੱਪ ਵੀ ਬਣਾਉਣਾ, ਤੁਸੀਂ ਹੋਰ ਗਰੁੱਪ ਬਣਾਉਣਾ, ਗਰੁੱਪ D ਬਣਾਉਣਾ, ਗਰੁੱਪ C ਬਣਾਉਣਾ, E ਬਣਾਉਣਾ, F ਬਣਾਉਣਾ, G ਬਣਾਉਣਾ, ਜਿੰਨੇ ਮਰਜ਼ੀ ਗਰੁੱਪ ਬਣਾਓ, ਪਰ ਰਹੇਗਾ ਸਾਰਾ ਕਿਹਦੇ ਵਿੱਚ, ਰਹੇਗਾ ਸਾਰਾ ਯੂਨੀਅਨ ਆਫ ਇੰਡੀਆ ਦੇ ਵਿੱਚ ਹੀ। ਸਾਰਾ ਕੁਝ ਰਹੇਗਾ ਯੂਨੀਅਨ ਆਫ ਇੰਡੀਆ ਦੇ ਵਿੱਚ ਹੀ। ਤੁਸੀਂ ਅਲੱਗ ਤੋਂ ਗਰੁੱਪ ਬਣਾਉਣਾ ਹੈ, ਅਲੱਗ ਤੋਂ ਆਪਣੀ ਸਟੇਟ ਦਾ ਕਨਸਟੀਟਿਊਸ਼ਨ ਬਣਾਉਣਾ, ਬਣਾਈ ਚਲੋ, ਕਰਨਾ ਤੁਹਾਨੂੰ ਸਾਰੇ ਇੱਕ ਯੂਨੀਅਨ ਦੇ ਵਿੱਚ ਹੀ ਪੈਣਾ। ਇਸੇ ਚੀਜ਼ ਦੇ ਉੱਪਰ ਜੇ ਗੱਲ ਕਰਾਂਗੇ ਤਾਂ ਕਾਫੀ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿ ਕਾਂਗਰਸ ਤੇ ਮੁਸਲਿਮ ਲੀਗ, ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਹੋਣਾ ਕਿ ਇੱਕ ਯੂਨੀਅਨ ਦੇ ਵਿੱਚ ਰਹਿਣਾ ਸਹੀ ਗੱਲ ਹੈ, ਮਾੜੀ ਗੱਲ ਹੈ, ਕੰਪਲਸਰੀ ਹੈ, ਨਾਨ ਕੰਪਲਸਰੀ ਹੈ। ਮੁਸਲਿਮ ਲੀਗ ਇਹ ਸੋਚ ਰਹੀ ਹੈ ਕਿ ਅਸੀਂ ਜਿਹੜੇ ਵੀ ਮੁਸਲਿਮ ਦੇ ਮੈਜੋਰਟੀ ਵਾਲੀ ਪ੍ਰੋਵਿੰਸਿਸ ਹੋਣਗੀਆਂ ਉਹਨਾਂ ਨਾਲ ਮਿਲ ਕੇ ਅਸੀਂ ਆਪਣਾ ਇੱਕ ਅਲੱਗ ਗਰੁੱਪ ਬਣਾ ਦਾਂਗੇ। ਉਹ ਗਰੁੱਪ ਬਣਾਉਣ ਤੋਂ ਬਾਅਦ ਅਸੀਂ ਕਹਾਂਗੇ ਅਸੀਂ ਯੂਨੀਅਨ ਦਾ ਪਾਰਟ ਹੀ ਨਹੀਂ ਹੈਗੇ। ਤਾਂ ਮੁਸਲਿਮ ਲੀਗ ਇਹ ਸੋਚ ਰਹੀ ਸੀ ਕਿ ਚਾਹੇ ਪਾਕਿਸਤਾਨ ਨਹੀਂ ਦੇ ਰਿਹਾ, ਪਰ ਅਸੀਂ ਅੱਗੇ ਜਾ ਕੇ ਪਾਕਿਸਤਾਨ ਬਣਾ ਲਾਂਗੇ ਕਿ ਅਲੱਗ ਤੋਂ ਪ੍ਰੋਵਿੰਸਿਸ ਤੋਂ ਇੱਕ ਗਰੁੱਪ ਬਣਾਵਾਂਗੇ, ਗਰੁੱਪ ਨੂੰ ਕਹਾਂਗੇ ਅਸੀਂ ਯੂਨੀਅਨ ਦਾ ਪਾਰਟ ਨਹੀਂ ਬਣਨਾ ਚਾਹੁੰਦੇ, ਕਿਉਂਕਿ ਪ੍ਰੋਵਿੰਸਿਸ ਕੋਲ ਪਾਵਰ ਜਿਹੜੀ ਸਟੇਟਸ ਕੋਲ ਜ਼ਿਆਦਾ ਸੀ। ਦੂਜੇ ਪਾਸੇ ਕਾਂਗਰਸ ਇਹ ਦੇਖ ਰਹੀ ਹੈ ਕਿ ਸਾਰੇ ਰਹਿਣਗੇ ਤਾਂ ਯੂਨੀਅਨ ਦੇ ਵਿੱਚ ਹੀ, ਕੋਈ ਅਲੱਗ ਤੋਂ ਦੇਸ਼ ਨਹੀਂ। ਤਾਂ ਕਿਤੇ ਨਾ ਕਿਤੇ ਦੋਨੋਂ ਪਾਰਟੀਆਂ ਹੀ ਇਸ ਚੀਜ਼ ਨੂੰ ਕੀ ਹੋਣਗੀਆਂ, ਸਹਿਮਤ ਹੋਣਗੀਆਂ। ਕਲੀਅਰ। ਅੱਗੇ ਗੱਲ ਕਰਦੇ ਹਾਂ ਜੀ ਕੈਬਨਿਟ ਮਿਸ਼ਨ ਦੀ ਗੱਲ ਕਰਾਂਗੇ ਤਾਂ ਕੈਬਨਿਟ ਮਿਸ਼ਨ ਕਹਿ ਰਿਹਾ ਕਿ ਇੱਕ ਕੇਸ ਬਣਾਵਾਂਗੇ ਜੀ, ਕਨਸਟੀਟਿਊਐਂਟ ਅਸੈਂਬਲੀ ਬਣਾ ਕੇ ਦੇਵਾਂਗੇ ਹੁਣ ਤੁਹਾਨੂੰ। ਇਸ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਾਰੇ ਹੀ ਆਪਾਂ ਕਹਾਂਗੇ ਕਿ ਜਿੰਨੇ ਵੀ ਰਿਲੀਜਨ ਹੋਣਗੇ, ਜਨਰਲ, ਮੁਸਲਿਮ, ਸਿੱਖਸ, ਇਹਨਾਂ ਦੀ ਰਿਪਰੈਜ਼ੈਂਟੇਸ਼ਨ ਹੋਏਗੀ ਅਕੋਰਡਿੰਗ ਟੂ देयर ਪੋਪੂਲੇਸ਼ਨ। ਤਾਂ ਇੱਕ ਕਨਸਟੀਟਿਊਐਂਟ ਅਸੈਂਬਲੀ ਬਣਾਈ ਜਾਏਗੀ। ਕਨਸਟੀਟਿਊਐਂਟ ਅਸੈਂਬਲੀ ਤੋਂ ਬਾਅਦ ਕਹਿੰਦੇ ਅਸੀਂ ਜਾਵਾਂਗੇ, ਜਾਣ ਤੋਂ ਪਹਿਲਾਂ ਅਸੀਂ ਇੱਕ ਤੁਹਾਨੂੰ ਇੰਟਰਿਮ ਗਵਰਨਮੈਂਟ ਬਣਾ ਕੇ ਦੇ ਕੇ ਜਾਵਾਂਗੇ। ਤਾਂ ਇਹ ਸਾਰੀਆਂ ਗੱਲਾਂ ਕਿਹਦੇ ਵਿੱਚ ਹੋ ਰਹੀਆਂ ਨੇ, ਕੈਬਨਿਟ ਮਿਸ਼ਨ 'ਚ ਹੋ ਰਹੀਆਂ ਨੇ। ਜਦੋਂ ਗੱਲ ਕਰਦੇ ਹਾਂ ਆਪਾਂ ਕੈਬਨਿਟ ਮਿਸ਼ਨ ਦੀ, ਤਾਂ ਇੱਥੇ ਸਟਾਰਟਿੰਗ ਦੇ ਵਿੱਚ ਕਾਂਗਰਸ ਜਿਹੜੀ ਹੈ, ਜੇ ਰਿਸਪੌਂਸ ਦੀ ਗੱਲ ਕਰੀਏ ਤਾਂ ਕੈਬਨਿਟ ਮਿਸ਼ਨ ਨੂੰ ਸਟਾਰਟਿੰਗ ਦੇ ਵਿੱਚ ਕਾਂਗਰਸ ਜਿਹੜੀ ਹੈ ਮੰਨੇਗੀ ਨਹੀਂ, ਪਰ ਉਹ ਦੇਖੇਗੀ ਕਿ ਚਲੋ ਇਸ ਦੇ ਨਾਲ ਕਨਸਟੀਟਿਊਐਂਟ ਅਸੈਂਬਲੀ ਤਾਂ ਬਣ ਰਹੀ ਹੈ, ਸਾਡਾ ਕਨਸਟੀਟਿਊਸ਼ਨ ਭਾਰਤ ਦਾ ਤਾਂ ਬਣੇਗਾ, ਉਹ ਅਸੀਂ ਆਪ ਤਾਂ ਬਣਵਾਈਏ। ਤਾਂ ਕਾਂਗਰਸ ਜਿਹੜੀ ਹੈ ਇਸ ਚੀਜ਼ ਨੂੰ ਮੰਨ ਲੇਗੀ ਕੈਬਨਿਟ ਮਿਸ਼ਨ ਨੂੰ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਹੁਣ ਕਨਸਟੀਟਿਊਐਂਟ ਅਸੈਂਬਲੀ ਜਿਹੜੀ ਕੈਬਨਿਟ ਮਿਸ਼ਨ ਕਹਿ ਰਿਹਾ ਕਿ ਹੋਏਗੀ, ਜਿਹਦੇ ਨਾਲ ਤੁਸੀਂ ਆਪਦਾ ਕਨਸਟੀਟਿਊਸ਼ਨ ਬਣਾਉਣਾ, ਸੰਵਿਧਾਨ ਬਣਾਉਣਾ ਹੈ, ਤਾਂ ਉਹ ਕਨਸਟੀਟਿਊਸ਼ਨ ਦੇ ਅਸੈਂਬਲੀ ਲਈ ਇਲੈਕਸ਼ਨ ਹੋਣਗੇ। ਹੁਣ ਇਲੈਕਸ਼ਨ ਦੀ ਗੱਲ ਕਰੀਏ ਤਾਂ ਮੁਸਲਿਮ ਲੀਗ ਨੂੰ ਪਹਿਲਾਂ ਹੀ ਪਤਾ ਹੈ ਕਿ ਪਿਛਲੇ ਇਲੈਕਸ਼ਨ, ਉਸ ਤੋਂ ਪਿਛਲੇ ਇਲੈਕਸ਼ਨ ਵੀ ਹਾਰ ਚੁੱਕਿਆ ਹੈ। ਤਾਂ ਕਿਤੇ ਨਾ ਕਿਤੇ ਉਹ ਕਾਫੀ ਜ਼ਿਆਦਾ ਇਸ ਦੇ ਵਿੱਚ ਕੀ ਹੋਣਗੇ, ਆਪਾਂ ਕਹਿ ਸਕਦੇ ਹਾਂ ਕਿ ਉਹ ਇਸ ਦਾ ਹਿੱਸਾ ਲੈਣ ਦਾ ਝਿਜਕਰੇ ਹੋਣਗੇ। ਉਹ ਚਾਹੁੰਦੇ ਨੇ ਕਿ ਅਸੀਂ ਇਸ ਦਾ ਪਾਰਟ ਨਾ ਹੀ ਬਣੀਏ, ਉਹ ਚਾਹਣਗੇ ਕਿ ਅਸੀਂ ਇਹ ਇਲੈਕਸ਼ਨ ਜਿੱਤਣੇ ਹੀ ਨਹੀਂ। ਤਾਂ ਉਹਨਾਂ ਨੂੰ ਪਤਾ ਦਿਖ ਰਿਹਾ ਕਿ ਕਾਂਗਰਸ ਜ਼ਿਆਦਾ ਪਪੂਲਰ ਹੈ। ਤਾਂ ਸੇਮ ਚੀਜ਼ ਦੇਖਣ ਨੂੰ ਮਿਲੇਗੀ ਕਨਸਟੀਟਿਊਐਂਟ ਅਸੈਂਬਲੀ ਦੇ ਜਦੋਂ ਇਲੈਕਸ਼ਨ ਹੋਣਗੇ, ਤਾਂ ਕਾਂਗਰਸ ਜਿਹੜੀ ਹੈ 296 ਵਿੱਚੋਂ 208 ਸੀਟਾਂ ਲੈਗੀ। ਕਾਂਗਰਸ ਜਿਹੜੀ ਹੈ 296 ਵਿੱਚੋਂ ਫਿਰ ਮੈਜੋਰਿਟੀ ਸੀਟਾਂ ਕਾਂਗਰਸ ਦੇ ਕੋਲ ਆ ਗਈਆਂ। ਤਾਂ ਫਿਰ ਮੁਸਲਿਮ ਲੀਗ ਨੂੰ ਸੀਟਾਂ ਕੁਝ ਨਹੀਂ ਮਿਲੀਆਂ। ਜਦੋਂ ਮੁਸਲਿਮ ਲੀਗ ਨੂੰ ਨਹੀਂ ਸੀਟਾਂ ਮਿਲੀਆਂ, ਮੁਸਲਿਮ ਲੀਗ ਕਹਿੰਦੀ ਕਿ ਅਸੀਂ ਤਾਂ ਜੀ ਕੈਬਨਿਟ ਮਿਸ਼ਨ ਨੂੰ ਮੰਨਦੇ ਹੀ ਨਹੀਂ। ਜਦੋਂ ਉਹਨਾਂ ਨੂੰ ਦਿਖ ਹੀ ਗਿਆ ਕਿ ਸਾਡੇ ਕੋਲ ਪਾਵਰ ਨਹੀਂ ਮਿਲਣੀ, ਅਸੀਂ ਕਿੱਥੋਂ ਅਲੱਗ ਤੋਂ ਪਾਕਿਸਤਾਨ ਬਣਾ ਲਾਂਗੇ, ਤਾਂ ਉਹ ਕਹਿਣਗੇ ਅਸੀਂ ਮੰਨਦੇ ਹੀ ਨਹੀਂ ਕੈਬਨਿਟ ਮਿਸ਼ਨ ਨੂੰ। ਉਹ ਕਹਿਣਗੇ ਜੇ ਅਸੀਂ ਕੈਬਨਿਟ ਮਿਸ਼ਨ ਨੂੰ ਮੰਨਦੇ ਨਹੀਂ ਤੇ ਆਪਾਂ ਦੇਖਾਂਗੇ ਮੁਸਲਿਮ ਲੀਗ ਵਾਲੇ ਡਾਇਰੈਕਟ ਐਕਸ਼ਨ ਦੀ ਕਾਲ ਕਰ ਦੇਣਗੇ। ਤਾਂ ਦਿਨ ਯਾਦ ਰੱਖ ਲਿਓ 16 ਅਗਸਤ 1946, 16 ਅਗਸਤ 1946 ਨੂੰ ਡਾਇਰੈਕਟ ਐਕਸ਼ਨ ਦੀ ਕਾਲ ਹੋਏਗੀ। ਤਾਂ ਜਿਸ ਦੇ ਵਿੱਚ ਆਪਾਂ ਦੇਖਾਂਗੇ ਕਿ ਸਾਰੇ ਭਾਰਤ ਦੇ ਵਿੱਚ ਧਰਮ ਦੇ ਨਾਮ ਦੇ ਉੱਪਰ ਦੰਗੇ ਫੈਲ ਜਾਣਗੇ। ਪੰਜਾਬ ਤੋਂ ਲੈ ਕੇ ਬੰਗਾਲ ਤੱਕ, ਯੂਪੀ ਤੱਕ ਸਾਰੀ ਜਗ੍ਹਾ ਧਰਮ ਦੇ ਨਾਮ ਦੇ ਉੱਪਰ ਦੰਗੇ ਫੈਲ ਗਏ, ਕਿਉਂਕਿ ਮੁਸਲਿਮ ਲੀਗ ਕਹਿ ਰਿਹਾ ਕਿ ਸਾਨੂੰ ਪਾਕਿਸਤਾਨ ਤੋਂ ਘੱਟ ਕੁਝ ਨਹੀਂ ਚਾਹੀਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਜਿਹੜੀ ਇੰਟਰਿਮ ਗਵਰਨਮੈਂਟ ਬਣਾਈ ਜਾਏਗੀ। ਹੁਣ ਇੱਕ ਪਾਸੇ ਦੰਗੇ ਚੱਲ ਰਹੇ ਨੇ ਭਾਰਤ 'ਚ, ਧਰਮ ਦੇ ਨਾਮ ਦੇ ਉੱਪਰ ਦੰਗੇ ਫਸਾਦ ਹੋ ਰਹੇ ਨੇ, ਦੂਜੇ ਪਾਸੇ ਇੰਟਰਿਮ ਗਵਰਨਮੈਂਟ ਬਿਠਾਈ ਜਾ ਰਹੀ ਹੈ। ਤੇ ਹੀ ਇੰਟਰਿਮ ਗਵਰਨਮੈਂਟ, ਜੇ ਮੁਸਲਿਮ ਲੀਗ ਨੇ ਉਧਰ ਕੀ ਕੀਤਾ ਸੀ, ਬਾਇਕਾਟ ਕੀਤਾ ਵੀ ਅਸੀਂ ਨਹੀਂ ਮੰਨਦੇ, ਪਰ ਇੱਥੇ ਮੁਸਲਿਮ ਲੀਗ ਨਾਲ ਫਿਰ ਤੋਂ ਨੈਗੋਸੀਏਸ਼ਨਸ ਹੋਣਗੀਆਂ ਜਿਨ੍ਹਾਂ ਦੇ ਨਾਲ ਤੇ ਉਹਨਾਂ ਨੂੰ ਕਿਹਾ ਜਾਏਗਾ ਕਿ ਤੁਸੀਂ ਇੰਟਰਿਮ ਗਵਰਨਮੈਂਟ ਦਾ ਪਾਰਟ ਬਣ ਜਾਓ। ਅਸੀਂ ਜਾਣਾ ਹੈ, ਅਸੀਂ ਜਾਣ ਤੋਂ ਪਹਿਲਾਂ ਗੋਰੇ ਕਹਿਣਗੇ ਕਿ ਤੁਸੀਂ ਇੰਟਰਿਮ ਗਵਰਨਮੈਂਟ ਦਾ ਪਾਰਟ ਬਣ ਕੇ ਜਾਓ।
ਤਾਂ ਆਪਾਂ ਇੱਥੇ ਦੇਖਾਂਗੇ ਕਿ ਇੰਟੈਰਿਮ ਗਵਰਨਮੈਂਟ ਦੇ ਵਿੱਚ ਵਾਪਸ ਤੋਂ ਮੁਸਲਿਮ ਲੀਗ ਨੂੰ ਬਿਠਾਇਆ ਜਾਏਗਾ। ਪਰ ਜਦੋਂ ਇੰਟੈਰਿਮ ਗਵਰਨਮੈਂਟ ਦੀ ਪਹਿਲੀ ਮੀਟਿੰਗ ਹੋਏਗੀ, ਆਪਾਂ ਕਹਾਂਗੇ ਕਨਸਟੀਟਿਊਐਂਟ ਅਸੈਂਬਲੀ ਦੀ ਪਹਿਲੀ ਮੀਟਿੰਗ ਹੋਏਗੀ, ਤਾਂ ਇੱਥੇ ਕਾਂਗਰਸ ਮੁਸਲਿਮ ਲੀਗ ਜਿਹੜੀ ਹੈ ਇਸ ਨੂੰ ਬਾਇਕਾਟ ਕਰ ਦੇਗੀ ਤੇ ਬਾਹਰ ਚਲੀ ਜਾਏਗੀ। ਉਹ ਕਹੇਗੀ ਅਸੀਂ ਮੰਨਦੇ ਹੀ ਨਹੀਂ, ਸਾਨੂੰ ਤਾਂ ਕੀ ਚਾਹੀਦਾ ਹੈ, ਸਾਨੂੰ ਤਾਂ ਅਲੱਗ ਤੋਂ ਦੇਸ਼ ਹੀ ਚਾਹੀਦਾ ਹੈ, ਜਿਹਨੂੰ ਆਪਾਂ ਕਹਿੰਦੇ ਕਿ ਅੜੀ ਦੇ ਉੱਪਰ ਹੀ ਬਹਿ ਗਏ, ਚਾਹੇ ਵੋਟਾਂ ਨਹੀਂ ਮਿਲੀਆਂ, ਸੀਟਾਂ ਨਹੀਂ ਮਿਲੀਆਂ, ਉਹ ਕਹਿ ਰਹੇ ਕਿ ਨਹੀਂ ਸਾਨੂੰ ਤਾਂ ਅਲੱਗ ਤੋਂ ਦੇਸ਼ ਹੀ ਚਾਹੀਦਾ ਹੈ। ਨੈਕਸਟ ਆਪਾਂ ਗੱਲ ਕਰਾਂਗੇ ਕਿ ਜਦੋਂ ਸਾਰੇ ਇੰਡੀਆ ਦੇ ਵਿੱਚ ਇੰਨੇ ਦੰਗੇ ਫਸਾਦ ਹੋ ਰਹੇ ਨੇ, ਧਰਮ ਦੇ ਨਾਂ ਤੇ ਦੰਗੇ ਕੀਤੇ ਜਾ ਰਹੇ ਨੇ, ਮੁਸਲਿਮ ਲੀਗ ਅੜੀ ਹੋਈ ਹੈ ਕਿ ਸਾਨੂੰ ਪਾਕਿਸਤਾਨ ਤੋਂ ਘੱਟ ਕੁਝ ਨਹੀਂ, ਤਾਂ ਆਪਾਂ ਇੱਥੇ ਦੇਖਾਂਗੇ ਕਿ ਜਿਹੜੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਹੋਣਗੇ ਜਿਨ੍ਹਾਂ ਦਾ ਨਾਮ ਹੋਏਗਾ ਐਟਲੀ, ਕਲੀਮੈਂਟ ਐਟਲੀ, ਠੀਕ ਹੈ ਜੀ, ਇਹ ਡਿਕਲੇਅਰ ਕਰਨਗੇ, ਇਹ ਕਹਿਣਗੇ ਕਿ ਦੇਖੋ ਜੀ ਸਿੱਧੀ ਗੱਲ ਹੈ, ਅਸੀਂ ਜੂਨ 1948 ਤੋਂ ਪਹਿਲਾਂ 1948 ਤੋਂ ਪਹਿਲਾਂ ਅਸੀਂ ਜੂਨ ਦੇ ਸਾਰਾ ਕੁਝ ਖਤਮ ਕਰਕੇ ਚਲੇ ਜਾਣਾ। ਤਾਂ ਉਹਨਾਂ ਨੇ ਕੀ ਦਿੱਤੀ, ਇੱਕ ਡੇਟ ਦਿੱਤੀ, ਕਿਹੜੀ ਤਰੀਕ ਨੂੰ ਉਹਨਾਂ ਨੇ ਕਿਹਾ, ਤਾਂ ਯਾਦ ਰੱਖਿਓ ਜੀ, ਉਹਨਾਂ ਨੇ ਇਹ ਜਿਹੜੀ ਡੈਕਲੇਰੇਸ਼ਨ ਆਏਗੀ 20 ਫਰਵਰੀ 1947 ਨੂੰ, ਇਹ ਕਹਿ ਰਹੇ ਨੇ ਕਿ ਅਸੀਂ ਜਿਹੜਾ ਹੈ 1948 ਤੱਕ ਚਲੇ ਜਾਵਾਂਗੇ ਜੂਨ ਦੇ। ਪਰ ਆਪਾਂ ਦੇਖਾਂਗੇ ਕਿ ਹਾਲਾਤ ਕਿਵੇਂ ਦੇ ਬਣਨਗੇ, ਇਹਨਾਂ ਨੂੰ ਤਾਂ ਅਗਸਤ 1947 ਤੱਕ ਇੱਥੋਂ ਦੀ ਨਿਕਲਣਾ ਪਏਗਾ, ਜਦ ਕਿ 1 ਸਾਲ ਪੂਰਾ ਪਿਆ ਸੀ। 1 ਸਾਲ ਪਹਿਲਾਂ ਹੀ ਗੋਰੇ ਜਿਹੜਾ ਹੈ ਆਪਣਾ ਸਾਰਾ ਬੋਝਾ ਬਿਸਤਰਾ ਲੈ ਕੇ ਇਹ ਭਾਰਤ ਤੋਂ ਚਲ ਜਾਣਗੇ। ਕਿਉਂ ਚਲ ਜਾਣਗੇ, ਕਿਉਂਕਿ ਕਿਤੇ ਨਾ ਕਿਤੇ ਇੱਥੇ ਜਿਹੜੇ ਹਾਲਾਤ ਹੋਣਗੇ ਕਾਫੀ ਜ਼ਿਆਦਾ ਨਾਜ਼ੁਕ ਬਣ ਜਾਣਗੇ। ਤਾਂ ਜਦੋਂ ਪ੍ਰਧਾਨ ਮੰਤਰੀ ਬ੍ਰਿਟੇਨ ਦੇ ਜਿਹੜੇ ਹੋਣਗੇ ਐਟਲੀ, ਕਲੀਮੈਂਟ ਐਟਲੀ, ਉਹ ਕਹਿਣਗੇ ਕਿ ਅਸੀਂ 1948 ਜੂਨ ਤੋਂ ਪਹਿਲਾਂ ਸਾਰਾ ਕੁਝ ਅਸੀਂ ਖਤਮ ਕਰਕੇ ਇੰਡੀਆ ਤੋਂ ਅੱਗੇ ਚਲੇ ਜਾਣਾ, ਅਸੀਂ ਵਾਪਸ ਚੱਲਣਾ ਹੈ, ਤਾਂ ਆਪਾਂ ਇੱਥੇ ਦੇਖਾਂਗੇ ਕਿ ਇੱਥੇ ਵਾਇਸਰॉय ਨੂੰ ਚੇਂਜ ਕੀਤਾ ਜਾਏਗਾ। ਨਵੇਂ ਵਾਇਸਰॉय ਬਣ ਕੇ ਆਣਗੇ ਲਾਰਡ ਮਾਊਂਟਬੈਟਨ। ਤਾਂ ਲਾਰਡ ਮਾਊਂਟਬੈਟਨ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਜਾਏਗੀ ਕਿ ਜਾਓ ਜਿਵੇਂ ਮਰਜ਼ੀ ਹੁੰਦਾ ਹੈ, ਇੱਥੋਂ ਦੇ ਖਤਮ ਕਰੋ ਭਾਰਤ ਵਾਲਾ ਕਿੱਸਾ ਤੇ ਆਪਾਂ ਆਪਣਾ ਜਿਹੜਾ ਦੇਸ਼ ਹੈ ਇਹਨੂੰ ਠੀਕ ਕਰੀਏ। ਤਾਂ ਆਪਾਂ ਇੱਥੇ ਦੇਖਾਂਗੇ ਜਿਹੜੇ ਲਾਰਡ ਮਾਊਂਟਬੈਟਨ ਨੇ ਇਹ ਕੀ ਹੋਣਗੇ, ਆਪਣੇ ਲਾਸਟ ਬ੍ਰਿਟਿਸ਼ ਗਵਰਨਰ ਜਨਰਲ ਆਫ ਇੰਡੀਆ, ਠੀਕ ਹੈ ਜੀ, ਲਾਸਟ ਬ੍ਰਿਟਿਸ਼ ਗਵਰਨਰ ਜਨਰਲ ਆਫ ਇੰਡੀਆ। ਹੁਣ ਜਦੋਂ ਲਾਰਡ ਮਾਊਂਟਬੈਟਨ ਇੰਡੀਆ ਚ ਆਣਗੇ ਤਾਂ ਇਹ ਲੈ ਕੇ ਕੀ ਆਣਗੇ, ਇਹ ਲੈ ਕੇ ਆਣਗੇ ਮਾਊਂਟਬੈਟਨ ਪਲਾਨ। ਇਹ ਸਾਰੀਆਂ ਪਾਰਟੀਆਂ ਨੂੰ ਬੁਲਾ ਲੈਣਗੇ, ਮੁਸਲਿਮ ਲੀਗ ਨੂੰ, ਕਾਂਗਰਸ ਨੂੰ, ਸਾਰਿਆਂ ਨੂੰ ਸੱਦ ਕੇ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਐਂਡ ਦੇ ਵਿੱਚ ਇਹ ਨਤੀਜੇ ਤੇ ਪਹੁੰਚਣਗੇ ਕਿ ਦੇਖੋ ਜੀ ਪਾਰਟੀਸ਼ਨ ਤਾਂ ਹੋਣੀ ਹੀ ਹੈ। ਹੁਣ ਇੱਥੇ ਧਿਆਨ ਰੱਖਿਓ ਕਿ ਇਹਨਾਂ ਨੇ ਕਿਹਾ ਸੀ ਕਿ ਇਹ 1948 ਤੱਕ ਜਾਣਗੇ, ਜੂਨ ਦੇ ਵਿੱਚ ਆ ਰਹੇ ਨੇ ਮਾਊਂਟਬੈਟਨ ਆਪਣਾ ਪਲਾਨ ਲੈ ਕੇ, ਜੂਨ 1947 ਦੇ ਵਿੱਚ, ਅਗਸਤ ਚ ਚਲੇ ਜਾਣਗੇ ਸਾਰਾ ਕੁਝ ਖਤਮ ਕਰਕੇ। ਇੰਨੀ ਕਾਲੀ ਸੀ ਅੰਗਰੇਜ਼ਾਂ ਨੂੰ। ਕਿਉਂ ਕਾਲੀ ਸੀ, ਕਿਉਂਕਿ ਉਹਨਾਂ ਨੂੰ ਦਿਖ ਰਿਹਾ ਸੀ ਕਿ ਇੱਥੇ ਰਾਜ ਹੁਣ ਹੋ ਹੀ ਨਹੀਂ ਸਕਦਾ। ਕਲੀਅਰ। ਜੇ ਗੱਲ ਕਰਾਂਗੇ ਮਾਊਂਟਬੈਟਨ ਪਲਾਨ ਦੀ, ਤਾਂ ਮਾਊਂਟਬੈਟਨ ਪਲਾਨ ਕਰਨ ਕੇ ਆਏ ਨੇ, ਇੱਥੇ ਇੰਡੀਆ ਨੂੰ ਪਾਵਰ ਦੇਣ ਆਏ ਨੇ ਕਿ ਲੋ ਜੀ ਇੰਡੀਅਨਸ ਨੂੰ ਪਾਵਰ ਦੇ ਰਹੇ ਅਸੀਂ ਤੇ ਅਸੀਂ ਚੱਲੇ। ਇੱਥੇ ਆਪਾਂ ਦੇਖਾਂਗੇ ਕਾਂਗਰਸ ਨੂੰ, ਮੁਸਲਿਮ ਲੀਗ ਨੂੰ, ਸਿੱਖ ਲੀਡਰ ਸਾਰਿਆਂ ਨੂੰ ਬੁਲਾਇਆ ਜਾਏਗਾ ਤੇ ਕਿਹਾ ਜਾਏਗਾ ਕਿ ਦੇਖੋ ਜੀ ਇੰਡੀਆ ਦੀ ਤਾਂ ਹੁਣ ਕੀ ਹੋਣੀ ਹੈ, ਪਾਰਟੀਸ਼ਨ ਹੋਣੀ ਹੀ ਹੈ। ਤਾਂ ਇੱਥੇ ਮਾਊਂਟਬੈਟਨ ਨੇ ਪਹਿਲੀ ਵਾਰ ਜੇ ਕਿਸੇ ਨੇ ਪਾਰਟੀਸ਼ਨ ਆਫ ਇੰਡੀਆ ਦੀ ਗੱਲ ਕੀਤੀ ਹੈ ਤਾਂ ਮਾਊਂਟਬੈਟਨ ਪਲਾਨ ਚ ਹੋਏਗੀ। ਤਾਂ ਮਾਊਂਟਬੈਟਨ ਪਲਾਨ ਦੇ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਕਿਹਾ ਜਾਏਗਾ ਕਿ ਪਾਕਿਸਤਾਨ ਦੇ ਵਿੱਚ ਪਹਿਲਾਂ ਤਾਂ ਬੰਗਾਲ ਤੇ ਪੰਜਾਬ, ਇਹਨਾਂ ਨੂੰ ਕੀ ਕੀਤਾ ਜਾਏ, ਪਾਰਟੀਸ਼ਨ ਕੀਤੀ ਜਾਏ। ਇਹਨਾਂ ਦੀ ਪਾਰਟੀਸ਼ਨ ਲਈ ਇੱਕ ਬਾਉਂਡਰੀ ਕਮਿਸ਼ਨ ਬਿਠਾਇਆ ਜਾਏ। ਉਹ ਬਾਉਂਡਰੀ ਕਮਿਸ਼ਨ ਦਾ ਨਾਮ ਯਾਦ ਰੱਖ ਲਿਓ ਜੀ, ਰੈਡਕਲਿਫ ਮਿਸ਼ਨ। ਰੈਡਕਲਿਫ ਕਮਿਸ਼ਨ ਜਿਹੜਾ ਹੈ ਅਪਾਇੰਟ ਕੀਤਾ ਜਾਏਗਾ ਤਾਂ ਕਿ ਇੰਡੀਆ ਤੇ ਪਾਕਿਸਤਾਨ, ਜਾਂ ਆਪਾਂ ਕਹਿ ਸਕਦੇ ਕਿ ਪੰਜਾਬ ਤੇ ਬੰਗਾਲ ਦੀ ਵੰਡ ਕਿਵੇਂ ਕੀਤੀ ਜਾਏ, ਕਿਉਂਕਿ ਜਿਹੜੇ ਮੁਸਲਿਮ ਮੈਜੋਰਿਟੀ ਏਰੀਆ ਸੀਗੇ, ਜਿਹੜੇ ਨਾਰਥ ਵੈਸਟ ਪ੍ਰੋਵਿੰਟੀਅਰ ਵਾਲੇ ਸੀਗੇ, ਉਹ ਤਾਂ ਪਾਕਿਸਤਾਨ ਦਾ ਆਪੇ ਹੀ ਆਪਾਂ ਕਹਿ ਰਹੇ ਕਿ ਉਹਨੇ ਐਡ ਕਰਤੇ ਸੀ, ਜਿਹੜੇ ਮੁਸਲਿਮ ਮੈਜੋਰਿਟੀ ਨੇ ਉਹਨਾਂ ਨੂੰ ਪਾਕਿਸਤਾਨ ਚ ਕਰ ਦੋ, ਬਾਕੀ ਇੰਡੀਆ ਦੇ ਵਿੱਚ ਕਰ ਦੋ। ਗੱਲ ਆਏਗੀ ਪੰਜਾਬ ਦੇ ਵਿੱਚ ਮੁਸਲਿਮ ਮੈਜੋਰਿਟੀ ਸੀਗੇ ਤੇ ਬਾਕੀ ਸਿੱਖ ਵੀ ਸੀਗੇ। ਜੇ ਗੱਲ ਕਰਾਂਗੇ ਬੰਗਾਲ ਦੀ, ਉੱਥੇ ਵੀ ਮੁਸਲਿਮ ਮੈਜੋਰਿਟੀ ਸੀਗੇ ਤੇ ਹਿੰਦੂ ਵੀ ਸੀ। ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਤੇ ਬੰਗਾਲ ਦੀ ਕੀ ਕਰ ਦਿੰਦੇ, ਅਸੀਂ ਵੰਡ ਕਰ ਦਿੰਦੇ ਹਾਂ। ਉਹਦੇ ਲਈ ਇੱਕ ਕੀ ਬਣਾਇਆ ਜਾਏਗਾ, ਬਾਉਂਡਰੀ ਸੈੱਟ ਕਰਨ ਲਈ ਕਮਿਸ਼ਨ ਬਿਠਾਇਆ ਜਾਏਗਾ, ਜਿਹਨੂੰ ਆਪਾਂ ਕਹਿੰਦੇ ਹਾਂ ਰੈਡਕਲਿਫ ਕਮਿਸ਼ਨ। ਠੀਕ ਹੈ ਜੀ। ਨੈਕਸਟ ਜੇ ਗੱਲ ਕਰਦੇ ਹਾਂ ਅੱਗੇ, ਆਪਾਂ ਦੇਖਾਂਗੇ ਜਿਵੇਂ ਬਲੂਚਿਸਤਾਨ ਹੈ ਤਾਂ ਬਲੂਚਿਸਤਾਨ ਨੂੰ ਕਿਹਾ ਜਾਏਗਾ ਕਿ ਤੁਸੀਂ ਆਪ ਹੀ ਡਿਸਾਈਡ ਕਰ ਲਓ ਤੁਸੀਂ ਇੰਡੀਆ ਦਾ ਪਾਰਟ ਬਣਨਾ ਹੈ ਜਾਂ ਪਾਕਿਸਤਾਨ ਦਾ ਪਾਰਟ ਬਣਨਾ ਹੈ। ਜਿਵੇਂ ਬਾਕੀ ਪ੍ਰਿੰਸਲੀ ਸਟੇਟਸ ਹੋਣਗੀਆਂ ਜਿਵੇਂ ਕਸ਼ਮੀਰ, ਜੂਨਾਗੜ੍ਹ, ਹੈਦਰਾਬਾਦ, ਇਹਨਾਂ ਨੂੰ ਕਿਹਾ ਜਾਏਗਾ ਕਿ ਤੁਹਾਡੇ ਉੱਪਰ ਹੈ, ਜਾਂ ਤੁਸੀਂ ਇੰਡੀਆ ਦਾ ਪਾਰਟ ਬਣ ਜਾਓ ਜਾਂ ਤੁਸੀਂ ਪਾਕਿਸਤਾਨ ਦਾ ਪਾਰਟ ਬਣ ਜਾਓ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਐਕਟ ਆਏਗਾ ਆਪਣਾ ਜੁਲਾਈ ਦੇ ਵਿੱਚ। ਜੂਨ ਦੇ ਵਿੱਚ ਮਾਊਂਟਬੈਟਨ ਪਲਾਨ ਲੈ ਕੇ ਆਏ ਨੇ, ਜੁਲਾਈ ਦੇ ਵਿੱਚ ਇੰਡੀਆ ਨੂੰ ਆਜ਼ਾਦੀ ਦੇਣ ਦਾ ਐਕਟ ਵੀ ਬਣ ਕੇ ਤਿਆਰ ਹੋ ਗਿਆ, ਜਦ ਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਜੂਨ 1948 ਨੂੰ ਜਾਵਾਂਗੇ। ਬਿਲਕੁਲ 1 ਸਾਲ ਪਹਿਲਾਂ ਹੀ ਅੰਗਰੇਜ਼ ਇੰਨੀ ਜਲਦੀ ਚ ਨਹੀਂ ਇੰਡੀਆ ਤੋਂ ਜਾਣ ਲਈ। ਤਾਂ ਆਪਾਂ ਦੇਖਾਂਗੇ ਕਿ ਇੰਡੀਆ ਦਾ ਐਕਟ ਆਏਗਾ, ਇੰਡੀਅਨ ਇੰਡੀਪੈਂਡੈਂਸ ਐਕਟ, ਕਦੋਂ ਪਾਸ ਹੋਏਗਾ, ਜੁਲਾਈ 1947 ਦੇ ਵਿੱਚ, 1947 ਜੁਲਾਈ ਨੂੰ ਪਾਸ ਕੀਤਾ ਜਾਏਗਾ।
ਜਿਸ ਦੇ ਵਿੱਚ ਕਿਹਾ ਕੀ ਜਾਏਗਾ, ਜਿਸ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਨੂੰ ਅਲੱਗ ਤੋਂ ਇੱਕ ਅਲੱਗ-ਅਲੱਗ ਕੰਟਰੀਜ਼ ਮੰਨ ਲਿੱਤਾ ਜਾਏਗਾ, ਜਿਹਦੇ ਵਿੱਚ ਕਿਹਾ ਜਾਏਗਾ ਕਿ ਪਾਰਟੀਸ਼ਨ ਹੋਏਗੀ ਜੀ ਕਿਸ ਦੀ, ਬੰਗਾਲ ਦੀ ਤੇ ਪੰਜਾਬ ਦੀ, ਜਿਨ੍ਹਾਂ ਦਾ ਅੱਧਾ ਪਾਸਾ ਜਿਹੜਾ ਹੈ ਪੰਜਾਬ ਦਾ ਪਾਕਿਸਤਾਨ ਜਾਏਗਾ ਤੇ ਅੱਧਾ ਪਾਸਾ ਜਿਹੜਾ ਬੰਗਾਲ ਦਾ ਉਹ ਵੀ ਪਾਕਿਸਤਾਨ, ਜਿਹਨੂੰ ਆਪਾਂ ਈਸਟ ਪਾਕਿਸਤਾਨ ਕਵਾਂਗੇ, ਜਿਹੜਾ ਅੱਗੇ ਜਾ ਕੇ ਬੰਗਲਾਦੇਸ਼ ਵੀ ਬਣੇਗਾ। ਨੈਕਸਟ ਆਪਾਂ ਜੀ ਗੱਲ ਕਰਦੇ ਹਾਂ ਅਗਲੇ ਆਪਣਾ ਕਨਸਟੀਟਿਊਸ਼ਨਲ ਰਿਫਾਰਮਸ ਦੀ। ਹੁਣ ਇੱਥੇ ਜਿਹੜੀ ਗੱਲ ਕਰਾਂਗੇ ਆਪਾਂ ਲਾਸਟ ਜਿਹੜਾ ਐਕਟ ਪੜਿਆ ਆਪਾਂ 1947 ਦਾ ਇੰਡੀਅਨ ਇੰਡੀਪੈਂਡੈਂਸ ਐਕਟ, ਤਾਂ ਅੰਗਰੇਜ਼ ਜਿਹੜੇ ਨੇ ਇੱਥੇ ਐਕਟ ਦੇਣ ਤੋਂ ਬਾਅਦ ਇੰਡੀਅਨਸ ਨੂੰ ਆਪਣੇ ਕਹਿਣਗੇ ਕਿ ਲੋ ਜੀ ਤੁਹਾਡੀ ਕਨਸਟੀਟਿਊਂਟ ਅਸੈਂਬਲੀ, ਮੁਸਲਿਮ ਲੀਗ ਨੂੰ ਕਹਿਣਗੇ ਕਿ ਲੋ ਜੀ ਤੁਹਾਡਾ ਪਾਕਿਸਤਾਨ, ਇਹਦੀ ਤੁਹਾਡੀ ਅਸੈਂਬਲੀ, ਇਹ ਤੁਹਾਡੇ ਦੋਨਾਂ ਦੇ ਅਲੱਗ-ਅਲੱਗ ਦੇਸ਼ ਨੇ, ਇਹਨਾਂ ਨੂੰ ਆਪੇ ਹੀ ਸੰਭੂ। ਕਿਹੜੇ ਟਾਈਮ 'ਚ ਸਾਨੂੰ ਆਜ਼ਾਦੀ ਦੇ ਕੇ ਗਏ ਉਹ, ਜਦੋਂ ਹਰ ਪਾਸੇ ਦੰਗੇ ਚੱਲ ਰਹੇ ਸੀ ਧਰਮ ਦੇ ਨਾਮ ਤੇ, ਕਿ ਸਾਡਾ ਜਿਹੜਾ ਦੇਸ਼ ਸੀਗਾ ਬਹੁਤ ਜ਼ਿਆਦਾ ਤਰੱਕੀ ਤੇ ਸੀ ਜਦੋਂ ਅੰਗਰੇਜ਼ ਜਾਣਗੇ, ਨਹੀਂ, ਬਹੁਤ ਜ਼ਿਆਦਾ ਗਰੀਬ ਛੱਡ ਕੇ ਗਏ। ਇੰਨੇ ਸਾਲ ਲੁੱਟਣ ਤੋਂ ਬਾਅਦ ਵੀ ਐਂਡ ਦੇ ਵਿੱਚ ਜਦੋਂ ਅੰਗਰੇਜ਼ ਜਿਹੜੇ ਨੇ ਆਪਾਂ ਗੱਲ ਕਰਾਂਗੇ ਕਿ ਛੱਡ ਕੇ ਜਾਣ ਕੇ ਸਾਨੂੰ ਵੀ ਲੋ ਜੀ ਪਾਵਰ ਲੈ ਲਓ, ਤਾਂ ਕਿਵੇਂ ਛੱਡ ਕੇ ਜਾ ਰਹੇ ਨੇ, ਇੱਕ ਅਨਾਰਕੀ ਦੀ ਸਟੇਟ ਦੇ ਵਿੱਚ, ਇੱਕ ਲੜਾਈ ਝਗੜੇ ਦੇ ਮਾਹੌਲ ਦੇ ਵਿੱਚ ਛੱਡ ਕੇ ਜਾ ਰਹੇ ਨੇ, ਤਾਂ ਕਿ ਅਗਲੇ ਕੁਝ ਸਾਲ ਤੱਕ ਤਾਂ ਇਹ ਉੱਭਰ ਹੀ ਨਾ ਪਾਣ, ਇਹਨਾਂ ਦੀ ਤਰੱਕੀ ਹੀ ਨਾ ਹੋ ਪਾਏ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਕਨਸਟੀਟਿਊਸ਼ਨਲ ਰਿਫਾਰਮਸ ਦੀ। ਹੁਣ ਕਨਸਟੀਟਿਊਸ਼ਨਲ ਰਿਫਾਰਮਸ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ 1857 ਦੀ ਕ੍ਰਾਂਤੀ ਤੋਂ ਪਹਿਲਾਂ ਦੇ ਆਪਾਂ ਗੱਲ ਕਰ ਚੁੱਕੇ ਹਾਂ। 1857 ਦੀ ਰਿਵੋਲਟ ਤੋਂ ਪਹਿਲਾਂ ਤੱਕ ਦੇ ਆਪਾਂ ਸਾਰੇ ਕਨਸਟੀਟਿਊਸ਼ਨਲ ਰਿਫਾਰਮਸ ਪੜ ਚੁੱਕੇ ਹਾਂ, ਕਿਉਂਕਿ ਆਪਾਂ ਸਟਾਰਟ ਕੀਤਾ ਸੀ ਕਿਸ ਤੋਂ ਦੀ 1773 ਤੋਂ ਸ਼ੁਰੂ ਕੀਤਾ ਸੀ, ਜਦੋਂ ਈਸਟ ਇੰਡੀਆ ਕੰਪਨੀ ਬਣ ਕੇ ਆਈ ਸੀ। ਆਪਾਂ ਈਸਟ ਇੰਡੀਆ ਕੰਪਨੀ ਤੋਂ ਲੈ ਕੇ ਜਦੋਂ ਤੱਕ ਬ੍ਰਿਟੇਨ ਦੀ ਰਾਣੀ ਕੋਲ ਸਾਰੀ ਤਾਕਤ ਨਹੀਂ ਜਾਂਦੀ, ਇੰਗਲੈਂਡ ਦੀ ਪਾਰਲੀਮੈਂਟ ਤੱਕ ਸਾਰੀ ਤਾਕਤ ਨਹੀਂ ਜਾਂਦੀ, ਉਹ ਸਾਰੇ ਆਪਾਂ ਰਿਫਾਰਮਸ ਕਰ ਚੁੱਕੇ ਹਾਂ। ਉਹ ਪਿਛਲੀ ਵੀਡੀਓਜ਼ ਤੁਸੀਂ ਕਰ ਸਕਦੇ ਹੋ, ਰਿਪੀਟ ਕਰ ਸਕਦੇ ਹੋ। ਜੇ ਗੱਲ ਕਰੀਏ ਹੁਣ ਅੱਜ ਦੀ ਵੀਡੀਓ ਵਿੱਚ ਆਪਾਂ 1857 ਤੋਂ ਲੈ ਕੇ ਕਿਵੇਂ ਸਾਨੂੰ ਆਜ਼ਾਦੀ ਤੱਕ ਪਾਵਰ ਜਿਹੜੀ ਹੈ ਹੁਣ ਕਰਾਊਨ ਤੋਂ ਇੰਡੀਅਨਸ ਲੈਣਗੇ, ਇਸ ਦੀ ਆਪਾਂ ਗੱਲ ਕਰਾਂਗੇ ਕਿ ਕਿੱਦਾਂ ਕਿ ਕਰਾਊਨ ਤੋਂ 1857 ਤੋਂ ਬਾਅਦ ਲੈ ਕੇ 1947 ਤੱਕ ਸਾਨੂੰ ਕਿਵੇਂ ਤਾਕਤ ਮਿਲੇਗੀ, ਕਿਵੇਂ ਪਾਵਰ ਜਿਹੜੀ ਹੈ ਇੰਡੀਆ ਦੇ ਹੱਥ ਚ ਆਣੀ ਸ਼ੁਰੂ ਹੋਏਗੀ, ਚਾਹੇ ਉਹ ਸ਼ੁਰੂ ਚ ਮੋਡਰੇਟ ਹੋਣਗੇ, ਬਾਅਦੋਂ ਦੀ ਗਾਂਧੀ ਜੀ ਹੋਣਗੇ, ਉਹ ਸਾਰੀ ਆਪਾਂ ਗੱਲ ਡਿਸਕਸ ਕਰਾਂਗੇ। ਸ਼ੁਰੂ ਕਰਦੇ ਹਾਂ ਜੀ ਕਨਸਟੀਟਿਊਸ਼ਨਲ ਰਿਫਾਰਮਸ। ਤਾਂ ਆਪਾਂ ਦੇਖਾਂਗੇ ਕਿ ਇਹਦੇ ਵਿੱਚ 6 ਐਕਟ ਪੜ੍ਹਨੇ ਆਪਾਂ, ਇੰਪੋਰਟੈਂਟ ਨੇ ਆਪਣੇ ਲਈ। ਸਭ ਤੋਂ ਪਹਿਲਾਂ ਆਪਾਂ ਐਕਟ ਪੜਾਂਗੇ ਗਵਰਨਮੈਂਟ ਆਫ ਇੰਡੀਆ ਐਕਟ 1858। ਬਿਲਕੁਲ ਨਾਲ ਦੀ ਨਾਲ ਹੀ 1857 ਦੀ ਕ੍ਰਾਂਤੀ ਤੋਂ ਬਾਅਦ ਐਕਟ ਆਏਗਾ 1858 ਦਾ। ਉਸ ਤੋਂ ਬਾਅਦ ਆਪਾਂ ਦੇਖਾਂਗੇ ਇੰਡੀਅਨ ਕਾਉਂਸਿਲ ਐਕਟ 1861। ਉਸ ਤੋਂ ਬਾਅਦ ਆਪਾਂ ਦੇਖਾਂਗੇ ਇੰਡੀਅਨ ਕਾਉਂਸਿਲ ਐਕਟ 1892 ਦਾ। ਫਿਰ ਆਪਾਂ ਜਿਹਦੇ ਬਾਰੇ ਪੜ੍ਹ ਚੁੱਕੇ ਹਾਂ ਪਹਿਲਾਂ ਵੀ 1909 ਦੇ ਇੰਡੀਅਨ ਕਾਉਂਸਿਲ ਐਕਟ, ਜਿਹਨੂੰ ਆਪਾਂ ਮੋਰਲੇ ਮਿੰਟੋ ਰਿਫਾਰਮਸ ਵੀ ਕਹਿੰਦੇ ਹਾਂ। ਤਾਂ ਨੈਕਸਟ ਆਪਾਂ ਦੇਖਾਂਗੇ ਗਵਰਨਮੈਂਟ ਆਫ ਇੰਡੀਆ ਐਕਟ 1919 ਤੇ ਲਾਸਟ ਆਪਾਂ ਦੇਖਦੇ ਹਾਂ ਗਵਰਨਮੈਂਟ ਆਫ ਇੰਡੀਆ ਐਕਟ 1935। ਇਹਨਾਂ ਦੀ ਕੁਝ ਚੀਜ਼ਾਂ ਜਿਹੜੀਆਂ ਨੇ, ਕੁਝ ਪੁਆਇੰਟਸ ਜਿਹੜੇ ਇੰਪੋਰਟੈਂਟ ਨੇ, ਆਪਾਂ ਪਹਿਲਾਂ ਹੀ ਕਲਾਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ, ਥੋੜਾ ਜਿਹਾ ਡਿਟੇਲ ਦੇ ਵਿੱਚ ਕਰਨੇ ਆ, ਉਹ ਅੱਜ ਦੇ ਲੈਕਚਰ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਗਵਰਨਮੈਂਟ ਆਫ ਇੰਡੀਆ ਐਕਟ 1858। 1858 ਦੇ ਵਿੱਚ ਜਿਹੜਾ ਆਪਣਾ ਐਕਟ ਆਏਗਾ। ਹੁਣ ਜੇ ਗੱਲ ਕਰੀਏ 1 ਸਾਲ ਪਹਿਲਾਂ ਕੀ ਹੋਇਆ, 1857 ਦੀ ਕ੍ਰਾਂਤੀ ਹੋਈ, ਜਿਹਦੇ ਵਿੱਚ ਆਪਾਂ ਦੇਖਿਆ ਕਿ ਜੇ ਗੱਲ ਕਰਾਂਗੇ ਤਾਂ ਈਸਟ ਇੰਡੀਆ ਕੰਪਨੀ ਤੋਂ ਹੁਣ ਅੰਗਰੇਜ਼ ਜਿਹੜੇ ਨੇ ਪਾਰਲੀਮੈਂਟ ਜਿਹੜਾ ਹੈ, ਕਰਾਊਨ ਜਿਹੜਾ ਹੈ, ਉਹ ਸਾਰਾ ਪਾਵਰ ਜਿਹੜੀ ਹੈ ਆਪਣੇ ਕੋਲ ਲਿਆਏਗਾ। ਹੁਣ ਜੇ ਐਕਟ ਦੀ ਗੱਲ ਕਰਦੇ ਹਾਂ ਤਾਂ ਦੇਖੋ ਜੀ ਜਿਹੜਾ ਐਕਟ ਸੀਗਾ ਇਹਦੇ ਵਿੱਚ ਕਿਹਾ ਕੀ ਜਾਏਗਾ, ਇਹਦੇ ਵਿੱਚ ਜਿੰਨੀ ਵੀ ਪਾਵਰ ਹੈ ਉਹ ਕਿਹਦੇ ਕੋਲ ਆ ਜਾਏਗੀ, ਇੰਡੀਅਨ ਟੈਰੀਟਰੀਜ਼ ਦੀ ਟ੍ਰਾਂਸਫਰ ਹੋ ਜਾਏਗੀ ਪਾਵਰ ਟੂ ਦੀ ਬ੍ਰਿਟਿਸ਼ ਕਰਾਊਨ। ਈਸਟ ਇੰਡੀਆ ਕੰਪਨੀ ਤੋਂ ਲੈ ਕੇ ਤਾਕਤ ਸਾਰੀ ਹੁਣ ਬ੍ਰਿਟਿਸ਼ ਕਰਾਊਨ ਦੇ ਅੰਡਰ ਆ ਗਈ। ਮਤਲਬ ਕਿ ਖਤਮ ਕੀ ਕੀਤਾ ਗਿਆ, ਤਾਂ ਆਪਾਂ ਜੇ ਗੱਲ ਕਰਾਂਗੇ ਖਤਮ ਤਾਂ ਇੱਥੇ ਕੰਪਨੀ ਰੂਲ ਖਤਮ ਹੋ ਗਿਆ। ਹੁਣ ਅਸੀਂ ਈਸਟ ਇੰਡੀਆ ਕੰਪਨੀ ਦੇ ਗੁਲਾਮ ਨਹੀਂ ਹੋਵਾਂਗੇ। ਅੱਜ ਤੋਂ ਅਸੀਂ 1858 ਤੋਂ ਬਾਅਦ ਅਸੀਂ ਮਹਾਰਾਣੀ ਜਿਹੜੀ ਇੰਗਲੈਂਡ ਦੀ ਹੋਏਗੀ ਉਹਦੇ ਅੰਡਰ ਆ, ਅਸੀਂ ਅੰਗਰੇਜ਼ਾਂ ਦੇ ਆਫੀਸ਼ੀਅਲ ਤੌਰ ਤੇ ਗੁਲਾਮ ਆ। ਮਤਲਬ ਕਿ ਜਿਹੜੀ ਇੱਥੋਂ ਦੀ ਕੁਈਨ ਹੋਏਗੀ ਉਹ ਆਪਣੇ ਨਾਮ ਅੱਗੇ ਲਿਖੇਗੀ ਕਿ ਆਈ ਐਮ ਦੀ ਕੁਈਨ ਆਫ ਇੰਡੀਆ, ਐਮਪ੍ਰੈਸ ਆਫ ਇੰਡੀਆ। ਕਲੀਅਰ? ਚਲੋ ਜੀ ਨੈਕਸਟ ਆਪਾਂ ਦੇਖਾਂਗੇ ਜੀ ਇਸ ਐਕਟ ਦੇ ਵਿੱਚ ਕੀ ਕੀਤਾ ਜਾਏਗਾ। ਜਿਹੜਾ ਕਰਾਊਨ ਹੋਏਗਾ ਹੁਣ ਉਹ ਕੀ ਕਰੇਗਾ, ਇੰਡੀਆ ਨੂੰ ਡਾਇਰੈਕਟਲੀ ਗਵਰਨ ਕਰੇਗਾ। ਤੇ ਡਾਇਰੈਕਟਲੀ ਗਵਰਨ ਕਰੇਗਾ ਕਿਵੇਂ, ਵਾਇਆ ਸੈਕਟਰੀ ਆਫ ਸਟੇਟ। ਹੁਣ ਇੱਕ ਸੈਕਟਰੀ ਆਫ ਸਟੇਟ ਹੋਏਗਾ, ਉਹਦੇ ਉੱਪਰ ਕਰਾਊਨ ਹੋਏਗਾ। ਸੈਕਟਰੀ ਆਫ ਸਟੇਟ ਤੋਂ ਨੀਚੇ ਕੀ ਹੋਏਗਾ, ਆਪਣਾ ਵਾਇਸਰॉय। ਜਿਹੜੀ ਵਾਇਸਰॉय ਦੀ ਪੋਸਟ ਜਿਹੜੀ ਹੈ 1858 ਦੇ ਐਕਟ ਤੋਂ ਹੀ ਸ਼ੁਰੂ ਹੋਏਗੀ। ਪਹਿਲਾਂ ਜਿੰਨੇ ਵੀ ਆਪਾਂ ਲਾਰਡ ਡਲਹੌਜ਼ੀ ਤੋਂ ਲੈ ਕੇ ਹਾਰਡਿੰਗ ਲੈ ਕੇ ਗੱਲ ਕਰੀਏ, ਉਹ ਸਾਰੇ ਆਪਣੇ ਗਵਰਨਰ ਜਨਰਲ ਚੱਲਦੇ ਸੀ। ਮਤਲਬ ਕਿ 1858 ਦੇ ਐਕਟ ਦੇ ਵਿੱਚ ਇੱਕ ਨਵੀਂ ਪੋਸਟ ਬਣੇਗੀ ਜਿਹਨੂੰ ਆਪਾਂ ਕੀ ਕਹਿੰਦੇ ਆ, ਵਾਇਸਰॉय ਆਫ ਇੰਡੀਆ। ਤਾਂ ਪਹਿਲੇ ਵਾਇਸਰॉय ਜੇ ਤੁਹਾਨੂੰ ਪੁੱਛ ਲੈਣ ਤਾਂ ਯਾਦ ਰੱਖਿਓ ਲਾਰਡ ਕੈਨਿੰਗ। ਲਾਰਡ ਕੈਨਿੰਗ ਕੀ ਨੇ, ਆਪਣੇ ਫਸਟ ਵਾਇਸਰॉय ਲਾਰਡ ਕੈਨਿੰਗ, ਕਿਉਂਕਿ ਲਾਰਡ ਕੈਨਿੰਗ ਦੇ ਟਾਈਮ ਤੇ ਹੀ ਕੀ ਹੋਏਗਾ 1857 ਦਾ ਰਿਵੋਲਟ ਹੋਣਾ ਜੀ। ਠੀਕ ਹੈ ਜੀ। ਜੇ ਗੱਲ ਕਰਾਂਗੇ ਪਹਿਲੇ ਸੈਕਟਰੀ ਆਫ ਸਟੇਟ ਤਾਂ ਪੰਜਾਬ ਦੇ ਪੇਪਰਾਂ ਲਈ ਯਾਦ ਕਰ ਲਿਓ ਜੀ ਲਾਰਡ ਸਟੈਨਲੇ।
ਲਾਰਡ ਸਟੈਨਲੇ ਸੀਗੇ ਪਹਿਲੇ ਸੈਕਟਰੀ ਆਫ ਸਟੇਟ। ਤਾਂ ਇਹਨਾਂ ਦੀ ਹਾਇਰਾਰਕੀ ਇੱਥੇ ਇਹ ਬਣੇਗੀ ਕਿ ਸਭ ਤੋਂ ਉੱਪਰ ਕਰਾਊਨ ਹੈ। ਕਰਾਊਨ ਨੇ ਜੇ ਕੋਈ ਗੱਲ ਕਰਨੀ ਹੈ ਤਾਂ ਉਹ ਦੱਸੇਗਾ ਕਿ ਇਹਨੂੰ ਸੈਕਟਰੀ ਆਫ ਸਟੇਟ ਨੂੰ। ਜਿਹੜਾ ਸੈਕਟਰੀ ਆਫ ਸਟੇਟ ਹੈ ਉਹ ਮੈਸੇਜ ਪਾਸ ਕਰੇਗਾ ਵਾਇਸਰॉय ਨੂੰ। ਜਿਹੜਾ ਵਾਇਸਰॉय ਹੈ ਉਹ ਆਨਸਰੇਬਲ ਹੈ ਸੈਕਟਰੀ ਆਫ ਸਟੇਟ ਨੂੰ। ਸੈਕਟਰੀ ਆਫ ਸਟੇਟ ਜਿਹੜਾ ਹੈ ਆਨਸਰੇਬਲ ਹੈ ਕਰਾਊਨ ਨੂੰ। ਜਵਾਬਦੇਹੀ ਤੈਅ ਕਰ ਦਿੱਤੀ ਗਈ ਕਿ ਵਾਇਸਰॉय ਦਾ ਧਿਆਨ ਰੱਖਣਾ ਸੈਕਟਰੀ ਆਫ ਸਟੇਟ ਨੇ। ਸੈਕਟਰੀ ਆਫ ਸਟੇਟ ਜਿਹੜਾ ਸਿੱਧਾ ਜਵਾਬ ਦੇਗਾ ਕਰਾਊਨ ਨੂੰ ਕੋਈ ਵੀ ਗੱਲ ਉੱਥੇ ਇੰਡੀਆ ਦੇ ਵਿੱਚ ਜੇ ਹੋਈ। ਤਾਂ ਇੱਥੋਂ ਦੀ ਆਪਣਾ ਸ਼ੁਰੂ ਕੀ ਹੋ ਗਿਆ, ਜੇ ਤੂੰ ਦੇਖੀਏ ਤਾਂ ਆਪਣਾ ਕਰਾਊਨ ਰੂਲ ਸ਼ੁਰੂ ਹੋ ਗਿਆ। ਕੰਪਨੀ ਰੂਲ ਖਤਮ ਹੋ ਗਿਆ, ਕਰਾਊਨ ਰੂਲ ਸ਼ੁਰੂ ਹੋ ਗਿਆ। ਨੈਕਸਟ ਚੱਲਦੇ ਹਾਂ ਜੀ, ਆਪਣਾ 1861 ਦਾ ਐਕਟ ਆਏਗਾ, ਆਪਣਾ ਇੰਡੀਅਨ ਕਾਉਂਸਿਲ ਐਕਟ ਆਫ 1861। ਤਾਂ ਆਪਾਂ ਨੂੰ ਪਤਾ ਹੈ ਕਿ ਹੁਣ ਜਿੰਨਾ ਵੀ ਐਕਟ ਆਣਗੇ ਤਾਂ ਕਿਤੇ ਨਾ ਕਿਤੇ ਕਰਾਊਨ ਤੋਂ ਜਿਹੜੀ ਤਾਕਤ ਹੈ ਉਹ ਇੰਡੀਅਨਸ ਦੇ ਵੱਲ ਜਾਣੀ ਸ਼ੁਰੂ ਹੋਏਗੀ। ਤਾਂ ਆਪਾਂ ਇਹੀ ਹੁਣ ਸਾਰੇ ਐਕਟ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਵੇਂ ਸਲੋਲੀ ਜਿਹੜੀ ਤਾਕਤ ਹੈ ਕਰਾਊਨ ਤੋਂ ਇੰਡੀਅਨਸ ਦੇ ਵੱਲ ਆਣੀ ਸ਼ੁਰੂ ਹੋਏਗੀ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਪਹਿਲੇ ਪੁਆਇੰਟ ਦੀ ਪ੍ਰੋਵੀਜ਼ਨ ਦੀ ਇੰਡੀਅਨ ਕਾਉਂਸਿਲ ਐਕਟ 1861 ਦੀ, ਤਾਂ ਆਪਾਂ ਇੱਥੇ ਦੇਖਾਂਗੇ ਕਿ ਐਗਜ਼ੀਕਿਊਟਿਵ ਕਾਉਂਸਿਲ, ਇਹੀ ਐਗਜ਼ੀਕਿਊਟਿਵ ਕਾਉਂਸਿਲ ਜਿਹੜੀ ਬਹੁਤ ਪਹਿਲਾਂ ਬਣਾਈ ਗਈ ਸੀ 1773 ਦੇ ਵਿੱਚ। ਇਸ ਦੇ ਵਿੱਚ ਗਵਰਨਰ ਜਨਰਲ ਦੀ ਐਗਜ਼ੀਕਿਊਟਿਵ ਕਾਉਂਸਿਲ ਦੇ ਵਿੱਚ 5th ਮੈਂਬਰ ਨੂੰ ਐਡ ਕੀਤਾ ਜਾਏਗਾ। ਪਹਿਲਾ ਮੈਂਬਰ 4-3 ਚੱਲ ਰਹੇ ਸੀ, ਤਾਂ ਇੱਥੇ ਯਾਦ ਰੱਖਾਂਗੇ ਕਿ 5th ਮੈਂਬਰ ਜਿਹੜਾ ਹੈ ਉਹਨੂੰ ਐਡ ਕੀਤਾ ਜਾਏਗਾ। ਤੇ ਜਿਹੜਾ 5ਵਾਂ ਮੈਂਬਰ ਹੋਏਗਾ ਇਹ ਐਕਸਕਲੂਸਿਵਲੀ ਕਿਸ ਚੀਜ਼ ਲਈ ਹੈ, ਫਾਈਨੈਂਸ ਲਈ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਜੇ ਆਪਾਂ ਗੱਲ ਕਰੀਏ ਹੁਣ ਇੱਥੋਂ ਦੀ ਤਾਕਤ ਜਿਹੜੀ ਹੈ ਇੰਡੀਅਨਸ ਵੱਲ ਜਾਣੀ ਸ਼ੁਰੂ ਹੋਏਗੀ। ਪਰ ਜੇ ਗੱਲ ਕਰੀਏ 1857 ਦੇ ਰਿਵੋਲਟ ਦੀ, 1857 ਦੇ ਰਿਵੋਲਟ ਦੀ ਗੱਲ ਕਰੀਏ ਤਾਂ ਤਾਕਤ ਨਾਲ ਦੀ ਨਾਲ ਹੀ ਇੰਡੀਅਨਸ ਨੂੰ ਦੇਣੀ ਸ਼ੁਰੂ ਕਰ ਦੂ, ਜਾਂ ਕਿਹੜੇ ਇੰਡੀਅਨਸ ਨੂੰ ਅਲਾਉ ਕਰੂ, ਕਿਹੜੇ ਇੰਡੀਅਨਸ ਨੂੰ, ਕਿਹੜੇ ਭਾਰਤੀਆਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਲੱਗਦਾ ਹੈ ਕਿ ਕਰਾਊਨ ਜਿਹੜਾ ਹੈ ਉਹ ਪਾਵਰ ਦੇਣੀ ਸ਼ੁਰੂ ਕਰੇਗਾ? ਜਿਹੜੇ ਉਹਨਾਂ ਦੇ ਵਿਰੋਧੀ ਚੱਲਦੇ ਨੇ, ਜਿਹੜੇ ਉਹਨਾਂ ਦੇ ਨਾਲ ਸੀ। ਤਾਂ ਆਪਾਂ ਦੇਖਿਆ ਸੀ ਕਿ ਕੁਝ ਲੋਕ ਸੀਗੇ ਜਿਹੜੇ 1857 ਦੀ ਕ੍ਰਾਂਤੀ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਸੀ। ਤਾਂ ਉਹੀ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿ ਜੇ ਇੰਡੀਅਨਸ ਨੂੰ ਇੱਥੇ ਲੈ ਕੇ ਵੀ ਆਣਾ ਹੈ ਤਾਂ ਅੰਗਰੇਜ਼ ਜਿਹੜੇ ਨੇ ਉਵੇਂ ਦੇ ਭਾਰਤੀਆਂ ਨੂੰ ਲੈ ਕੇ ਆਣਗੇ ਜਿਹੜੇ ਕਿਤੇ ਨਾ ਕਿਤੇ ਉਹਨਾਂ ਦੇ ਹੀ ਨਾਲ ਨੇ, ਜਿਹੜੇ ਉਹਨਾਂ ਦੇ ਹੀ ਹਮਾਇਤੀ ਨੇ। ਤਾਂ ਆਪਾਂ ਇੱਥੇ ਦੇਖਾਂਗੇ ਜਿਹੜੇ ਲਾਰਡ ਕੈਨਿੰਗ ਨੇ ਇਹ ਵਾਇਸਰॉय ਜਿਹੜੇ ਹੋਣਗੇ ਆਪਣੇ ਪਹਿਲੇ ਵਾਇਸਰॉय ਹੋਣਗੇ। ਇਹ ਕੀ ਕਰਨਗੇ, 3 ਇੰਡੀਅਨਸ ਨੂੰ ਲੈਜਿਸਲੇਟਿਵ ਕਾਉਂਸਿਲ ਦੇ ਵਿੱਚ ਐਡ ਕਰਨਗੇ। ਤਾਂ ਨਾਮ ਯਾਦ ਰੱਖ ਲਿਓ ਜੀ, ਰਾਜਾ ਆਫ ਬਨਾਰਸ, ਮਹਾਰਾਜਾ ਆਫ ਪਟਿਆਲਾ ਤੇ ਸਰ ਦਿਨਕਰ ਰਾਓ। 3 ਜਾਣਿਆਂ ਨੂੰ ਲੈਜਿਸਲੇਟਿਵ ਕਾਉਂਸਿਲ ਦੇ ਵਿੱਚ ਐਡ ਕੀਤਾ ਜਾ ਰਿਹਾ ਹੈ। ਹੁਣ ਦਿਖਾਇਆ ਕੀ ਜਾ ਰਿਹਾ ਕਿ ਅਸੀਂ 3 ਇੰਡੀਅਨਸ ਨੂੰ ਕਰਤਾ। 3 ਇੰਡੀਅਨਸ ਦੀ ਰਿਪਰੈਜ਼ੈਂਟੇਸ਼ਨ ਵੀ ਇੰਡੀਅਨਸ ਆ ਗਏ ਜੀ, ਇੰਡੀਅਨਸ ਨੂੰ ਪਾਵਰ ਦੇਣੀ ਸੀ ਸ਼ੁਰੂ ਕਰਤੀ। ਕਲੀਅਰ। ਉਸ ਤੋਂ ਬਾਅਦ ਇੰਪੋਰਟੈਂਟ ਪੁਆਇੰਟ ਹੈ, ਕਾਫੀ ਵਾਰ ਪੇਪਰਾਂ 'ਚ ਪੁੱਛਿਆ ਗਿਆ ਕਿ ਕਿਹੜੇ ਐਕਟ ਦੇ ਨਾਲ ਪੋਰਟਫੋਲੀਓ ਸਿਸਟਮ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ। ਤਾਂ ਪੋਰਟਫੋਲੀਓ ਸਿਸਟਮ ਜਿਹੜਾ 1861 ਦੇ ਐਕਟ ਨਾਲ ਸ਼ੁਰੂ ਕੀਤਾ ਜਾਂਦਾ ਹੈ। ਪੋਰਟਫੋਲੀਓ ਸਿਸਟਮ ਦਾ ਮਤਲਬ ਪਹਿਲਾਂ ਸਾਰੇ ਕੰਮ ਜਿਹੜੇ ਸੀ ਗਵਰਨਰ ਜਨਰਲ ਖੁਦ ਹੀ ਰੱਖਦਾ ਸੀ ਆਪਣੇ ਕੋਲ। ਹੁਣ ਗਵਰਨਰ ਜਨਰਲ ਜਾਂ ਫਿਰ ਵਾਇਸਰॉय ਜਿਹੜੇ ਨੇ ਉਹ ਸਮਾਨ ਜਿਹੜਾ ਆਪਣੀ ਐਗਜ਼ੀਕਿਊਟਿਵ ਕਾਉਂਸਿਲ ਦੇ ਵਿੱਚ ਸਬਜੈਕਟ ਵੰਡਣੇ ਸ਼ੁਰੂ ਕਰ ਦੇਣਗੇ। ਜਿਵੇਂ ਆਪਾਂ ਕਹਿ ਦਾਂਗੇ ਇੱਕ ਬੰਦੇ ਨੂੰ ਕਹਿਣਗੇ ਡਿਫੈਂਸ ਮਿਨਿਸਟਰ, ਇੱਕ ਨੂੰ ਕਹਿਣਗੇ ਫਾਈਨੈਂਸ ਮਿਨਿਸਟਰ, ਇੱਕ ਨੂੰ ਕਹਿਣਗੇ ਜੀ ਇਹ ਹਿਊਮਨ ਰਾਈਟ ਵਾਸਤੇ ਹੈ, HRD ਮਿਨਿਸਟਰੀ ਹੈ। ਜਿਵੇਂ ਅਲੱਗ ਮਿਨਿਸਟਰੀਜ਼ ਜਿਹੜੀਆਂ ਨੇ ਪੋਰਟਫੋਲੀਓਜ਼ ਨੇ ਵੰਡੇ ਜਾਣਗੇ। ਤਾਂ ਇਹ ਪੋਰਟਫੋਲੀਓ ਸਿਸਟਮ ਜਿਹੜਾ ਹੈ 1861 ਦੇ ਐਕਟ ਦੇ ਵਿੱਚ ਸ਼ੁਰੂ ਹੋਏਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ 1892 ਦਾ ਐਕਟ। ਹੁਣ ਇੱਥੇ 1892 ਦੀ ਜੇ ਗੱਲ ਕਰਾਂਗੇ ਤਾਂ ਆਪਾਂ ਦੇਖਾਂਗੇ ਕਿ ਪਿੱਛੇ ਇੱਕ ਆਪਣੀ ਵੱਡੀ ਮੂਵਮੈਂਟ ਜਿਹੜੀ ਹੈ 1885 ਇੰਡੀਅਨ ਨੈਸ਼ਨਲ ਕਾਂਗਰਸ ਬਣ ਚੁੱਕੀ ਹੈ। ਤਾਂ ਕਿਤੇ ਨਾ ਕਿਤੇ ਮੋਡਰੇਟਸ ਨੇ 1892 ਦੇ ਐਕਟ ਨੂੰ ਪਾਸ ਹੋਣ ਤੋਂ ਪਹਿਲਾਂ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਜ਼ੋਰ ਅਜਮਾਇਸ਼ ਕੀਤੀ ਹੋਏਗੀ ਕਿ ਸਾਡੀਆਂ ਕੁਝ ਮੰਗਾਂ ਨੇ ਉਹਨੂੰ ਪੂਰੀਆਂ ਕੀਤੀਆਂ ਜਾਣ। ਤਾਂ ਹੀ ਆਪਾਂ ਨੂੰ ਇੱਥੇ ਦੇਖਣ ਨੂੰ ਮਿਲੇਗੀ। ਜੇ ਆਪਾਂ 1892 ਦੇ ਐਕਟ ਦੀ ਗੱਲ ਕਰਦੇ ਹਾਂ ਤਾਂ ਇਹਨੂੰ ਕਿਤੇ ਨਾ ਕਿਤੇ ਕਿਹਾ ਜਾਂਦਾ ਬਿਗਨਿੰਗ ਆਫ ਪਾਰਲੀਮੈਂਟਰੀ ਡੈਮੋਕ੍ਰੇਸੀ ਇਨ ਇੰਡੀਆ। ਹੁਣ ਇਸ ਦਾ ਮਤਲਬ ਕੀ ਹੈ? ਤਾਂ ਦੇਖੋ ਜੀ, ਇੰਡੀਅਨਸ ਨੂੰ ਪਹਿਲਾਂ 3 ਇੰਡੀਅਨਸ ਨੂੰ ਲੈਜਿਸਲੇਟਿਵ ਕਾਉਂਸਿਲ ਦੇ ਵਿੱਚ ਐਡ ਕੀਤਾ ਗਿਆ। ਨੈਕਸਟ ਐਕਟ ਦੀ ਗੱਲ ਕਰਾਂਗੇ ਤਾਂ ਆਪਾਂ ਦੇਖਾਂਗੇ ਇੰਡੀਅਨਸ ਦੀ ਜ਼ਿਆਦਾ ਹੋਰ ਕੀ ਹੋਏਗੀ, ਰਿਪਰੈਜ਼ੈਂਟੇਸ਼ਨ ਇੰਕਰੀਜ਼ ਕੀਤੀ ਜਾਏਗੀ। ਹੁਣ ਜੇ ਗੱਲ ਕਰੀਏ ਅੰਗਰੇਜ਼ਾਂ ਦੇ ਪੱਖ ਤੋਂ ਦੇਖੀਏ ਆਪਾਂ, ਤਾਂ ਤੁਸੀਂ ਜੇ ਇੱਕ ਆਪਣੀ ਕਾਉਂਸਿਲ ਹੈ ਇਹਦੇ ਵਿੱਚ ਕਿੰਨੇ ਇੰਡੀਅਨਸ ਨੂੰ ਐਡ ਕਰਨਾ ਸ਼ੁਰੂ ਕਰੋਗੇ? ਤੁਸੀਂ ਇੰਨੇ ਇੰਡੀਅਨਸ ਨੂੰ ਤਾਂ ਨਹੀਂ ਲੈ ਕੇ ਆਓਗੇ ਸ਼ੁਰੂ ਚੋਂ ਹੀ ਕਿ ਇਹਨਾਂ ਦੀ ਮੈਜੋਰਿਟੀ ਹੋ ਜਾਏ। ਤਾਂ ਆਪਾਂ ਇੱਕ ਚੀਜ਼ ਦਾ ਧਿਆਨ ਰੱਖਾਂਗੇ ਕਿ ਗੋਰੇ ਜਿਹੜੇ ਨੇ ਸ਼ੁਰੂ ਤੋਂ ਇੰਡੀਅਨਸ ਨੂੰ ਐਡ ਤਾਂ ਕਰਨਗੇ ਪਰ ਇੰਡੀਅਨਸ ਕੋਲ ਮੈਜੋਰਿਟੀ ਨਹੀਂ ਹੋਏਗੀ। ਤੇ ਜਿਹੜੀ ਇੰਡੀਅਨਸ ਕੋਲ ਮੈਜੋਰਿਟੀ ਨਹੀਂ ਹੋਏਗੀ ਉਹਨੂੰ ਆਪਾਂ ਕਹਿੰਦੇ ਆ ਨਾਨ ਆਫੀਸ਼ੀਅਲ ਮੈਜੋਰਿਟੀ। ਇੰਡੀਅਨਸ ਅਜੇ ਨਾਨ ਆਫੀਸ਼ੀਅਲ ਮੈਜੋਰਿਟੀ 'ਚ ਨੇ, ਮਤਲਬ ਇਹਨਾਂ ਕੋਲ ਨਾਨ ਆਫੀਸ਼ੀਅਲ ਮੈਜੋਰਿਟੀ ਨਹੀਂ ਹੋਏਗੀ। ਮਤਲਬ ਕਿ ਗੋਰੇ ਕਿਤੇ ਨਾ ਕਿਤੇ ਆਫੀਸ਼ੀਅਲ ਮੈਜੋਰਿਟੀ ਨੂੰ ਮੇਨਟੇਨ ਕਰ ਰਹੇ ਨੇ। ਆਫੀਸ਼ੀਅਲ ਮੈਜੋਰਿਟੀ ਦਾ ਮਤਲਬ ਕਿ ਉਹ ਮੈਂਬਰਸ ਜਿਹੜੇ ਅੰਗਰੇਜ਼ਾਂ ਨੇ ਖੁਦ ਹੀ ਚੁਣੇ ਨੇ, ਨੋਮੀਨੇਟ ਕਰਕੇ ਕਾਉਂਸਿਲ ਦੇ ਵਿੱਚ ਰੱਖੇ ਹੋਏ ਨੇ। ਕਲੀਅਰ। ਚਲੋ ਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਇੱਥੇ ਇੰਡੀਅਨਸ ਨੂੰ ਪਾਵਰ ਦਿੱਤੀ ਜਾਏਗੀ। ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਸੀ ਕਿਤੇ ਨਾ ਕਿਤੇ ਕਾਂਗਰਸ ਦਾ ਵੀ ਇਹਦੇ ਚ ਰਿਲੇਸ਼ਨ ਦੇਖਣ ਨੂੰ ਮਿਲੇਗਾ। ਤਾਂ ਕਾਂਗਰਸ ਦਾ ਹੀ ਇੱਕ ਡਿਮਾਂਡ ਹੋਏਗੀ ਕਿ ਜਿਹੜਾ ਤੁਸੀਂ ਬਜਟ ਪਾਸ ਕਰਦੀ ਹੈ, ਤਾਂ ਆਪਾਂ ਪਹਿਲਾਂ ਡਿਸਕਸ ਕੀਤਾ ਸੀ ਕਿ ਬਜਟ ਦੇ ਉੱਪਰ ਗੱਲ ਕਰਨਗੇ ਕਾਂਗਰਸ ਵਾਲੇ ਕਿ ਜਿਹੜੇ ਆਰਮੀ ਦੇ ਵਿੱਚ ਤੁਸੀਂ ਬਜਟ ਦੇ ਉੱਪਰ ਜ਼ਿਆਦਾ ਖਰਚੇ ਕਰ ਰਹੇ ਹੋ, ਕਾਂਗਰਸ ਕਿਤੇ ਨਾ ਕਿਤੇ ਕਹੇਗੀ ਕਿ ਇਸ ਦਾ ਐਕਸਪੈਂਡੀਚਰ ਘਟਾਇਆ ਜਾਏ।
ਤਾਂ ਆਪਾਂ ਇੱਥੇ ਦੇਖਾਂਗੇ ਕਿ ਕਾਂਗਰਸ ਜਾਂ ਫਿਰ ਮੋਡਰੇਟਸ ਦੀ ਹੀ ਵਜ੍ਹਾ ਤੋਂ ਇੱਥੇ ਆਪਾਂ ਦੇਖ ਰਹੇ ਹਾਂ ਕਿ ਇੰਡੀਅਨਸ ਨੂੰ ਪਾਵਰ ਮਿਲ ਰਹੀ ਹੈ ਕਿ ਇਹ ਬਜਟ ਡਿਸਕਸ ਕਰ ਸਕਦੇ ਨੇ। बजट डिस्कस करनी अलग चीज है, पर बजट के ऊपर वोट करनी अलग चीज है। तो याद रखियो बजट के ऊपर वोट नहीं है जो मिल रही करन नूं। वो कहेंगे कि जो पास हो गया साडा बजट, इन्ने असीं पैसे आर्मी नूं देने सी, इन्ने पैसे असीं होर किसी जगह देने सी, असीं तुहानूं दे रहे हां, देख लो। क्वेश्चन जो पूछना है पूछ सकते हो, सप्लीमेंटरी क्वेश्चंस नहीं है जो पूछण दांगे। एक बार क्वेश्चन है लिख के दे दो, असीं साडा जवाब करने दा जी होएगा असीं दे दांगे, नहीं तो असीं नहीं दिंदे। वोट नहीं तुसीं कर सकदे इस दे उपर। ਇਹ ਨਾ ਸੋਚੋ ਕਿ ਇੰਡੀਅਨਸ ਨੂੰ ਬਹੁਤ ਜ਼ਿਆਦਾ ਪਾਵਰ ਮਿਲਣੀ ਸ਼ੁਰੂ ਹੋ ਗਈ। ਕਲੀਅਰ? ਤਾਂ ਇੱਥੇ ਯਾਦ ਰੱਖਿਓ ਵਰਡ ਸਪਲੀਮੈਂਟਰੀ ਕੁਐਸਚਨਸ। ਸਪਲੀਮੈਂਟਰੀ ਕੁਐਸਚਨਸ ਨਹੀਂ ਅਜੇ ਇੰਡੀਅਨਸ ਪੁੱਛ ਸਕਦੇ। ਇਹ ਨਹੀਂ ਪੁੱਛ ਸਕਦੇ ਅੰਗਰੇਜ਼ਾਂ ਨੂੰ ਸਾਹਮਣੇ ਖੜਾ ਕੇ ਹਾਂਜੀ ਇਹ ਤੁਸੀਂ ਗਲਤ ਕਿਉਂ ਕੀਤਾ, ਤਾਂ ਅੰਗਰੇਜ਼ ਕਹੇਗਾ ਜੀ ਮੈਂ ਤਾਂ ਕੀਤਾ, ਫਿਰ ਅੱਗੇ ਹੋਰ ਕੁਐਸਚਨ ਕ੍ਰਾਸ ਕੁਐਸਚਨ ਨਹੀਂ ਕਰ ਸਕਦੇ ਆਪਾਂ ਜੀ। ਨੈਕਸਟ ਗੱਲ ਕਰਦੇ ਹਾਂ ਜੀ ਆਪਣਾ 1892 ਦੇ ਵਿੱਚ ਤਾਂ ਆਪਾਂ ਇੱਥੇ ਦੇਖਾਂਗੇ ਕਿਤੇ ਨਾ ਕਿਤੇ ਇੱਕ ਡਾਇਰੈਕਟ ਜਾਂ ਫਿਰ ਕਹਿ ਸਕਦੇ ਹਾਂ ਕਿ ਇੱਕ ਲਿਮਿਟਿਡ ਇਨਡਾਇਰੈਕਟ ਪ੍ਰੋਵਿੰਸ ਜੇ ਇਲੈਕਸ਼ਨ ਨੇ ਉਹਨਾਂ ਨੂੰ ਸ਼ੁਰੂ ਕੀਤਾ ਜਾਏਗਾ। क्योंकि इतने जेडे आप गल करेंगे कि सेंट्रल ते प्रोविंशियल जिन्नी भी अपनी असैंबलीज ने उन्होंने जे डायरैक्ट इलैक्शन नहीं होंगे। ये नहीं होएगा कि हर कोई वोट पा रहा है, बच्चा भी वोट पा रहा है, 18 साल तो ऊपर जिन्हें भी ने वही वोट पा रहे हैं, जिन्होंने आप कह देने यूनिवर्सल एडल्ट फ्रेंचाइज। ये नहीं अजे मिल रहा। अंग्रेजों के टाइम ते जे तुसी सेंट्रल प्रोविंसिस दे विच जाना है, प्रोविंशियल लैजिस्लेटिव असैंबली दे विच जाना है या सेंट्रल लैजिस्लेटिव असैंबली दे विच जाना है, तां तुहानूं इनडायरैक्टली वोटां पैंदियां सी। जिवें कि म्यूनसिपैलिटी तो एक आ गया, एक जमींदारां चो आ गया, कोई जे गल करेंगे कोर्ट्स चो आ गया, कोई यूनिवर्सिटी चो नॉमिनेट होके आ गई। तां डायरैक्ट इलैक्शन तो हो रहे ने पर इनडायरैक्ट इलैक्शन हो रहे ने। तां याद रखियो किते ना किते इनडायरैक्ट इलैक्शन जिहड़े ने 1892 दे एक्ट दे नाल शुरू होणगे। क्लीयर? चलो जी नैक्सट चलदे जी आपां मॉर्ले मिंटो रिफॉर्म्स या फिर इंडियन काउंसिल एक्ट ऑफ 1909। हुण जे गल करांगे इत्थे ध्यान नाल देखो जी मॉर्ले मिंटो। मॉर्ले अपने सैक्रेटरी ऑफ स्टेट ने ते मिंटो की ने, मिंटो जेडे उन्हां तो बाद आणगे वाइसरॉय। लॉर्ड मिंटो अपने इस टाइम वाइसरॉय ने, मॉर्ले की ने सैक्रेटरी ऑफ स्टेट। जेडे ये रिफॉर्म्स लेके आपां कहंदे मॉर्ले मिंटो रिफॉर्म्स कदों आणगे 1909 दे विच। आपां नूं किस चीज दी याद है? तां आपां जिथे पिछे पढ़िया सिर्फ एक ही चीज पढ़ी हुई सी कि मॉर्ले मिंटो रिफॉर्म्स मुस्लिम्स नूं सैपरेट इलैक्टोरेट दिता जाएगा, अंग्रेजां दी डिवाइड एंड रूल दी पॉलिसी। उस तो अलावा जे गल करेंगे तो आप देखेंगे कि लैजिस्लेटिव काउंसिल्स सेंटर दी ते प्रोविंसिस दोनों दे विच इंडियंस दी रिप्रेजेंटेशन फिर तो इंक्रीज की जाएगी। इंपॉर्टेंट पॉइंट याद ही रखना है, इंडियन दी रिप्रेजेंटेशन शुरू तो ही इंक्रीज होती रहेगी, 1861 तो ही शुरू होनी हो जाएगी। इंपॉर्टेंट जेड़ा पॉइंट याद रखना है 1909 दे विच एक तां मुस्लिम्स नूं सैपरेट इलैक्टोरेट मिला। नैक्सट इंडियंस नूं सप्लीमेंटरी क्वेश्चंस जेड़े आपां पिछे गल कीती सी कि बजट डिस्कस कर सकते सी, वोट नहीं सी कर सकते, सप्लीमेंटरी क्वेश्चंस नहीं सी पूछ सकते, क्रॉस क्वेश्चन नहीं कर सकते सी। तां क्रॉस क्वेश्चन करन दी जे गल करेंगे तां पहली बार सानू ताकत कदों मिली 1909 दे विच। तां याद रखियो सप्लीमेंटरी क्वेश्चंस जे पूछण दी ताकत तुहानू पूछ लेणगे कि कदों दित्ती गई सी भारतीय नू, तां 1909 दे एक्ट दे विच दित्ती गई सी। इस तो अलावा इंडियंस जेडे ने हुण की कर सकते ने, कुछ मैटर्स जेडे ने डिस्कस भी कर सकते ने ऑफ पब्लिक इंटरस्ट। पहला सानू अलाउ नहीं सीगा कि पब्लिक इंटरस्ट दे उपर उत्ते जेड़ा भी सेंट्रल असैंबली दे विच या फिर प्रोविंशियल असैंबली विच जो भी टॉपिक हुंदा सी ਉਹ ਚੱਲਦਾ ਸੀ ਉਹੀ डिस्कस करना पैंदा सी। पर इत्थे जे कोई पब्लिक इंटरस्ट दा मैटर है ਤਾਂ ਉਹ ਸਾਡੇ ਜਿਹੜੇ ਇੰਡੀਅਨਸ ਨੇ ਉਹਨੂੰ ਅਰੇਜ਼ ਵੀ ਕਰ ਸਕਦੇ ਨੇ, ਉਹਦੇ ਉੱਪਰ ਡਿਸਕਸ਼ਨਸ ਵੀ ਕਰਵਾ ਸਕਦੇ ਸੀ। ਇਹ ਸਾਰਾ ਕੁਝ ਆਪਣਾ ਹੋਏਗਾ 1909 ਦੇ ਐਕਟ ਦੇ ਵਿੱਚ। ਨੈਕਸਟ ਇੰਪੋਰਟੈਂਟ ਜਿਹੜੀ ਚੀਜ਼ ਆਪਾਂ ਯਾਦ ਰੱਖਣੀ ਹੈ ਪੰਜਾਬ ਦੇ ਪੇਪਰਾਂ ਲਈ, ਸਟਾਰ ਲਗਾ ਲਿਓ, ਤਾਂ ਆਪਾਂ ਯਾਦ ਰੱਖਣਾ ਹੈ ਕਿ ਇੱਥੇ ਪਹਿਲੀ ਵਾਰ ਜਿਹੜਾ ਗਵਰਨਰ ਜਨਰਲ ਹੈ ਜਾਂ ਫਿਰ ਜਿਹਨੂੰ ਆਪਾਂ ਵਾਇਸਰॉय ਵੀ ਕਹਿੰਦੇ ਆ, ਉਹਨੂੰ ਤਾਕਤ ਮਿਲੀ ਕਿ ਉਹ ਇੱਕ ਬੰਦੇ ਨੂੰ ਆਪਣੀ ਐਗਜ਼ੀਕਿਊਟਿਵ ਕਾਉਂਸਲ ਦੇ ਵਿੱਚ ਨੋਮੀਨੇਟ ਵੀ ਕਰ ਸਕਦਾ ਹੈ। ਤਾਂ ਆਪਾਂ ਇੱਥੇ ਦੇਖਾਂਗੇ ਕਿ ਸਤਿੰਦਰ ਪ੍ਰਸਾਦ ਸਿਨਹਾ ਜਾਂ ਫਿਰ ਜਿਹਨੂੰ ਆਪਾਂ ਕਹਿੰਦੇ ਨੇ ਐਸਪੀ ਸਿਨਹਾ ਪਹਿਲਾ ਇਨਸਾਨ ਹੋਏਗਾ, ਪਹਿਲੇ ਭਾਰਤੀ ਹੋਣਗੇ ਜਿਹੜੇ ਵਾਇਸਰॉय ਦੀ ਐਗਜ਼ੀਕਿਊਟਿਵ ਕਾਉਂਸਲ ਦੇ ਮੈਂਬਰ ਬਣਨਗੇ। ਪਿੱਛੇ ਜਿੰਨੇ ਵੀ ਆਪਾਂ 3 ਮੈਂਬਰ ਪੜ੍ਹੇ ਸੀ ਐਗਜ਼ੀਕਿਊਟਿਵ ਕਾਉਂਸਲ ਦੇ ਮੈਂਬਰ ਨਹੀਂ ਸੀ, ਉਹ ਕਿਤੇ ਨਾ ਕਿਤੇ ਕਿਹਦੇ ਮੈਂਬਰ ਸੀ, ਲੈਜਿਸਲੇਟਿਵ ਕਾਉਂਸਲ ਦੇ ਮੈਂਬਰ ਸੀ। ਇੱਥੇ ਐਗਜ਼ੀਕਿਊਟਿਵ ਕਾਉਂਸਲ ਜਿਹਦੇ ਨਾਲ ਹੀ ਵਾਇਸਰॉय ਜਾਂ ਫਿਰ ਗਵਰਨਰ ਜਨਰਲ ਜਿਹੜਾ ਚੱਲੇਗਾ, ਜਿਹਦੇ ਵਿੱਚ ਹੀ ਪੋਰਟਫੋਲੀਓ ਸਿਸਟਮ ਦਿੱਤਾ ਜਾਣਾ ਹੈ, ਤਾਂ ਕਿਤੇ ਨਾ ਕਿਤੇ ਭਾਰਤੀਆਂ ਨੂੰ ਇਹਦੇ ਵਿੱਚ ਲਿਆਇਆ ਜਾ ਰਿਹਾ ਹੈ। ਤਾਂ ਦੇਖਦੇ ਆਪਾਂ ਕਿ ਜਿਹੜੀ ਪਾਵਰ ਹੈ ਕਰਾਊਨ ਤੋਂ ਹੌਲੀ ਹੌਲੀ ਇੰਡੀਅਨਸ ਕੋਲ ਆਉਣਾ ਸ਼ੁਰੂ ਹੋ ਗਈ। ਤੇ ਜੇ ਗੱਲ ਕਰਾਂਗੇ 1909 ਤਾਂ 1909 ਦੇ ਯਾਦ ਰੱਖਿਓ ਬੈਕਗ੍ਰਾਉਂਡ ਦੇ ਵਿੱਚ ਆਪਣੀ ਮੂਵਮੈਂਟ ਕਿਹੜੀ ਚੱਲ ਰਹੀ ਸੀ, ਤਾਂ 1909 ਦੇ ਬੈਕਗ੍ਰਾਉਂਡ ਦੇ ਵਿੱਚ ਮੂਵਮੈਂਟ ਪਿੱਛੇ 1907 ਤੱਕ ਜਿਹੜੀ ਚੱਲੇਗੀ ਉਹਨੂੰ ਆਪਾਂ ਕਹਿੰਦੇ ਆ ਸਵਦੇਸ਼ੀ ਮੂਵਮੈਂਟ। ਤੇ ਸਵਦੇਸ਼ੀ ਮੂਵਮੈਂਟ ਵਿੱਚ ਆਪਾਂ ਦੇਖਿਆ ਸੀ ਕਿ ਮੋਡਰੇਟਸ ਜਿਹੜੇ ਨੇ ਉਹ ਸਵਦੇਸ਼ੀ ਮੂਵਮੈਂਟ ਦਾ ਪਾਰਟ ਨਹੀਂ ਹੋਣਗੇ, ਕਿਉਂਕਿ ਉਹਨਾਂ ਨੂੰ ਗੋਰਿਆਂ ਨੇ ਕਿਹਾ ਹੋਏਗਾ ਕਿ ਤੁਹਾਨੂੰ ਰਿਫਾਰਮਸ ਦੇ ਦਾਂਗੇ,
ਤਾਂ ਇਹ ਰਿਫਾਰਮਸ ਆਏ ਸੀ। ਤਾਂ ਪਹਿਲੀ ਵਾਰ ਇੱਕ ਇੰਡੀਅਨ ਜਿਹੜਾ ਹੈ ਉਹਨੂੰ ਐਗਜ਼ੀਕਿਊਟਿਵ ਕਾਉਂਸਲ ਦਾ ਮੈਂਬਰ ਬਣਾ ਦਿੱਤਾ ਗਿਆ। ਕਿਹੜੇ ਐਕਟ ਦੇ ਵਿੱਚ? 1909 ਦੇ ਐਕਟ ਦੇ ਵਿੱਚ, ਮੋਰਲੇ-ਮਿੰਟੋ ਰਿਫਾਰਮ। ਨਾਮ ਯਾਦ ਰੱਖਿਓ, SP ਸਿਨਹਾ। ਨੈਕਸਟ ਆਪਾਂ ਦੇਖਾਂਗੇ ਜੀ 1919 ਮੋਂਟੈਗਿਊ ਕਲੈਮਸਫੋਰਡ ਰਿਫਾਰਮਸ। ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਆਏਗਾ, ਜਿਹਨੂੰ ਆਪਾਂ ਕਹਾਂਗੇ ਮੋਂਟੈਗਿਊ ਕਲੈਮਸਫੋਰਡ ਰਿਫਾਰਮਸ। ਅਗੇਨ ਮੋਂਟੈਗਿਊ ਜਿਹੜੇ ਹੋਣਗੇ ਆਪਣੇ ਸੈਕਟਰੀ ਆਫ ਸਟੇਟ, ਕਲੈਮਸਫੋਰਡ ਜਿਹੜੇ ਹੋਣਗੇ ਆਪਣੇ ਵਾਇਸਰਾਏ ਹੋਣਗੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ 1919, ਤਾਂ 1919 ਦੇ ਬੈਕਗਰਾਉਂਡ 'ਚ ਦੇਖੋ ਜੀ ਕੀ ਚੱਲਦਾ ਸੀ। ਤਾਂ ਇੱਥੇ ਕਿਤੇ ਨਾ ਕਿਤੇ ਆਪਾਂ ਨੂੰ 1916 ਤੋਂ ਹੀ ਜੇ ਗੱਲ ਕਰਾਂਗੇ ਤਾਂ ਹੋਮ ਰੂਲ ਮੂਵਮੈਂਟ ਦੇਖਣ ਨੂੰ ਮਿਲ ਰਹੀ ਹੈ। ਜੇ ਗੱਲ ਕਰਾਂਗੇ ਉਸ ਤੋਂ ਪਿੱਛੇ ਤਾਂ 1916 ਦੇ ਵਿੱਚ ਹੀ ਆਪਾਂ ਦੇਖਾਂਗੇ ਕਿ ਲਖਨਊ ਪੈਕਟ ਵੀ ਹੋਏਗਾ, ਜਿਹਦੇ ਵਿੱਚ ਕਾਂਗਰਸ ਤੇ ਮੁਸਲਿਮ ਲੀਗ ਮਿਲ ਕੇ ਸੋਚਣਗੇ ਕਿ ਅੱਗੇ ਵਰਲਡ ਵਾਰ 1 ਜਿਹੜਾ ਚੱਲਦਾ ਇਹਦੇ ਵਿੱਚ ਅੰਗਰੇਜ਼ਾਂ ਦਾ ਸਾਥ ਕਿਵੇਂ ਦਈਏ। ਤਾਂ ਅੰਗਰੇਜ਼ਾਂ ਨੂੰ ਸਾਥ ਦੇਣ ਦੇ ਬਦਲੇ ਕੀ ਉਹਨਾਂ ਨੂੰ ਮਿਲੇਗਾ ਇੰਡੀਅਨਸ ਨੂੰ, ਉਹ ਆਪਾਂ ਦੇਖਾਂਗੇ 1919 ਦੇ ਐਕਟ, ਜਿਹਨੂੰ ਆਪਾਂ ਕਹਿੰਦੇ ਮੋਂਟੈਗਿਊ ਕਲੈਮਸਫੋਰਡ ਰਿਫਾਰਮਸ। ਤਾਂ ਆਪਾਂ ਯਾਦ ਹੈ ਪਹਿਲਾਂ ਹੀ ਆਪਾਂ ਕਲਾਸ ਦੇ ਵਿੱਚ ਡਿਸਕਸ ਕੀਤਾ ਸੀ ਡਾਇਆਰਕੀ ਸਿਸਟਮ। ਜਿਹੜਾ ਡਾਇਆਰਕੀ ਸਿਸਟਮ ਸੀਗਾ ਇਹ ਕਿੱਥੇ ਆਏਗਾ? ਪ੍ਰੋਵਿੰਸਿਸ ਦੇ ਵਿੱਚ ਆਏਗਾ, ਸੈਂਟਰ 'ਚ ਨਹੀਂ ਆਏਗਾ। ਸੈਂਟਰ 'ਚ 35 ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਪਰ ਕਦੀ ਵੀ ਆਏਗਾ ਨਹੀਂ, ਯਾਦ ਰੱਖਿਓ। ਠੀਕ ਹੈ ਜੀ। ਜੇ ਗੱਲ ਕਰੀਏ ਸੈਂਟਰ ਦੇ ਵਿੱਚ ਪ੍ਰੋਵਿੰਸਿਸ ਦੇ ਵਿੱਚ ਜੇ ਗੱਲ ਕਰਾਂਗੇ, ਪ੍ਰੋਵਿੰਸਿਸ ਦੇ ਵਿੱਚ ਡਾਇਆਰਕੀ ਸਿਸਟਮ ਆਏਗਾ, ਜਿਹਦੇ ਵਿੱਚ ਆਪਾਂ ਦੇਖਾਂਗੇ ਜਿਹੜੇ ਸਬਜੈਕਟ ਹੋਣਗੇ ਪ੍ਰੋਵਿੰਸਿਸ ਦੇ, ਉਹਨਾਂ ਨੂੰ ਦੋ ਹਿੱਸਿਆਂ 'ਚ ਡਿਵਾਈਡ ਕਰ ਦਿੱਤਾ ਜਾਏਗਾ। ਇੱਕ ਸਬਜੈਕਟ ਹੋਣਗੇ ਆਪਣੇ ਰਿਜ਼ਰਵ ਤੇ ਦੂਜੇ ਹੋਣਗੇ ਆਪਣੇ ਜੇ ਗੱਲ ਕਰਾਂਗੇ ਟ੍ਰਾਂਸਫਰਡ। ਤੇ ਜੇ ਗੱਲ ਕਰਾਂਗੇ ਇੰਡੀਅਨਸ ਦੀ, ਭਾਰਤੀਆਂ ਦੀ, ਤਾਂ ਭਾਰਤੀਆਂ ਨੂੰ ਕਿਹਾ ਜਾਏਗਾ ਕਿ ਤੁਸੀਂ ਜਿਹੜੇ ਟ੍ਰਾਂਸਫਰ ਵਾਲੇ ਸਬਜੈਕਟ ਨੇ ਇਹਨਾਂ ਦੇ ਉੱਪਰ ਕੀ ਕਰ ਸਕਦੇ ਹੋ? ਲੈਜਿਸਲੇਟ ਕਰ ਸਕਦੇ ਹੋ, ਇਹਨਾਂ ਦੇ ਉੱਪਰ ਕਾਨੂੰਨ ਬਣਾ ਸਕਦੇ ਹੋ। ਪਰ ਜੇ ਆਪਾਂ ਦੇਖਾਂਗੇ ਰਿਜ਼ਰਵ ਵਾਲੇ ਤਾਂ ਅਸਲੀ ਹੋਣਗੇ ਜਿਨ੍ਹਾਂ 'ਚ ਤਾਕਤ ਹੋਏਗੀ, ਜਿਵੇਂ ਪੁਲਿਸ, ਰੈਵਨਿਊ, ਐਵੇਂ ਦੇ ਜਿਹੜੇ ਸਬਜੈਕਟ ਹੋਣਗੇ ਉਹਦੇ ਉੱਪਰ ਜਿਹੜਾ ਪ੍ਰੋਵਿੰਸਿਸ ਦੇ ਗਵਰਨਰ ਹੋਣਗੇ ਉਹਨਾਂ ਕੋਲ ਹੀ ਤਾਕਤ ਹੋਏਗੀ। ਤਾਂ ਇੰਡੀਅਨਸ ਨੂੰ ਤਾਕਤ ਤਾਂ ਮਿਲੇਗੀ 1919 ਦੇ ਵਿੱਚ, ਪਰ ਬਹੁਤ ਜ਼ਿਆਦਾ ਤਾਕਤ ਨਹੀਂ ਮਿਲੇਗੀ। ਉਹ ਜਿਹੜੇ ਇਹਨਾਂ ਕੋਲ ਟ੍ਰਾਂਸਫਰ ਦੇ ਵਿੱਚ ਹੋਣਗੇ ਉਹਦੇ 'ਚ ਆਪਾਂ ਦੇਖਾਂਗੇ ਵੈਲਫੇਅਰ ਹੋ ਗਿਆ, ਐਜੂਕੇਸ਼ਨ ਹੋ ਗਿਆ, ਐਵੇਂ ਦੀਆਂ ਚੀਜ਼ਾਂ ਹੋਣਗੀਆਂ। ਤਾਂ ਉਹ ਚੀਜ਼ਾਂ ਉਦੋਂ ਤੱਕ ਹੀ ਹੋਣਗੀਆਂ ਜਦ ਤੱਕ ਤੁਹਾਡੇ ਕੋਲ ਪੈਸੇ ਨਹੀਂ। ਤਾਂ ਪੈਸੇ ਤਾਂ ਸਾਰੇ ਗਵਰਨਰ ਨੇ ਆਪਣੇ ਕੋਲ ਰੱਖੇ ਹੋਏ ਨੇ ਪ੍ਰੋਵਿੰਸਿਸ ਦੇ ਵਿੱਚ। ਨੈਕਸਟ ਆਪਾਂ ਜੇ ਗੱਲ ਕਰਾਂਗੇ 1919 ਦੇ ਐਕਟ ਦੇ ਵਿੱਚ, ਤਾਂ ਯਾਦ ਰੱਖਿਓ ਜੀ ਇਹਦੇ ਵਿੱਚ ਆਪਾਂ ਪਹਿਲੀ ਵਾਰ ਦੇਖ ਰਹੇ ਹਾਂ ਕਿ ਪ੍ਰੋਵਿੰਸਿਸ ਤੇ ਸੈਂਟਰ ਦੀ ਕੀ ਸਬਜੈਕਟ ਨੇ ਉਹਨਾਂ ਨੂੰ ਅਲੱਗ ਕਰ ਦਿੱਤਾ ਜਾਏਗਾ। ਮਤਲਬ ਕਿ ਆਪਾਂ ਕਹਿ ਰਹੇ ਹਾਂ ਕਿ ਡਿਵੀਜ਼ਨ ਆਫ ਸਬਜੈਕਟਸ, ਡਿਵੀਜ਼ਨ ਆਫ ਪਾਵਰ, ਇੱਕ ਫੈਡਰਲ ਸਟਰਕਚਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੈਕਸਟ ਆਪਾਂ ਦੇਖਾਂਗੇ ਜੀ 1919 ਦੇ ਐਕਟ ਦੇ ਵਿੱਚ ਕਾਫੀ ਵਾਰ ਜਿਹੜਾ ਪੁੱਛਿਆ ਗਿਆ ਕੁਐਸਚਨ ਹੈ ਤੁਹਾਡਾ, ਤਾਂ ਯਾਦ ਰੱਖਿਓ ਕਿ 1919 ਦੇ ਐਕਟ ਦੇ ਵਿੱਚ ਬਾਈ ਕੈਮਰਲ ਲੈਜਿਸਲੇਚਰ ਜਿਹੜਾ ਹੈ ਬਣਾਇਆ ਜਾਏਗਾ। ਸੈਂਟਰ ਦੇ ਵਿੱਚ ਬਾਈ ਕੈਮਰਲ ਲੈਜਿਸਲੇਚਰ ਦਾ ਮਤਲਬ ਦੋ ਹਾਊਸਿਸ ਬਣਾਏ ਜਾਣਗੇ। ਜਿਵੇਂ ਅੱਜ ਆਪਣੇ ਨੇ ਲੋਕ ਸਭਾ, ਰਾਜ ਸਭਾ, ਇਹ ਕਦੋਂ ਤੋਂ ਚੱਲ ਰਹੇ ਨੇ? 1919 ਤੋਂ ਚੱਲ ਰਹੇ ਨੇ। ਤਾਂ ਆਪਾਂ ਯਾਦ ਰੱਖਾਂਗੇ ਕਿ ਦੋ ਹਾਊਸਿਸ ਦਾ ਜਿਹੜਾ ਕਨਸੈਪਟ ਸੀਗਾ 1919 ਤੋਂ ਚੱਲੇਗਾ। ਜਿਵੇਂ ਆਪਾਂ ਕਹਿੰਦੇ ਸੈਂਟਰਲ ਲੈਜਿਸਲੇਟਰ ਦੇ ਵਿੱਚ, ਠੀਕ ਹੈ ਜੀ। ਇੱਕ ਤਾਂ ਹੋਏਗੀ ਆਪਣੀ ਸੈਂਟਰਲ ਅਸੈਂਬਲੀ ਹੋਏਗੀ, ਲੈਜਿਸਲੇਟਿਵ ਅਸੈਂਬਲੀ, ਦੂਜੀ ਹੋਏਗੀ ਕਾਉਂਸਲ ਆਫ ਸਟੇਟ। ਇੱਕ ਨੂੰ ਆਪਾਂ ਲੋਕ ਸਭਾ ਕਹਾਂਗੇ ਅੱਗੇ ਜਾ ਕੇ, ਇੱਕ ਨੂੰ ਆਪਾਂ ਰਾਜ ਸਭਾ। ਤੇ ਇਹ ਸਾਰਾ ਕਨਸੈਪਟ ਚੱਲਿਆ ਕਦੋਂ? ਆਪਣਾ 1919 ਦੇ ਐਕਟ ਦੇ ਵਿੱਚੋਂ। ਨੈਕਸਟ ਜੇ ਆਪਾਂ ਗੱਲ ਕਰਦੇ ਹਾਂ 1909 ਦੇ ਵਿੱਚ, ਤਾਂ ਮੁਸਲਿਮਸ ਨੂੰ ਸੈਪਰੇਟ ਇਲੈਕਟੋਰੇਟ ਦਿੱਤਾ ਗਿਆ ਸੀ। ਜੇ ਆਪਾਂ ਗੱਲ ਕਰਦੇ ਹਾਂ ਉਹਨੂੰ ਵਧਾਇਆ ਜਾਏਗਾ। ਅੰਗਰੇਜ਼ਾਂ ਦੀ ਪਾਲਿਸੀ ਸੀਗੀ ਡਿਵਾਈਡ ਐਂਡ ਰੂਲ। ਤਾਂ ਯਾਦ ਆਪਾਂ ਰੱਖਾਂਗੇ ਸੈਪਰੇਟ ਇਲੈਕਟੋਰੇਟ 1919 ਦੇ ਵਿੱਚ ਸਿੱਖਸ ਨੂੰ ਮਿਲੇਗਾ। ਉਸ ਤੋਂ ਇਲਾਵਾ ਐਂਗਲੋ ਇੰਡੀਅਨਸ, ਪਾਰਸੀਜ਼ ਤੇ ਯੂਰੋਪੀਅਨਸ ਨੂੰ ਵੀ ਦਿੱਤਾ ਜਾਏਗਾ। ਤਾਂ ਆਪਾਂ ਯਾਦ ਰੱਖਾਂਗੇ ਕਿ ਜਿਹੜਾ ਸੈਪਰੇਟ ਇਲੈਕਟੋਰੇਟ ਹੈ ਮੁਸਲਿਮਸ ਨੂੰ ਪਹਿਲਾਂ ਮਿਲਿਆ, ਉਸ ਤੋਂ ਬਾਅਦ ਸਿੱਖਸ ਨੂੰ, ਐਂਗਲੋ ਇੰਡੀਅਨਸ ਤੇ ਪਾਰਸੀਜ਼ ਨੂੰ ਮਿਲੇਗਾ। ਉਹ ਮਿਲੇਗਾ 1919 ਦੇ ਵਿੱਚ। ਮੁਸਲਿਮਸ ਨੂੰ ਮਿਲੇਗਾ 1909 ਦੇ ਵਿੱਚ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ 1935 ਦਾ ਐਕਟ। ਇੰਪੋਰਟੈਂਟ ਹੈ ਜੀ ਬਹੁਤ ਜ਼ਿਆਦਾ ਆਪਣੇ ਲਈ। 1935 ਦੇ ਐਕਟ ਦੇ ਥੋੜਾ ਜਿਹਾ ਪਿੱਛੇ ਆਵਾਂਗੇ ਤਾਂ ਆਪਾਂ ਨੂੰ ਪਤਾ ਹੈ ਕਿ 1927 ਦੇ ਵਿੱਚ ਸਾਈਮਨ ਕਮਿਸ਼ਨ ਦੀ ਅਪਾਇੰਟਮੈਂਟ ਹੋਈ ਸੀ। ਤਾਂ ਸਾਈਮਨ ਕਮਿਸ਼ਨ ਨੂੰ ਜਦੋਂ ਅਪਾਇੰਟ ਕਰ ਦਿੱਤਾ ਗਿਆ ਸੀ, ਕੋਈ ਵੀ ਭਾਰਤੀ ਨਹੀਂ ਸੀ। ਤਾਂ ਅੰਗਰੇਜ਼ਾਂ ਨੇ ਸਾਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਦੱਸੋ ਕਿ ਤੁਸੀਂ ਕਨਸਟੀਟਿਊਸ਼ਨ ਕਿਵੇਂ ਚਾਹੁੰਦੇ ਹੋ। ਤਾਂ ਅਸੀਂ 1928 ਦੇ ਵਿੱਚ ਲੈ ਕੇ ਆਏ ਸੀ ਨਹਿਰੂ ਰਿਪੋਰਟ। ਤਾਂ ਆਪਾਂ ਅੱਗੇ ਦੇਖਾਂਗੇ 1930 ਦੇ ਵਿੱਚ ਆਏਗੀ ਸਾਈਮਨ ਕਮਿਸ਼ਨ ਦੀ ਰਿਪੋਰਟ। ਇਹ ਸਾਈਮਨ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਇਹਦੇ ਉੱਪਰ ਹੀ ਆਪਾਂ ਦੇਖਾਂਗੇ ਕਿ ਰਾਉਂਡ ਟੇਬਲ ਕਾਨਫਰੰਸ ਹੋਣਗੀਆਂ। ਉਹੀ ਰਾਉਂਡ ਟੇਬਲ ਕਾਨਫਰੰਸ ਜਿਹੜੀਆਂ ਕਿੰਨੀਆਂ ਹੋਣੀਆਂ ਸੀ ਜੀ? 3 ਹੋਣਗੀਆਂ, ਪਹਿਲੀ, ਦੂਜੀ, ਤੀਜੀ। ਕਾਂਗਰਸ ਨਾ ਪਹਿਲੀ 'ਚ ਜਾਏਗੀ ਨਾ ਤੀਜੀ 'ਚ ਜਾਏਗੀ, ਸਿਰਫ ਦੂਜੀ 'ਚ ਜਾਂਦੀ ਹੈ। ਤਾਂ ਇਹਨਾਂ ਦੇ ਆਧਾਰ ਤੇ ਹੀ, ਸਾਈਮਨ ਕਮਿਸ਼ਨ ਦੇ ਆਧਾਰ ਤੇ ਹੀ, ਰਿਪੋਰਟ ਦੇ ਆਧਾਰ ਦੇ ਉੱਪਰ ਹੀ ਆਪਾਂ ਦੇਖਾਂਗੇ ਕਿ ਗਵਰਨਮੈਂਟ ਆਫ ਇੰਡੀਆ ਐਕਟ 1935 ਦੇਖਣ ਨੂੰ ਮਿਲੇਗਾ। ਤਾਂ ਜੇ ਗੱਲ ਕਰਦੇ ਹਾਂ ਕੁਝ ਇਹਦੀ ਇੰਪੋਰਟੈਂਟ ਪ੍ਰੋਵੀਜ਼ਨਸ ਦੀ, ਤਾਂ ਇੰਪੋਰਟੈਂਟ ਪ੍ਰੋਵੀਜ਼ਨਸ ਦੇ ਵਿੱਚ ਸਭ ਤੋਂ ਪਹਿਲੇ ਇਹਨਾਂ ਨੇ ਕਹਿਣਗੇ ਕਿ 1935 ਦੇ ਵਿੱਚ ਇੱਕ ਆਲ ਇੰਡੀਆ ਫੈਡਰੇਸ਼ਨ ਬਣਾਈ ਜਾਏਗੀ, ਜਿਹਦੇ ਵਿੱਚ ਇੰਡੀਆ, ਬ੍ਰਿਟਿਸ਼ਰਸ ਕੋਲ ਜਿਹੜੀ ਪ੍ਰੋਵਿੰਸਿਸ ਨੇ ਉਹ ਤੇ ਪ੍ਰਿੰਸਲੀ ਸਟੇਟਸ ਨੇ ਉਹਨਾਂ ਨੂੰ ਮਿਲ ਕੇ ਕੀ ਬਣਾਈ ਜਾਏਗੀ? ਇੱਕ ਆਲ ਇੰਡੀਆ ਫੈਡਰੇਸ਼ਨ ਬਣਾਈ ਜਾਏਗੀ। ਨੈਕਸਟ ਮੋਸਟ ਇੰਪੋਰਟੈਂਟ ਪੁਆਇੰਟ ਹੈ ਜੀ ਪੰਜਾਬ ਦੇ ਪੇਪਰਾਂ ਲਈ ਡਾਇਆਰਕੀ ਸਿਸਟਮ। ਡਾਇਆਰਕੀ ਸਿਸਟਮ ਜਿਹੜਾ ਪ੍ਰੋਵਿੰਸਿਸ ਦੇ ਵਿੱਚ 1919 ਦੇ ਵਿੱਚ ਲਾਇਆ ਗਿਆ ਸੀ, ਉਹ ਖਤਮ ਕਰ ਦਿੱਤਾ ਗਿਆ, ਅਬੋਲਿਸ਼ ਕਰ ਦਿੱਤਾ ਗਿਆ।
ਕਲੀਅਰ ਹੈ ਜੀ। याद रखियो कदों लाया गया, कदों खत्म किया गया। 1935 ਦੇ ਵਿੱਚ ਅਬੋਲਿਸ਼ ਕਰ ਦਿੱਤਾ ਗਿਆ ਡਾਇਰਕੀ ਸਿਸਟਮ ਪ੍ਰੋਵਿੰਸਿਸ ਦੇ ਵਿੱਚ। ਗੱਲ ਹੋਏਗੀ ਕਿ ਸੈਂਟਰ ਚ ਲੈ ਕੇ ਆਨੇ ਆ ਡਾਇਰਕੀ ਸਿਸਟਮ, ਪਰ ਕਦੀ ਵੀ ਆ ਨਹੀਂ ਪਾਏਗਾ ਉਹ, ਇਹ ਵੀ ਕੁਐਸਚਨ ਧਿਆਨ ਰੱਖਿਓ। ਨੈਕਸਟ ਗੱਲ ਕਰਦੇ ਹਾਂ ਜੀ 1935 ਦੇ ਐਕਟ ਦੇ ਵਿੱਚ ਆਪਾਂ ਦੇਖਾਂਗੇ ਇੱਥੇ ਕਲੀਅਰਲੀ ਸਟੇਟ ਤੇ ਪ੍ਰੋਵਿੰਸਿਸ ਦੇ ਵਿੱਚ ਅਲੱਗ ਤੋਂ ਕੀ ਹੋ ਜਾਏਗਾ, ਕਲੀਅਰਲੀ ਆਪਾਂ ਕਹਿ ਸਕਦੇ ਹਾਂ ਫੈਡਰਲ ਸਿਸਟਮ ਬਣਾਉਣ ਦੀ ਜਿਹੜੀ ਕੋਸ਼ਿਸ਼ 1919 ਚ ਕੀਤੀ ਗਈ ਸੀ, 1935 ਦੇ ਵਿੱਚ ਉਹ ਕੰਪਲੀਟ ਹੋਏਗੀ। ਇੱਥੇ ਆਪਾਂ ਦੇਖਾਂਗੇ ਕਿ ਦੋ ਲਿਸਟਾਂ ਤਿੰਨ ਬਣ ਜਾਣਗੀਆਂ, ਜਿਹਨੂੰ ਆਪਾਂ ਕਹਿੰਦੇ ਆ ਕਿ ਫੈਡਰਲ ਸਟਰਕਚਰ ਕੀ ਆਪਣਾ ਇਹੀ ਹੈ ਕਿ ਸੈਂਟਰ ਤੇ ਸਟੇਟ ਦੀਆਂ ਸਬਜੈਕਟਸ ਜਿਹੜੇ ਨੇ ਅਲੱਗ ਨੇ। ਇੱਕ ਲਿਸਟ ਹੋਏਗੀ ਸੈਂਟਰ ਦੀ ਸਬਜੈਕਟ ਦੀ, ਇੱਕ ਹੋਏਗੀ ਸਟੇਟ ਦੇ ਸਬਜੈਕਟ ਦੀ, ਤੇ ਇੱਕ ਲਿਸਟ ਹੋਏਗੀ ਜਿਹਨੂੰ ਆਪਾਂ ਕਹਿੰਦੇ ਆ ਕਨਕਰੈਂਟ ਲਿਸਟ, ਜਿਹਦੇ ਉੱਪਰ ਸੈਂਟਰ ਵੀ ਕੰਮ ਕਰ ਸਕਦੀ ਹੈ, ਸਟੇਟ ਵੀ ਲਾਗੂ ਕਰ ਸਕਦੀ ਹੈ ਕਾਨੂੰਨ। ਉਸ ਤੋਂ ਇਲਾਵਾ 1935 ਦੇ ਵਿੱਚ ਕਿਹਾ ਜਾਏਗਾ ਕਿ ਜਿੰਨੇ ਵੀ ਰੈਜ਼ੀਡੂਅਰੀ ਪਾਵਰ ਹੈ, ਮਤਲਬ ਕਿ ਕੋਈ ਸਬਜੈਕਟ ਹੋ ਗਿਆ ਜਿਹੜਾ ਸੈਂਟਰ ਦੀ ਲਿਸਟ 'ਚ ਨਹੀਂ ਹੈ, ਸਟੇਟ 'ਚ ਨਹੀਂ ਹੈਗਾ, ਕਨਕਰੈਂਟ 'ਚ ਵੀ ਨਹੀਂ ਹੈਗਾ, ਨਵਾਂ ਹੀ ਕੋਈ ਲਿਸਟ 'ਚ ਆ ਗਿਆ, ਸਬਜੈਕਟ ਆ ਗਿਆ, ਤਾਂ ਉਹਦੀ ਜਿਹੜੀ ਪਾਵਰ ਹੋਏਗੀ ਉਹ ਕਿਹਦੇ ਕੋਲ ਹੋਏਗੀ, ਤਾਂ ਰੈਜ਼ੀਡੂਅਰੀ ਪਾਵਰ ਜਿਹੜੀ ਹੈ ਉਹ ਸੈਂਟਰ ਕੋਲ ਹੋਏਗੀ ਜਾਂ ਫਿਰ ਵਾਇਸਰਾਏ ਕੋਲ ਹੋਏਗੀ। ਤਾਂ ਇਹ ਸਾਰਾ ਕੁਝ ਹੋਏਗਾ ਕਿਹਦੇ ਵਿੱਚ, ਆਪਣੇ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ। ਯਾਦ ਰੱਖਿਓ ਜੀ, ਇੰਪੋਰਟੈਂਟ ਹੈ। ਨੈਕਸਟ ਮੋਸਟ ਇੰਪੋਰਟੈਂਟ ਜਿਹੜੇ ਵਨ ਲਾਈਨਰ ਪੁੱਛੇ ਜਾਂਦੇ ਨੇ, ਤਾਂ ਆਪਾਂ ਦੇਖਣਾ ਕਿ ਇੱਥੇ ਫੈਡਰਲ ਕੋਰਟ ਬਣਾਇਆ ਜਾਏਗਾ। ਫੈਡਰਲ ਕੋਰਟ ਕਦੋਂ ਬਣਾਇਆ ਜਾਂਦਾ ਹੈ, ਜਿਹਨੂੰ ਆਪਾਂ ਅੱਗੇ ਜਾ ਕੇ ਕਹਾਂਗੇ ਸੁਪਰੀਮ ਕੋਰਟ। ਤਾਂ ਫੈਡਰਲ ਕੋਰਟ, ਸੁਪਰੀਮ ਕੋਰਟ ਕਿਹੜੇ ਐਕਟ ਨਾਲ ਬਣਾਇਆ ਜਾਏਗਾ, 1935 ਦੇ ਐਕਟ ਨਾਲ ਬਣਾਇਆ ਜਾਏਗਾ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਾਂਗੇ ਬਰਮਾ ਨੂੰ ਮਿਆਂਮਾਰ ਨੂੰ ਇੰਡੀਆ ਤੋਂ ਅਲੱਗ ਕਿਹੜੇ ਐਕਟ 'ਚ ਕੀਤਾ ਜਾਂਦਾ, ਤਾਂ ਅਲੱਗ ਕੀਤਾ ਜਾਂਦਾ 1935 ਦੇ ਐਕਟ ਦੇ ਵਿੱਚ ਕੀਤਾ ਜਾਂਦਾ ਹੈ, ਜਿਹਦੇ 'ਚ ਆਪਾਂ ਦੇਖਾਂਗੇ ਸੈਪਰੇਸ਼ਨ ਆਫ ਬਰਮਾ। ਇੰਪੋਰਟੈਂਟ ਹੈ ਜੀ, ਐਜ਼ ਇਟ ਇਜ਼ ਹੀ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ। ਇਸ ਤੋਂ ਬਾਅਦ ਆਪਾਂ ਦੇਖਾਂਗੇ ਦੋ ਅਲੱਗ ਤੋਂ ਪ੍ਰੋਵਿੰਸਿਸ ਬਣਾਈਆਂ ਜਾਣਗੀਆਂ, ਸਿੰਧ ਤੇ ਉੜੀਸਾ ਦੀ। ਇਹ ਥੋੜਾ ਜਿਹਾ ਪ੍ਰਾਇੋਰਟੀ ਦੇ ਵਿੱਚ ਇਹਨੂੰ ਘੱਟ ਹੀ ਰੱਖ ਸਕਦੇ, ਨਾ ਵੀ ਯਾਦ ਹੋਵੇ ਤਾਂ ਚੱਲ ਜਾਏਗਾ। ਤਾਂ ਇਹ ਸੀਗਾ ਆਪਣਾ ਕੁਝ ਐਕਟ ਜਿਹੜੇ ਜਿੱਥੋਂ ਦੀ ਬ੍ਰਿਟਿਸ਼ ਕਾਊਨ ਤੋਂ ਲੈ ਕੇ ਇੰਡੀਅਨਸ ਨੂੰ ਪਾਵਰ ਆਣੀ ਸ਼ੁਰੂ ਹੋਏਗੀ। ਇਸ ਤੋਂ ਬਾਅਦ 1935 ਤੋਂ ਬਾਅਦ ਸਿੱਧਾ ਹੀ 1947 ਦਾ 1947 ਦਾ ਆਪਣਾ ਐਕਟ ਹੈ, ਜਿਹਦੇ ਵਿੱਚ ਇੰਡੀਆ ਇੱਕ ਅਲੱਗ ਕੰਟਰੀ ਬਣਾ ਦਿੱਤਾ ਜਾਏਗਾ, ਪਾਕਿਸਤਾਨ ਇੱਕ ਅਲੱਗ ਕੰਟਰੀ ਬਣਾ ਦਿੱਤਾ ਜਾਏਗਾ, ਦੋਨਾਂ ਦੀ ਇੰਡੀਪੈਂਡੈਂਸ ਦਿੱਤੀ ਜਾਏਗੀ। ਤਾਂ ਇਹ ਸੀ ਜੀ ਆਪਣੀ ਅੱਜ ਦਾ ਲੈਕਚਰ, ਜਿਹਦੇ ਵਿੱਚ ਆਪਾਂ ਭਾਰਤ ਨੂੰ ਆਜ਼ਾਦੀ ਦਿਵਾਈ ਤੇ ਆਪਾਂ ਦੇਖਿਆ ਕਿ ਕਿੱਦਾਂ ਬ੍ਰਿਟਿਸ਼ ਤੋਂ ਲੈ ਕੇ ਸਾਰੀ ਤਾਕਤ ਜਿਹੜੀ ਹੈ ਇੰਡੀਅਨਸ ਦੇ ਹੱਥ ਵਿੱਚ ਆਣੀ ਸ਼ੁਰੂ ਹੋਏਗੀ। ਮਿਲਦੇ ਆ ਜੀ ਨੈਕਸਟ ਲੈਕਚਰ 'ਚ। ਥੈਂਕ ਯੂ ਵੈਰੀ ਮਚ।